ਇਹਨੂੰ ਫਿਕਸ ਕਰ ਲਓ ਸੁਦੇਸ਼ ਜੀ ਕੈਮਰੇ ਨੂੰ। ਤੁਸੀਂ ਥੋੜੇ ਸੈਂਟਰ ਚ ਹੋ ਜਾਓ, ਤੁਹਾਡਾ ਏਦਾਂ ਇੱਧਰ ਦੂਜੀ, ਹਾਂ 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 ਠੀਕ ਹੋ ਗਿਆ ਜੀ ਜੀ। ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅਸੀਂ ਆਪਣੀ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਤਹਿਤ ਅੱਜ ਸਾਡੇ ਨਾਲ ਸੁਦੇਸ਼ ਸ਼ਰਮਾ ਜੀ ਜੁੜੇ ਹੋਏ ਨੇ, ਐਕਟਰ, ਡਾਇਰੈਕਟਰ, ਪ੍ਰੋਡਿਊਸਰ ਔਰ ਯਾਨੀ ਕਿ ਕਈ ਸੰਸਥਾਵਾਂ ਦੇ ਮੁਖੀ ਔਰ ਸਾਡੇ ਪਿਆਰੇ ਮਿੱਤਰ ਨੇ। ਔਰ ਦੋਸਤੋ ਇਹ ਜਿਹੜਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਚਲਾ ਰਹੇ ਹਾਂ, ਤੇ ਹੁਣ ਅੱਜ ਦਾ ਸਾਡਾ ਇਹ 99ਵਾਂ ਐਪੀਸੋਡ ਹੈ ਕਿ ਜਦੋਂ ਹੁਣ ਅਸੀਂ ਅਗਲਾ ਕਰਾਂਗੇ ਉਦੋਂ 100 ਪੂਰੇ ਹੋ ਜਾਣਗੇ, ਠੀਕ ਹੈ। ਤੇ ਅਸੀਂ ਉਹ ਲਾਸਟ ਵਿੱਚ ਹੁਣ ਜਿਵੇਂ ਨਾ ਅਸੀਂ ਹੌਲੀ ਹੌਲੀ ਪਹੁੰਚਦੇ ਸਾਨੂੰ ਸੀ ਕਿ ਅਸੀਂ ਅੱਗੇ ਜਿੰਨੇ ਵੀ ਉੱਤੇ ਤੁਰੇ ਜਾਈਏ, ਸਾਰਿਆਂ ਦੇ ਤਜਰਬੇ ਅਸੀਂ ਇਕੱਠੇ ਕਰ ਲਈਏ। ਸੋ ਅੱਜ ਜਦੋਂ ਅਸੀਂ ਸੁਦੇਸ਼ ਹੋਰਾਂ ਦੇ ਨਾਲ ਜੁੜੇ ਆ, ਸੁਦੇਸ਼ ਹੋਰਾਂ ਤੋਂ ਪਹਿਲੇ ਮੈਂ ਹੁਣੇ ਪ੍ਰੀਤਮ ਰੁਪਾਲ ਹੋਰਾਂ ਨਾਲ ਗੱਲਾਂ ਕਰ ਰਿਹਾ ਸੀ, ਔਰ ਉਹਨਾਂ ਦੇ ਫੋਕਲੋਰ ਦੇ ਹਵਾਲੇ ਨਾਲ ਬਹੁਤ ਖੂਬਸੂਰਤ ਗੱਲਾਂ ਹੋਈਆਂ, ਔਰ ਉਹਨਾਂ ਦੇ ਰੰਗਮੰਚ ਯਾਤਰਾ ਦੇ ਨਾਲ ਵੀ। ਔਰ ਹੁਣ ਅਸੀਂ ਸੁਦੇਸ਼ ਹੋਰਾਂ ਦੀ ਰੰਗਮੰਚ ਯਾਤਰਾ, ਇਹਨਾਂ ਦੀ ਜਗਿਆਸਾ, ਇਹਨਾਂ ਦੇ ਸੁਪਨੇ, ਇਹਨਾਂ ਦੇ ਤਜਰਬੇ, ਇਹਨਾਂ ਦਾ ਰੰਗਮੰਚ ਦੇ ਵਿੱਚ ਆਉਣਾ, ਉਹ ਸਾਰਾ ਕੁਝ ਜਿਹੜਾ ਅੱਜ ਅਸੀਂ ਆਪਾਂ ਸਾਂਝਾ ਕਰਾਂਗੇ। ਔਰ ਸੁਦੇਸ਼ ਜੀ ਜੀ ਆਇਆਂ ਤੁਹਾਨੂੰ, ਬਾਕੀ ਦੋਸਤਾਂ ਨੂੰ ਵੀ ਜੀ ਆਇਆਂ। ਜੀ ਆਇਆਂ ਨੂੰ ਜੀ ਕੇਵਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਇਸ ਸਮੇਂ ਦੇ ਵਿੱਚ ਤੁਸੀਂ ਸਾਰੇ ਕਲਾਕਾਰਾਂ ਨਾਲ ਗੱਲਬਾਤ ਕਰਕੇ ਔਰ ਪੰਜਾਬ ਦੇ ਰੰਗਮੰਚ ਦਾ ਬਹੁਤ ਵੱਡਾ ਖਜ਼ਾਨਾ ਜਿਹੜਾ ਹੈ ਉਹ ਤੁਸੀਂ ਇਕੱਠਾ ਕਰ ਰਹੇ ਹੋ। ਇਹ ਬਹੁਤ ਵੱਡਾ ਕੰਮ ਹੈ ਜਿਹੜੇ ਆਉਣ ਵਾਲੇ ਇਤਿਹਾਸ ਦੇ ਵਿੱਚ ਇਸ ਦੀ ਬਹੁਤ ਵਰਤੋਂ ਹੋਏਗੀ, ਇਸ ਦੀ ਬਹੁਤ ਜ਼ਰੂਰਤ ਹੋਏਗੀ। ਇਸ ਲਈ ਇਸ ਨੇਕ ਕੰਮ ਲਈ ਤੁਹਾਨੂੰ ਬਹੁਤ ਬਹੁਤ ਵਧਾਈ। ਥੈਂਕ ਯੂ ਸੁਦੇਸ਼ ਜੀ। ਇਹ ਵੈਸੇ ਇਹ ਸਾਰੀ ਗੱਲਬਾਤ ਕਰਕੇ ਮੈਂ ਸਮਝਦਾ ਮੈਂ ਖੁਦ ਬਹੁਤ ਜ਼ਿਆਦਾ ਇਹ ਸਾਰੀ ਜਾਣਕਾਰੀ ਪੱਖੋਂ ਮੈਂ ਬੜਾ ਰਿਚ ਹੋ ਗਿਆ। ਇਹਨੇ ਮੈਨੂੰ ਬਹੁਤ ਜ਼ਿਆਦਾ ਮੈਂ ਸਿੱਖਿਆ ਇੰਨੇ ਲੋਕਾਂ ਦੇ ਕੋਲੋਂ। ਕਈ ਵਾਰੀ ਅਸੀਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ, ਉਹਨਾਂ ਦਾ ਕੰਮ ਦੇਖਿਆ ਹੁੰਦਾ ਹੈ ਸਟੇਜ ਤੇ ਪਰਫਾਰਮੈਂਸ ਦੇ ਰੂਪ ਚ, ਉਹਨਾਂ ਦੇ ਸਾਲਾਂ ਤੋਂ ਜਾਣਦੇ ਹੁੰਦੇ ਆ, ਪਰ ਉਹਨਾਂ ਦੇ ਸਾਲਾਂ ਦੇ ਜਿਹੜਾ ਅੰਦਰ ਸੰਘਰਸ਼ ਹੁੰਦਾ ਅਸੀਂ ਉਹ ਨਹੀਂ ਜਾਣਦੇ ਹੁੰਦੇ। ਉਹਨਾਂ ਦੇ ਪਰਿਵਾਰ ਦਾ ਸੰਘਰਸ਼, ਉਹਨਾਂ ਦੇ ਸਾਥੀਆਂ ਦਾ, ਉਹਨਾਂ ਦੇ ਕੰਮ ਦੀ ਵੈਰਾਈਟੀ, ਉਹ ਨਹੀਂ ਅਸੀਂ ਜਾਣਦੇ ਹੁੰਦੇ। ਮੈਂ ਅੱਗੇ ਵੀ 2-4 ਵਾਰੀ ਗੱਲ ਕੀਤੀ ਕਿ ਮੈਂ ਨਾ ਪੰਜਾਬੀ ਰੰਗਮੰਚ ਦੀ ਹਿਸਟਰੀ ਲਿਖੀ ਹੈ, ਵੀ ਰੰਗਮੰਚ ਪੰਜਾਬ ਮੇਰੀ ਕਿਤਾਬ ਹੈ ਜਿਹੜੀ 500-600 ਪੇਜ ਦੀ ਹੈ। ਪਰ ਜਦੋਂ ਮੈਂ ਹੁਣ 100 ਬੰਦਿਆਂ ਨਾਲ ਗੱਲਾਂ ਕੀਤੀਆਂ, ਕਲਾਕਾਰਾਂ ਨਾਲ, ਤੇ ਮੈਨੂੰ ਲੱਗਾ ਵੀ ਨਹੀਂ, ਉਹ ਜਾਣਕਾਰੀ ਅਧੂਰੀ ਹੈ, ਉਹ ਇਤਿਹਾਸ ਅਜੇ ਅਧੂਰਾ ਹੈ। ਹੁਣ ਜਦੋਂ ਮੈਂ ਉਹ ਦੁਬਾਰਾ ਲਿਖਾਂਗਾ ਤੇ ਉਹਦੇ ਵਿੱਚ ਜ਼ਰੂਰ 100-200 ਪੇਜ ਹੋਰ ਸ਼ਾਮਲ ਹੋ ਜਾਣਗੇ। ਇਹ ਜਿਹੜੀ ਜਾਣਕਾਰੀ ਇਹ ਬਹੁਤ ਆਥੈਂਟਿਕ ਜਾਣਕਾਰੀ ਹੋਏਗੀ ਜਿਹੜੀ ਅਸੀਂ ਤੁਹਾਡੇ ਮੂੰਹੋਂ ਸੁਣੀ ਹੋਏਗੀ। ਸੋ ਮੈਂ ਉਸ ਲਿਹਾਜ਼ ਨਾਲ ਮੈਂ ਸਮਝਾਂਗਾ ਉਸ ਕਿਤਾਬ ਦਾ ਜਿਹੜਾ ਦੁਬਾਰਾ ਐਡੀਸ਼ਨ ਆਏਗਾ ਉਹਦੇ ਵਿੱਚ ਬਹੁਤ ਕੁਝ ਨਵਾਂ ਹੋਏਗਾ ਔਰ ਬਹੁਤ ਜਾਣਕਾਰੀ ਭਰਪੂਰ ਹੋਏਗਾ। ਸੋ ਸੁਦੇਸ਼ ਜੀ ਆਪਾਂ ਆਪਣੇ ਹਿੱਸੇ ਦੀਆਂ ਗੱਲਾਂ ਸ਼ੁਰੂ ਕਰਦੇ ਆ, ਤੇ ਸਭ ਤੋਂ ਪਹਿਲੇ ਸ਼ੁਰੂਆਤ ਉਸੇ ਤਰ੍ਹਾਂ ਹੀ ਕਰਨੀ ਚਾਹਾਂਗਾ ਕਿ ਸੁਦੇਸ਼ ਸ਼ਰਮਾ ਨੂੰ ਮੈਂ ਤਾਂ ਕਿਉਂਕਿ ਜਾਣਦਾ ਵਾ, ਬਹੁਤ ਬਿਹਤਰੀਨ ਅਦਾਕਾਰ ਹੈ। ਮੈਂ ਸੱਚਮੁੱਚ ਹੀ ਮੈਂ ਨਿਰਦੇਸ਼ਨਾਂ ਵਾਲੇ ਪਾਸੇ ਨਾ ਵੀ ਜਾਵਾਂ, ਮੈਂ ਤੁਹਾਡਾ ਬੜਾ ਫੈਨ ਆ ਸੁਦੇਸ਼ ਜੀ। ਤੁਸੀਂ ਬੜੇ ਵਧੀਆ ਅਦਾਕਾਰ ਹੋ, ਤੁਹਾਡੇ ਕੋਲ ਬੜੀ ਥੀਏਟ੍ਰਿਕਲ ਵਾਇਸ ਹੈ, ਤੁਹਾਡੇ ਕੋਲ ਡਰਾਮੈਟਿਕ ਵਾਇਸ ਹੈ, ਜਿਹੜਾ ਤੁਹਾਡਾ ਐਕਸਪ੍ਰੈਸ਼ਨ ਹੈ, ਮੈਂ ਤੁਹਾਨੂੰ ਅਦਾਕਾਰੀ ਕਰਦਿਆਂ ਦੇਖਦਾ ਵਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਵੀ ਇੱਕ ਵਨ ਆਫ ਦਾ ਜਿਹੜਾ ਕਿ ਬੈਸਟ ਐਕਟਰ ਹੈ, ਕਿ ਤੁਸੀਂ ਉਹਨੂੰ ਇੱਕ ਮੰਚ ਦੇ ਉੱਤੇ ਦੇਖ ਰਹੇ ਹੋ। ਇਹ ਜਿਹੜੇ ਤੁਹਾਡੀ ਅਦਾਕਾਰੀ ਦਾ ਜਿਹੜਾ ਇਹ ਜਿਹੜੇ ਪਲ ਸੀਗੇ, ਜਦੋਂ ਤੁਸੀਂ ਬਚਪਨ ਵਿੱਚ ਕਦੀ ਇਹ ਸੁਪਨਾ ਲਿਆ ਵੀ ਮੇਰੇ ਅੰਦਰ ਇਹ ਅਦਾਕਾਰੀ ਦੀ ਜਗਿਆਸਾ ਹੈ, ਇਹ ਮੇਰੇ ਅੰਦਰ ਕਲਾ ਹੈਗੀ, ਕਿ ਇਹ ਕਲਾ ਸਕੂਲ ਤੋਂ ਹੀ ਸ਼ੁਰੂਆਤ ਹੋ ਗਈ ਸੀ ਜਾਂ ਬਾਅਦ ਵਿੱਚ ਕਾਲਜ ਦੇ ਵਿੱਚ ਯੂਥ ਫੈਸਟੀਵਲ ਵਗੈਰਾ 'ਚ ਜਾ ਕੇ ਫਿਰ ਉਦੋਂ ਪਤਾ ਲੱਗਾ ਵੀ ਨਹੀਂ ਮੈਂ ਵੀ ਅਦਾਕਾਰੀ ਕਰ ਲੈਂਦਾ ਵਾਂ? ਇਹ ਕਿਸ ਤਰ੍ਹਾਂ ਸ਼ੁਰੂਆਤ ਹੋਈ ਜਾਂ ਕੋਈ ਪਰਿਵਾਰਕ ਬੈਕਗ੍ਰਾਉਂਡ ਸੀਗੀ? ਹਾਂ ਕੇਵਲ ਜੀ, ਸਕੂਲ ਕਾਲਜ ਤੋਂ ਪਹਿਲਾਂ ਮੇਰੀ ਸ਼ੁਰੂਆਤ ਹੋ ਵੀ ਗਈ ਸੀ ਔਰ ਕੁਝ ਪਰਿਵਾਰਿਕ ਜਿਹੜੀ ਹੈ ਬੈਕਗ੍ਰਾਉਂਡ ਵੀ ਸੀਗੀ ਜੀ। ਉਹਦਾ ਕੁਝ ਇਸ ਤਰੀਕੇ ਨਾਲ ਹੈ ਕਿ ਬੇਸਿਕਲੀ ਜਿਹੜਾ ਮੇਰਾ ਹੈ ਉਹ ਜਨਮ ਤਾਂ ਚੰਡੀਗੜ੍ਹ ਦਾ ਹੀ ਹੈਗਾ, ਔਰ ਉਹਦਾ ਕਾਰਨ ਕੀ ਹੈ ਕਿ ਟੈਗੋਰ ਦੇ ਕੋਲ ਸਾਡਾ ਘਰ ਸੀਗਾ, ਟੈਗੋਰ ਤੋਂ 500 ਮੀਟਰ ਦੀ ਦੂਰੀ ਦੇ ਉੱਤੇ ਹੀ।
ਜਦੋਂ ਘਰ ਦੇ ਵਿੱਚ ਟੈਲੀਵਿਜ਼ਨ ਨਹੀਂ ਸੀ ਤੇ ਕਿਸੇ ਦੇ ਘਰ ਜਾਣਾ ਪੈਂਦਾ ਸੀਗਾ, ਤੇ ਜਦੋਂ ਉੱਥੇ ਕੋਈ ਐਂਟਰੀ ਨਾ ਮਿਲਦੀ ਸੀ ਤੇ ਟੈਗੋਰ ਦੇ ਨਾਲ ਹੀ ਹਾਕੀ ਸਟੇਡੀਅਮ ਹੈਗਾ, ਤੇ ਅਸੀਂ ਹਾਕੀ ਸਟੇਡੀਅਮ ਆ ਜਾਂਦੇ ਸੀ। ਜੇ ਹਾਕੀ ਸਟੇਡੀਅਮ ਨਹੀਂ ਖੇਡਣ ਨੂੰ ਮਿਲਿਆ ਤੇ ਅਸੀਂ ਕਦੀ ਇੱਕ ਦਿਨ ਅਚਾਨਕ ਟੈਗੋਰ 'ਚ ਚਲੇ ਗਏ ਔਰ ਉੱਥੋਂ ਦੀ ਰੈਗੂਲਰ ਟੈਗੋਰ 'ਚ ਜਾਣਾ ਸ਼ੁਰੂ ਹੋ ਗਿਆ ਔਰ ਟੈਗੋਰ ਦੇ ਨਾਲ ਬਚਪਨ ਤੋਂ ਹੀ ਏਦਾਂ ਜੋੜ ਜਿਹੜਾ ਹੈ ਮਿਲਣਾ ਸ਼ੁਰੂ ਹੋ ਗਿਆ ਸਾਡਾ। ਔਰ ਜਿੱਥੇ ਤੱਕ ਪਰਿਵਾਰਿਕ ਤੌਰ ਦੇ ਉੱਤੇ ਗੱਲ ਇਹ ਹੈ ਕਿ ਮੈਂ ਸ਼ਿਵ ਕੁਮਾਰ ਬਟਾਲਵੀ ਦਾ ਕਜ਼ਨ ਹੈਗਾ ਔਰ ਵਰਿੰਦਰ ਤਾਰਾ ਜੀ ਮੇਰੇ ਜੀਜਾ ਜੀ ਸੀ ਔਰ ਜਿਹੜੇ ਸੌਂਗ ਐਂਡ ਡਰਾਮਾ ਦੇ ਵਿੱਚ ਡਿਵੀਜ਼ਨ ਦੇ ਵਿੱਚ ਡਿਪਟੀ ਡਾਇਰੈਕਟਰ। ਜਦੋਂ ਉਹ ਲਾਈਟ ਐਂਡ ਸਾਊਂਡ ਕਰਦੇ ਸੀਗੇ ਅੰਮ੍ਰਿਤਸਰ ਸਿਫਤੀ ਦਾ ਘਰ ਔਰ ਇਹ ਉਨ ਦਿਨਾਂ 'ਚ ਅਸੀਂ ਹੁੰਦੇ ਤਾਂ ਬੱਚੇ ਹੀ ਸੀਗੇ, ਲੇਕਿਨ ਉਹ ਲੈ ਜਾਂਦੇ ਸੀ ਸਾਨੂੰ ਤੇ ਅਸੀਂ ਵੀ ਇੱਕ ਮੰਚ ਤੋਂ ਉੱਥੇ ਜਦੋਂ ਚੰਡੀਗੜ੍ਹ ਹੁੰਦਾ ਸੀ ਕਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਔਰ 22 ਸੈਕਟਰ ਦੀ ਰਾਮਲੀਲਾ ਦੇ ਵਿੱਚ ਉਹ ਰਾਮ ਦਾ ਪਾਠ ਵੀ ਕਰਦੇ ਤੇ ਬਚਪਨ ਦੇ ਵਿੱਚ ਇਸ ਤਰੀਕੇ ਨਾਲ ਜੋ ਰਾਮਲੀਲਾ 'ਚ ਕਦੀ ਦੇਖਿਆ ਇੱਛਾ ਹੁੰਦੀ ਸੀ ਵੀ ਅਸੀਂ ਵੀ ਕੁਛ ਇਸ 'ਚ ਪਾਰਟ ਕਰੀਏ, ਹੋਰ ਨਹੀਂ ਤਾਂ ਹਨੂੰਮਾਨ ਜਾਂ ਰਾਵਣ ਦੀ ਸੈਨਾ ਦੇ ਵਿੱਚ ਹੀ ਮਾੜਾ ਜਿਹੀ ਵਰਦੀ ਪਾ ਕੇ ਚੱਲ ਜਾਈਏ, ਯੂਨੀਫਾਰਮ ਪਾ ਕੇ ਕਾਸਟਿਊਮ ਪਾ ਕੇ ਚਲੇ ਜਾਈਏ, ਏਦਾਂ ਦੀ ਇੱਛਾ ਦੇ ਨਾਲ। ਲੇਕਿਨ ਮੈਂ ਰਾਮਲੀਲਾ 'ਚ ਕਦੀ ਪਾਰਟ ਕੀਤਾ ਨਹੀਂ, ਐਕਟ ਨਹੀਂ ਕਦੀ ਕੀਤਾ, ਬਟ ਏਦਾਂ ਰਿਹਾ। ਤੇ ਉਹ ਜਦੋਂ ਬਚਪਨ ਦੇ ਵਿੱਚ ਛੋਟੇ-ਛੋਟੇ ਹੁੰਦੇ ਸੀ, ਥੜੇ ਤੇ ਮੰਜੀਆਂ ਰਾਤ ਨੂੰ ਸੌਣ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਸੀਗਾ ਵੀ 2 ਸਾਈਡ ਤੇ ਮੰਜੀਆਂ ਖੜੀਆਂ ਕਰ ਦਿਓ, ਇਹਨਾਂ ਨੂੰ ਵਿੰਗਸ ਬਣ ਜਾਂਦੇ ਨੇ, ਹਨਾ? ਤੇ ਪਰ ਉਦੋਂ ਏਦਾਂ ਖੜੀਆਂ ਕਰਕੇ ਉਹ ਮੰਚ ਜਿਹਾ ਛੋਟਾ ਜਿਹਾ ਬਣਾ ਕੇ ਜਿਹੜਾ ਕੋਈ ਇੱਕ ਅੱਧਾ ਡਾਇਲੋਗ ਯਾਦ ਹੁੰਦਾ ਸੀਗਾ ਉਹ ਬੋਲ ਦੇਈਦਾ ਸੀ। ਮਾਂ-ਬਾਪ ਦੇਖ ਲੈਂਦੇ ਸੀ, ਇੱਕ ਅੱਧਾ ਕੋਈ ਪੜੋਸੀ ਦੇਖ ਲੈਂਦਾ ਸੀ ਤੇ ਸਾਨੂੰ ਲੱਗਦਾ ਸੀ ਹੁਣ ਸਮਝ ਆਉਂਦੀ ਹੈ ਕਿ ਉਹ ਦਰਸ਼ਕ ਸਾਡੇ ਲਈ ਉਹੀ ਹੁੰਦੇ ਸੀਗੇ। ਤੇ ਜਾਂ ਉਸ ਸਮੇਂ ਦੇ ਵਿੱਚ ਉਹ ਬਚਪਨ ਦੀ ਖੇਡ ਦੇ ਵਿੱਚ ਹੀ ਕਦੋਂ ਸਾਨੂੰ ਉਸ ਤਰ੍ਹਾਂ ਦਾ ਇਨਵਾਇਰਮੈਂਟ ਮਿਲਣਾ ਸ਼ੁਰੂ ਹੋ ਗਿਆ, ਕਦੋਂ ਬਚਪਨ ਤੋਂ ਹੀ ਅਸੀਂ ਟੈਗੋਰ ਥੀਏਟਰ ਦੇ ਵਿੱਚ ਜਾਣਾ ਸ਼ੁਰੂ ਕਰਤਾ, ਕਦੋਂ ਉੱਥੇ ਬਚਪਨ ਦੇ ਵਿੱਚ ਹੀ ਕਿਸੇ ਗਰੁੱਪ ਨੇ ਜਾਂ ਕਿਸੇ ਆਫਿਸ ਦਾ ਜਿਹੜਾ ਕਲਚਰਲ ਗਰੁੱਪ ਹੁੰਦਾ ਜਿਹਦੇ 'ਚ ਛੋਟੀ ਸਕਿਟਸ ਹੁੰਦੀਆਂ ਹੈਗੀਆਂ, ਉਹਨਾਂ ਦੇ ਵਿੱਚ ਅਸੀਂ ਹਿੱਸਾ ਲੈਣਾ ਸ਼ੁਰੂ ਕਰਤਾ। ਇਹ ਬਚਪਨ ਦੇ ਦੌਰ ਦੇ ਵਿੱਚ ਹੀ ਸ਼ੁਰੂ ਹੋ ਗਿਆ ਔਰ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸ਼ਿਵ ਬਟਾਲਵੀ ਜੀ ਦਾ ਘਰੇ ਆਉਣਾ, ਵਰਿੰਦਰ ਤਾਰਾ ਜੀ ਦਾ, ਤੇ ਇਸ ਕਰਕੇ ਥੀਏਟਰ ਦੇ ਤੌਰ ਦੇ ਉੱਤੇ ਮੈਨੂੰ ਬੇਸਿਕਲੀ ਜਦੋਂ ਮੈਂ ਮੈਟ੍ਰਿਕ 'ਚ ਹੀ ਪਹੁੰਚਿਆ ਹੋਵਾਂਗਾ, ਉਦੋਂ ਤੱਕ ਮੇਰਾ ਵਿਜ਼ਨ ਬਿਲਕੁਲ ਕਲੀਅਰ ਸੀਗਾ ਕਿ ਮੈਂ ਇੰਡੀਅਨ ਥੀਏਟਰ ਜੁਆਇਨ ਕਰਨਾ ਹੈਗਾ ਜਾਂ ਐਨਐਸਡੀ ਜਾਣਾ ਹੈਗਾ। ਇਹ ਮਤਲਬ ਉਸ ਦੌਰਾਨ ਬਚਪਨ 'ਚ ਹੀ ਮੇਰੇ ਇਸ ਸਟੱਡੀ ਦੇ ਦੌਰਾਨ ਬਿਲਕੁਲ ਕਲੀਅਰ ਸੀਗਾ ਵੀ ਜਾਣ ਦਾ। ਲੇਕਿਨ ਅਨਫੋਰਚੂਨੇਟਲੀ ਕਿ ਉਸ ਦੌਰਾਨ ਮੇਰੇ ਫਾਦਰ ਜਿਹੜੇ ਹੈ ਬਹੁਤ ਜ਼ਿਆਦਾ ਬਿਮਾਰ ਰਹੇ, ਲੰਬੀ ਬਿਮਾਰੀ ਤੋਂ ਬਾਅਦ 80 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ, ਡੈਥ ਹੋ ਗਈ ਔਰ ਮੈਂ ਘਰ ਦੇ ਵਿੱਚ ਵੱਡਾ ਸੀਗਾ। ਮੇਰੀ 3 ਸਿਸਟਰ, ਬ੍ਰਦਰ ਛੋਟੇ ਸੀ, ਮਦਰ ਸੀ, ਮੇਰੇ ਇੱਕ ਬੈਚਲਰ ਤਾਇਆ ਜੀ ਵੀ ਸੀਗੇ ਤੇ ਉਹ ਫੈਮਿਲੀ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਮੇਰੇ ਸਿਰ ਤੇ ਪਈ ਔਰ ਉਦੋਂ ਉਮਰ 'ਚ ਮੈਂ ਲਗਭਗ 16.5 ਸਾਲ ਦਾ ਸੀ, 17 ਦਾ ਜਦੋਂ ਮੇਰੇ ਫਾਦਰ ਐਕਸਪਾਇਰ ਹੋਏ ਤੇ ਕੰਪੈਸ਼ਨੇਟ ਗਰਾਊਂਡ ਦੇ ਵਿੱਚ ਜਦੋਂ ਜੌਬ ਮਿਲਣੀ ਸੀ ਤੇ ਮੈਂ ਕਿਉਂਕਿ ਮੈਂ ਉਸ ਟਾਈਮ ਵੀ ਬਹੁਤ ਕਲੀਅਰ ਸੀ ਕਿ ਮੈਂ ਡਿਪਾਰਟਮੈਂਟ 'ਚ ਜਾਣਾ ਹੈ ਜਾਂ ਮੈਂ ਇਹ ਫੀਲਡ ਨੂੰ ਅਪਣਾਉਣਾ ਹੈ ਵੀ ਮੈਂ ਜੌਬ ਨਹੀਂ ਕਰਨੀ ਤੇ ਜੌਬ ਮੇਰੀ ਕਿਸੇ ਸਿਸਟਰ ਨੂੰ ਲਵਾ ਦਿਓ। ਤੇ ਹਾਂ, ਸਭ ਨੇ ਸਮਝਾਇਆ ਕਿ ਦੇਖੋ ਤੁਹਾਡੀ ਸਿਸਟਰ ਹੈ, ਕੱਲ ਨੂੰ ਉਹਦੀ ਮੈਰਿਜ ਹੋ ਜਾਏਗੀ 2 ਸਾਲ ਬਾਅਦ, ਫਿਰ ਉਹ ਆਪਣੇ ਘਰ ਚੱਲ ਜਾਏਗੀ, ਫਿਰ ਜ਼ਿੰਮੇਵਾਰੀ ਘਰ ਦਾ ਕੌਣ ਚੁੱਕੇਗਾ, ਫਿਰ ਜੇ ਦੂਜੀ ਹੈ ਦੂਜੀ ਵਿਆਹ ਹੋ ਕੇ ਉੱਧਰ ਚੱਲ ਜਾਏਗੀ। ਅਲਟੀਮੇਟ ਉਹ ਸਾਰੀ ਗੱਲ ਜਿਹੜੀ ਮੈਨੂੰ ਸਮਝਾਈ ਗਈ ਮੈਨੂੰ ਠੀਕ ਤਰੀਕੇ ਨਾਲ ਸਮਝ ਆਈ ਔਰ ਮੈਂ ਜੌਬ ਜਿਹੜੀ ਹੈ ਜੁਆਇਨ ਕਰ ਜੌਬ ਦੇ ਨਾਲ ਹੀ ਫਿਰ ਇਵਨਿੰਗ ਕਾਲਜ ਜਿਹੜਾ ਹੈ ਯੂਨੀਵਰਸਿਟੀ ਦੇ ਵਿੱਚ ਇੰਡੀਅਨ ਥੀਏਟਰ ਡਿਪਾਰਟਮੈਂਟ ਦੇ ਸਾਹਮਣੇ ਹੀ ਸੀਗਾ, ਜਿਹੜਾ ਇੰਗਲਿਸ਼ ਬਲਾਕ ਦੇ ਵਿੱਚ ਹੀ ਕਲਾਸਾਂ ਲੱਗਦੀਆਂ ਸੀ ਲਾਅ ਡਿਪਾਰਟਮੈਂਟ ਦੇ ਵਿੱਚ। ਉੱਥੇ ਜਾਣਾ ਸ਼ਾਮ ਨੂੰ, ਉੱਥੇ ਹੀ ਨਾਟਕਾਂ ਦੀ, ਯੂਥ ਫੈਸਟੀਵਲ ਦੀਆਂ ਰਿਹਰਸਲਾਂ, ਉਹ ਤੋਂ ਬਾਅਦ ਇੰਡੀਅਨ ਥੀਏਟਰ ਦੇ ਨਾਲ ਲੋਕਾਂ ਨਾਲ ਮਿਲਣਾ ਜੁਲਣਾ ਉਹ ਲਗਾਤਾਰ ਚੱਲਦਾ। ਉਸ ਦੌਰਾਨ ਤੋਂ ਲੈ ਕੇ ਹੁਣ ਤੱਕ ਕੇਵਲ ਜੀ ਮੈਂ ਮਤਲਬ ਨਾ ਤਾਂ ਡਿਪਾਰਟਮੈਂਟ ਕਿਤੇ ਜੁਆਇਨ ਕਰ ਸਕਿਆ ਛੁੱਟੀ ਲੈ ਕੇ ਆਫਿਸ ਤੋਂ, ਨਾ ਐਨਐਸਡੀ ਵੱਲ ਕਿਤੇ
ਇੱਦਾਂ ਵੋਕੇਸ਼ਨਲ ਲੀਵ ਲੈ ਕੇ ਜੁਆਇਨ ਨਹੀਂ ਕਰ ਸਕਿਆ, ਲੇਕਿਨ ਇੱਦਾਂ ਮੇਰੀ ਇੱਛਾ ਬਚਪਨ ਤੋਂ ਰਹੀ, ਹਜੇ ਤੱਕ ਵੀ ਉਹ ਪੂਰੀ ਨਹੀਂ। ਲੇਕਿਨ ਮੇਰਾ ਜਿਹੜਾ ਥੀਏਟਰ ਦਾ ਸਫ਼ਰ ਹੈ ਉਹ ਨਿਰੰਤਰ ਚੱਲਦਾ ਰਿਹਾ। ਉਸ ਦੇ ਵਿੱਚ ਮੈਂ ਅਗਰ ਕਹਾਂ ਕਿ ਇਸ ਪੂਰੇ ਸਮੇਂ ਦੇ ਵਿੱਚ ਕਿਤੇ ਵੀ ਕੋਈ ਬ੍ਰੇਕ ਨਹੀਂ ਹੈ, ਕੋਈ 1 ਸਾਲ ਦਾ, 6 ਮਹੀਨੇ ਦਾ ਮੈਂ ਕਿਤੇ ਛੱਡਤਾ ਹੋਵੇ। ਮੈਂ ਮਤਲਬ ਉਸ ਪੈਸ਼ਨ ਨੂੰ ਜ਼ਿੰਦਾ ਰੱਖਿਆ ਹਰ ਤਰੀਕੇ ਦੇ ਨਾਲ। ਮੈਨੂੰ ਬਚਪਨ ਤੋਂ ਹੀ ਇੱਛਾ ਸੀਗੀ। ਫਿਰ ਇੱਕ ਸਮੇਂ ਇਹ ਵੀ ਆਇਆ ਕਿ ਕਿ ਕਿਉਂ ਨਾ ਜਦੋਂ ਦੂਰਦਰਸ਼ਨ ਆਇਆ, ਦੂਰਦਰਸ਼ਨ ਦਾ ਆਡੀਸ਼ਨ ਕਲੀਅਰ ਕਰ ਲਿਆ, ਰੇਡੀਓ ਸਟੇਸ਼ਨ ਦਾ ਜਿਹੜਾ AIR ਦਾ ਜਲੰਧਰ ਦਾ, ਸਾਰੇ ਉਹਦਾ ਵੀ ਮੈਂ ਕੈਜੂਅਲ ਆਰਟਿਸਟ ਦੇ ਤੌਰ ਤੇ ਲਗਾਤਾਰ ਕੰਮ ਕਰਦਾ ਰਿਹਾ, ਲਗਭਗ 1988 ਆਲਮੋਸਟ ਲਗਾਤਾਰ ਕਰਦਾ ਰਿਹਾ ਵਿੱਚ ਵੀ। ਜਲੰਧਰ ਜਾਣਾ ਪੈਂਦਾ ਸੀਗਾ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਸੀ ਕਿ ਸਮੇਂ ਨਾ ਹੋਣ ਕਰਕੇ ਜਾਂ ਛੁੱਟੀ ਅਵੇਲੇਬਲ ਨਹੀਂ ਕਰ ਪਾਉਂਦਾ ਸੀਗਾ, ਜਾਂ ਛੁੱਟੀਆਂ ਨਾ ਹੋਣ ਕਰਕੇ, ਤੇ ਕਈ ਵਾਰੀ ਨਹੀਂ ਵੀ ਜਾਂਦਾ ਸੀਗਾ। ਵਿੱਚ ਇੱਕ ਸਮੇਂ ਮੈਂ ਮੁੰਬਈ ਵੀ ਗਿਆ। ਮੁੰਬਈ ਵੀ ਜਾਣ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੈਂ ਇੱਥੇ ਸਰਵਾਈਵ ਨਹੀਂ ਕਰ ਸਕਦਾ ਔਰ ਮੈਂ ਆਪਣੀ ਫੈਮਿਲੀ ਨੂੰ ਘਰੇ ਫੀਡ ਨਹੀਂ ਕਰ ਸਕਦਾ। ਇਸ ਲਈ ਮੇਰੇ ਲਈ ਬਿਹਤਰ ਹੈ ਕਿ ਮੈਂ ਆਪਣੇ ਸ਼ਹਿਰ ਵਿੱਚ ਰਹਿ ਕੇ ਉੱਥੇ ਰੰਗਮੰਚ ਦਾ ਕੰਮ ਕਰਾਂ। ਦਿਨ ਦੀ ਮੇਰੀ ਜੌਬ ਹੈ, ਸ਼ਾਮ ਦੀ ਈਵਨਿੰਗ ਸਟੱਡੀ ਹੈ, ਈਵਨਿੰਗ ਸਟੱਡੀ ਤੋਂ ਬਾਅਦ ਸ਼ਾਮ ਦੀ ਰਿਹਰਸਲ ਹੈ, ਔਰ ਮੇਰਾ ਸਾਰੀ ਜਿਹੜੀ ਫੈਮਿਲੀ ਹੈ ਉਹ ਇੱਕ ਸਮੂਥ ਢੰਗ ਨਾਲ ਚੱਲ ਸਕਦੀ ਹੈ। ਇਹਦੇ ਵਿੱਚ ਬਹੁਤ ਕੁਝ ਨਾਟਕ ਦੇ ਮਾਧਿਅਮ ਨਾਲ ਮੈਂ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦਾ, ਬਹੁਤ ਕੁਝ ਸਿੱਖ ਸਕਦਾ ਜਿਹੜਾ ਆਪਾਂ ਚਾਹੁੰਦੇ ਹਾਂ ਇਸ ਦੇ ਮਾਧਿਅਮ ਨਾਲ ਨਾ। ਉਹ ਪ੍ਰੋਸੈਸ ਮੇਰਾ ਕੰਟੀਨਿਊ ਅੱਜ ਵੀ ਲਗਾਤਾਰ ਚੱਲਦਾ ਹੈ, ਔਰ ਇਸੇ ਯਤਨ ਦੇ ਵਿੱਚ ਮੈਂ 88 ਦੇ ਵਿੱਚ ਪਹਿਲੇ ਇਸ ਤਰ੍ਹਾਂ ਸੀਗਾ ਕਿ ਦਿਲ ਕਰਦਾ ਹੈ ਕਿ ਹਰ ਇੱਕ ਨਾਲ ਕੰਮ ਕਰੀਏ, ਚਾਹੇ ਰਾਣੀ ਬਲਬੀਰ ਜੀ ਹੈ, ਉਹਨਾਂ ਨਾਲ ਵੀ ਕੰਮ ਕੀਤਾ, ਉਮੇਸ਼ ਕਾਂਤ ਹੈ, ਨੀਲਮ ਮਾਨ ਸਿੰਘ ਹੈ, BP ਸਿੰਘ ਜੀ, ਕਮਲ ਵਿਦਰੋਹੀ, ਜਿੰਨੇ ਵੀ ਲੋਕ ਸੀ ਉਹਨਾਂ ਸਭ ਦੇ ਨਾਲ, ਜਿਹਨੇ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਉਸ ਟਾਈਮ ਜਿੰਨੇ ਐਕਟਿਵ ਥੀਏਟਰ ਗਰੁੱਪ ਸੀਗੇ, ਸਭ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਰਾਕੇਸ਼ ਦੱਤਾ ਸੀ, ਸਾਰਿਆਂ ਦੇ ਨਾਲ ਕੰਮ ਕਰਨ ਦਾ ਜ਼ਰੂਰ ਮੌਕਾ ਮਿਲਿਆ। ਲੇਕਿਨ ਉਹ ਸਮਾਂ ਐਸਾ ਸੀਗਾ ਕੇਵਲ ਜੀ ਕਿ ਸਾਲ ਦੇ ਵਿੱਚ ਇੱਕ ਅੱਧਾ ਕੋਈ ਨਵਾਂ ਨਾਟਕ ਹੁੰਦਾ ਸੀ। ਹਰ ਸੰਸਥਾ ਦਾ ਕੋਈ ਇੱਕ ਅੱਧਾ ਹੀ ਨਾਟਕ ਕਰ ਪਾਉਂਦੀ ਸੀ ਸੰਸਥਾ ਜੀ, ਜਿਹੜਾ ਵੀ ਕੋਈ, ਕਿਉਂਕਿ ਉਹ ਵੀ ਜ਼ਿਆਦਾਤਰ ਸਰਵਾਈਵ ਜਿਹੜੇ ਹੈ ਅਦਰਸ ਕੰਮ ਦੇ ਉੱਤੇ ਕਰਦੇ ਸੀ। ਕੋਈ ਜੌਬ ਦੇ ਵਿੱਚ ਸੀਗਾ, ਇਸ ਤਰ੍ਹਾਂ ਸੀ, ਕੋਈ ਬੈਂਕ ਦਾ EMPLOYE ਸੀਗਾ। ਔਰ ਜਿਹੜੇ ਦਿਨ ਹੁੰਦੇ ਸੀਗੇ ਨਾਟਕ ਦੇ, ਉਹ ਲਗਭਗ ਇਹੀ ਸਪਟੈਂਬਰ, ਅਕਤੂਬਰ, ਨਵੰਬਰ, ਦਸੰਬਰ ਦੇ ਇਹ ਦਿਨ ਹੁੰਦੇ ਸੀ ਜਿਨ ਦਿਨਾਂ ਦੇ ਵਿੱਚ ਸਭ ਲੋਕ ਐਕਟਿਵ ਹੁੰਦੇ। ਔਰ ਉਹ ਤੋਂ ਬਾਅਦ ਬਹੁਤ ਜ਼ਿਆਦਾ ਸਰਦੀ ਸ਼ੁਰੂ ਹੋ ਜਾਂਦੀ ਸੀ। ਬਰਸਾਤਾਂ ਦੇ ਵਿੱਚ ਬਰਸਾਤ ਕਰਕੇ ਜ਼ਿਆਦਾ ਕੋਈ ਨਵਾਂ ਨਾਟਕ ਨਹੀਂ ਸੀ ਸ਼ੁਰੂ ਹੁੰਦਾ, ਰਿਹਰਸਲ ਸ਼ੁਰੂ ਹੁੰਦੀ। ਫਿਰ ਐਗਜ਼ਾਮ ਦੇ ਦਿਨ ਹੁੰਦੇ ਸੀ ਮਾਰਚ ਵਗੈਰਾ ਦੇ, ਇਸ ਕਰਕੇ ਨਹੀਂ ਸੀ ਹੁੰਦੇ। ਕੁੱਲ ਮਿਲਾ ਕੇ ਅਗਰ ਦੇਖਿਆ ਜਾਏ ਤੇ ਇਹੀ 3-4 ਮਹੀਨੇ ਜਿਹੜਾ ਹੈ ਇੱਕ ਬੜਾ ਅੱਛਾ ਪਲੇਜ਼ੈਂਟ ਮੌਸਮ ਹੁੰਦਾ ਸੀਗਾ, ਜਿਹਦੇ ਵਿੱਚ ਕਿ ਸਭ ਗਰੁੱਪ ਐਕਟਿਵ ਹੁੰਦੇ ਸੀ ਔਰ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਸੀ। ਔਰ ਸਾਨੂੰ ਇਹ ਲੱਗਦਾ ਸੀ ਕਿ ਉਹ ਤੋਂ ਬਾਅਦ ਅਸੀਂ ਫ੍ਰੀ ਹੋ ਜਾਂਦੇ ਹਾਂ। ਉਹ ਤੋਂ ਬਾਅਦ ਜਾਂ ਮਤਲਬ ਅਸੀਂ ਚਾਹੁੰਦੇ ਸੀ ਕਿ ਲਗਾਤਾਰ ਕੰਮ ਕਰੀਏ, ਲਗਾਤਾਰ ਹੋ ਨਹੀਂ ਸੀ ਪਾਉਂਦਾ। ਇਸ ਕਰਕੇ 1988 ਦੇ ਵਿੱਚ ਅਸੀਂ ਕੁਝ ਦੋਸਤਾਂ ਨੇ ਬੈਠ ਕੇ ਸੋਚਿਆ ਵੀ ਅਸੀਂ ਆਪਣਾ ਇੱਕ ਗਰੁੱਪ ਬਣਾਈਏ। ਆਉਣ ਦਾ ਮਤਲਬ ਇਹ ਨਹੀਂ ਸੀ ਕਿ ਕਿਉਂ ਬਣਾਉਣਾ, ਇਹ ਇਸ ਕਰਕੇ ਬਣਾਉਣਾ ਹੈ ਵੀ ਜਦੋਂ ਕਿਤੇ ਕੰਮ ਨਹੀਂ ਹੋ ਰਿਹਾ ਉਸ ਦੌਰਾਨ ਅਸੀਂ ਆਪਣਾ ਕੰਮ ਸ਼ੁਰੂ ਕਰ ਦਈਏ, ਕਿ ਉਸ ਨੂੰ ਲਗਾਤਾਰ ਕੰਮ ਕਰਾਂ ਦਾ ਇਸ ਤਰੀਕਾ ਬਣਾਈਏ। 10 ਸਾਲ ਉਹ ਲਗਾਤਾਰ ਅਸੀਂ 88 ਤੋਂ 98 ਤੱਕ ਕੀਤਾ। ਫਿਰ 98 ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਵੀ ਇਹਦੀ ਰਜਿਸਟ੍ਰੇਸ਼ਨ ਵੀ ਹੋਣੀ ਚਾਹੀਦੀ ਹੈ। ਔਰ 99 ਦੇ ਵਿੱਚ ਅਸੀਂ ਇਸ ਨੂੰ ਫਾਰਮਲ ਤੌਰ ਦੇ ਉੱਤੇ ਰਜਿਸਟਰਡ ਕਰਾਇਆ, ਔਰ ਉਹ ਰਜਿਸਟਰਡ ਤੋਂ ਬਾਅਦ ਫਿਰ ਲਗਾਤਾਰ 2003 ਤੋਂ ਅਸੀਂ ਥੀਏਟਰ ਫੈਸਟੀਵਲ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ। ਔਰ ਜੇ ਤੁਸੀਂ ਉਦੋਂ ਦੌਰਾਨ ਦੇਖੋ 2003 ਤੋਂ ਪਹਿਲਾਂ ਜਾਂ 2000 ਤੋਂ ਪਹਿਲਾਂ ਇਸ ਸ਼ਹਿਰ ਦੇ ਵਿੱਚ ਜਾਂ ਆਪਣੇ ਪੂਰੇ ਪੰਜਾਬ ਦੇ ਵਿੱਚ ਵੀ ਥੀਏਟਰ ਫੈਸਟੀਵਲ ਬਹੁਤ ਘੱਟ ਹੁੰਦੇ ਸੀ, ਨਾ ਦੇ ਬਰਾਬਰ ਹੁੰਦੇ ਸੀ।
ਉੱਥੇ ਹੁੰਦੇ ਵੀ। ਜਦੋਂ 98-99 ਦੇ ਦੌਰਾਨ ਜਦੋਂ ਭਾਰਤ ਰੰਗ ਮਹੋਤਸਵ ਵੀ ਸ਼ੁਰੂ ਹੋਇਆ, ਉਸ ਦੌਰਾਨ ਅਸੀਂ ਵੀ ਜਾ ਕੇ ਉੱਥੇ ਜਾਂਦੇ ਸੀਗੇ। ਦੁਪਹਿਰ ਨੂੰ ਇੱਥੋਂ ਦੀ ਬੱਸ 'ਚ ਬੈਠਣਾ, ਉੱਥੇ ਜਾਣਾ, ਨਾਟਕ ਦੇਖਣਾ, ਰਾਤ ਨੂੰ ਨਾਟਕ ਦੇਖ ਕੇ ਫਿਰ ਵਾਪਿਸ ਆ ਜਾਣਾ। ਅਗਲੇ ਦਿਨ ਆਫਿਸ ਜੁਆਇਨ ਕਰਨਾ, ਫਿਰ ਜਿਸ दिन जाना ਹੋਏ ਫਿਰ ਦੁਪਹਿਰ ਨੂੰ ਇਸ ਤਰ੍ਹਾਂ ਜਾ ਕੇ ਇਹ ਰੂਟੀਨ ਚੱਲੀ। ਔਰ ਫਿਰ ਇਹ ਵੀ ਹੁੰਦਾ ਸੀਗਾ ਕਿ ਵੀ ਹੁਣ ਅਸੀਂ ਕਿਹੜਾ ਨਾਟਕ ਦੇਖਣਾ, ਉਹ ਸ਼ਡਿਊਲ ਦੇਖ ਲਿਆ ਵੀ ਉਸ ਦਿਨ ਉੱਥੇ ਨਾਟਕ ਦੇਖਣ ਜਾਵਾਂਗੇ। ਇਸ ਦੌਰਾਨ ਇਹ ਜਿਹੜੀ ਯਾਤਰਾ ਸੀਗੀ, ਇਹਦੇ ਵਿੱਚ ਬੜੀ ਉਥਲ-ਪੁਥਲ ਹੁੰਦੀ ਮਨ ਦੇ ਵਿੱਚ ਆਉਂਦੇ ਔਰ ਜਾਂਦੇ ਸਮੇਂ ਕਿ ਸਾਡੇ ਸ਼ਹਿਰ ਵਿੱਚ ਕਿਉਂ ਨਹੀਂ ਹੁੰਦਾ ਅਸੀਂ ਫੈਸਟੀਵਲ ਐਡੀ ਦੂਰ ਆਉਂਦੇ ਹਾਂ। ਸਾਨੂੰ ਵੀ ਕੋਈ ਇਸ ਤਰੀਕੇ ਦਾ ਸਿਲਸਿਲਾ ਸ਼ੁਰੂ ਹੋਣਾ ਚਾਹੀਦਾ ਕਿ ਚੰਡੀਗੜ੍ਹ ਦੇ ਵਿੱਚ ਵੀ ਥੀਏਟਰ ਫੈਸਟੀਵਲ ਹੋਣਾ ਚਾਹੀਦਾ। ਉਸ ਦੌਰਾਨ ਸਾਨੂੰ ਇੱਕ ਚੀਜ਼ ਦਾ ਪਤਾ ਲੱਗਿਆ ਕਿ ਇੰਗਲੈਂਡ ਦੇ ਈਸਟ ਐਂਡ ਦੇ ਵਿੱਚ ਜਿਹੜਾ ਹੈ ਮਾਊਸ ਟ੍ਰੈਪ 1952 ਤੋਂ 56 ਤੋਂ ਲਗਾਤਾਰ ਚੱਲ ਰਿਹਾ ਉਹ ਨਾਟਕ, ਔਰ ਜਿਹੜਾ ਕਰੋਨਾ ਕਾਲ ਦੇ ਵਿੱਚ ਹੁਣ ਇਸ ਸਮੇਂ ਬੰਦ ਹੋਇਆ। ਕਿੰਨੇ ਉਸਦੇ ਐਕਟਰ, ਕਿੰਨੇ ਉਸਦੀ ਉਹ ਕਾਸਟ ਲਗਾਤਾਰ ਬਦਲਦੀ ਰਹੀ, ਲੇਕਿਨ ਉਹ ਨਾਟਕ ਦਾ ਲਗਾਤਾਰ ਜਿਹੜਾ ਹੈ ਸ਼ੋਅ ਹੋ ਰਿਹਾ। ਜਦੋਂ ਇਹ ਸਾਡੇ ਲਈ ਬਹੁਤ ਹੀ ਇੱਕ ਜਿਗਿਆਸਾ ਦਾ ਕਾਰਨ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਉਸ ਤੋਂ ਅਸੀਂ ਪ੍ਰੇਰਨਾ ਲੈ ਕੇ ਉਸ ਦਾ ਜਦੋਂ ਅਸੀਂ ਇਤਿਹਾਸ ਜਾਣਿਆ, ਸਾਨੂੰ ਲੱਗਿਆ ਕਿ ਸਾਨੂੰ ਵੀ ਕੁਝ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਥੀਏਟਰ ਦੇ ਨਾਂ ਤੇ ਆਡੀਅנס ਜ਼ਿਆਦਾ ਹੁੰਦੀ ਨਹੀਂ ਸੀ, 50-100 ਲੋਕ ਹੁੰਦੇ ਸੀ, ਤੇ ਅਸੀਂ ਇਹ ਸੋਚਿਆ ਕਿ ਕੋਰਟ ਮਾਰਸ਼ਲ ਇੱਕ ਨਾਟਕ ਹੈ, ਉਹਦੇ ਵਿੱਚ ਸਾਨੂੰ ਕੋਈ ਸੈੱਟ ਨਹੀਂ ਹੈ, ਕਿਸੇ ਜਗ੍ਹਾ ਤੇ ਹੋ ਸਕਦਾ ਹੈ, ਔਰ ਉਸ ਯੂਨੀਫਾਰਮ ਦਾ ਆਪਣਾ ਇੱਕ ਪ੍ਰਭਾਵ ਹੈਗਾ। ਇਸ ਕਰਕੇ ਅਸੀਂ ਉਸ ਨੂੰ ਸੋਚਿਆ ਕਿ ਜਲਦੀ ਅਸੀਂ ਕਰ ਸਕਦੇ। ਬਹੁਤ ਸਾਰੇ ਆਪਣੇ ਜਿਹੜੇ ਕਲਾਕਾਰ ਸਾਥੀ ਸੀਗੇ, ਬਹੁਤ ਸਾਰੇ ਸੀਨੀਅਰ ਜੀ ਦੁਨੀਆ 'ਚ ਵੀ ਨਹੀਂ ਹੈ, ਉਹਨਾਂ ਸਭ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ। ਉਹਨਾਂ ਨੇ ਕਿਹਾ, ਸੁਰੇਸ਼ ਜੀ ਬੜਾ ਉਪਰਾਲਾ ਅੱਛਾ ਹੈ, ਅਸੀਂ ਸ਼ਾਮ ਨੂੰ ਬੈਠਦੇ ਹਾਂ, ਬੈਠ ਕੇ ਅਸੀਂ ਗੱਲਬਾਤ ਇੱਧਰ ਉੱਧਰ ਦੀ ਕਰਕੇ ਨੈਗੇਟਿਵ ਸੋਚ ਨਾਲ ਇੱਕ ਦੂਜੇ ਨੂੰ ਬਾਰੇ ਗੱਲਾਂ ਕਰਕੇ ਚੱਲ ਜਾਂਦੇ ਹਾਂ। ਜੇ ਸ਼ਾਮ ਨੂੰ ਅਗਰ ਅਸੀਂ ਇਸ ਤਰ੍ਹਾਂ ਰੋਜ਼ ਬੈਠੀਏ ਔਰ ਰੋਜ਼ ਆਪਣਾ ਨਾਟਕ ਕਰਕੇ ਜਾਈਏ, ਸਾਨੂੰ ਲੱਗਦਾ ਹੈ ਵੀ ਇਹ ਸਾਡੇ ਲਈ ਰੰਗਮੰਚ ਲਈ ਔਰ ਰੰਗਕਰਮ ਲਈ ਬਹੁਤ ਵੱਡੀ ਤਪੱਸਿਆ, ਬੜਾ ਵੱਡਾ ਕੰਮ। ਜਦ ਕਿ ਇਹ ਬੜਾ ਔਖਾ ਕੰਮ ਲੱਗਦਾ ਸੀ ਕਿ ਕਿਸ ਤਰੀਕੇ ਨਾਲ ਕਿ ਰੋਜ਼ ਆਡੀਅנס ਦੇਖਣ ਆਏਗੀ, ਦਰਸ਼ਕ ਸਾਨੂੰ ਮਿਲੇਗਾ। ਦਰਸ਼ਕ ਅਸੀਂ ਸੋਚਦੇ ਸੀ ਵੀ ਪਹਿਲੀ ਹੈ ਨਹੀਂ, ਤੇ ਜੇ ਨਹੀਂ ਵੀ ਹੈ ਤਾਂ ਵੀ ਅਸੀਂ ਆਪਣਾ ਤਾਂ ਕਰਦੇ ਹੀ ਆ ਨਾ, ਭਾਵੇਂ ਪਰਦੇ ਦੇ ਪਿੱਛੋਂ ਦੇਖਦੇ ਹਾਂ ਵੀ ਕਿੰਨੇ ਲੋਕ ਆ ਗਏ, ਤੇ ਅਸੀਂ ਉਸ ਵੱਲ ਧਿਆਨ ਹੀ ਨਹੀਂ ਦੇਵਾਂਗੇ ਸਾਰੇ, ਤੇ ਆਪਣੇ ਕੰਮ ਨੂੰ ਲੱਗੇ ਰਹਾਂਗੇ। ਤੇ ਸਵੇਰੇ ਹੋਇਆ ਕਿ ਇਹ ਕਰਾਂਗੇ ਕਿੱਥੇ ਅਸੀਂ, ਕਿਹੜੀ ਅਸੀਂ ਜਗ੍ਹਾ ਮਿਲੇਗੀ। ਪੰਜਾਬ ਆਰਟ ਕੌਂਸਲ 'ਚ ਉਦੋਂ ਚੇਅਰਮੈਨ ਡਾਕਟਰ ਹਰਚਰਨ ਸਿੰਘ ਜੀ ਹੁੰਦੇ ਸੀ, ਸਕੱਤਰ ਜਨਰਲ HS ਸਾਹਿਬ ਹੁੰਦੇ ਸਨ। ਤੇ ਅਸੀਂ ਜਦੋਂ ਉਹਨਾਂ ਨਾਲ ਗੱਲ ਕੀਤੀ, ਤੇ ਉਹਨਾਂ ਨੇ ਪਹਿਲਾਂ ਤਾਂ ਬੜਾ ਮਤਲਬ ਸੋਚਿਆ ਔਰ ਹੱਸੇ ਵੀ ਇਸ ਤਰ੍ਹਾਂ ਹੁੰਦਾ ਹੈ, ਨਾਟਕ ਤਾਂ ਕੋਈ 2 ਦਿਨ ਨਹੀਂ ਦੇਖਣ ਆਉਂਦਾ, ਤੇ ਤੁਸੀਂ 1 ਸਾਲ ਦਾ ਸੋਚ ਲਿਆ ਜਾਂ 400 ਦਿਨ ਦਾ ਸੋਚ ਲਿਆ, ਸਵਾ ਸਾਲ ਸੋਚ ਲਿਆ। ਅਸੀਂ ਕਿਹਾ ਜੀ ਇਹ ਤਾਂ ਸਾਨੂੰ ਵੀ ਨਹੀਂ ਪਤਾ, ਅਸੀਂ ਵੀ ਕੋਸ਼ਿਸ਼ ਕਰਾਂਗੇ, ਤੇ ਬਸ ਸਾਨੂੰ ਤੁਸੀਂ ਪਰਮਿਸ਼ਨ ਦੇ ਦਿਓ, ਜਗ੍ਹਾ ਦੇ ਦਿਓ। ਕਲਾ ਭਵਨ ਦੇ ਵਿੱਚ ਐਡੀਟੋਰੀਅਮ ਉਦੋਂ ਹੁੰਦਾ ਨਹੀਂ ਸੀਗਾ। ਪਿਛਲਾ ਜਿਹੜਾ ਓਪਨ ਏਅਰ ਹੈ ਉਹ ਵੀ ਇੱਕ ਛੋਟਾ ਜਿਹਾ ਥੜਾ ਹੁੰਦਾ ਸੀਗਾ, ਇੱਕ ਸੈਂਟਰ 'ਚ ਇੱਕ ਪੇੜ ਹੁੰਦਾ ਸੀਗਾ, ਤੇ ਉਹ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਚਲੋ ਕਰ ਲਓ ਜਿੰਨੇ ਦਿਨ। ਉਹਨਾਂ ਨੂੰ ਵੀ ਇਹ ਉਮੀਦ ਸੀ ਕਿ ਹਫ਼ਤੇ ਬਾਅਦ, 10 ਦਿਨ ਬਾਅਦ ਇਹ ਵਿਚਾਰੇ ਆਪਣੇ ਆਪ ਜੀ ਥੱਕ ਹੀ ਜਾਣਗੇ। ਤੇ ਖੈਰ ਉਹਨਾਂ ਨੇ ਸਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਵੀ ਚਲੋ ਤੁਹਾਡੀ ਸੋਚ ਤਾਂ ਚੰਗੀ ਹੈ, ਤੇ ਕਰੋ ਤੁਸੀਂ। ਤੇ ਅਸੀਂ ਉਹ ਕਰਤਾ। 99 ਦੇ ਵਿੱਚ ਦਾ ਸਮਾਂ ਸੀਗਾ, ਉਹ 99 ਦਾ। ਉਹ ਇਸ ਕਰਕੇ ਵੀ ਇੰਟਰਸਟਿੰਗ ਸੀਗਾ, 99 ਦੇ ਵਿੱਚ ਉਦੋਂ ਇਹ ਸੀ ਕਿ ਇਹ ਸ਼ਤਾਬਦੀ ਦਾ ਅੰਤ ਹੋ ਰਿਹਾ, ਠੀਕ ਹੈ, ਔਰ ਨਵੀਂ ਸ਼ਤਾਬਦੀ 20ਵੀਂ ਖਤਮ ਹੋ ਰਹੀ ਹੈ, 21 ਸ਼ਤਾਬਦੀ ਦਾ ਉਦੇ ਕਿ ਜਿੰਨੇ ਵੀ ਅਸੀਂ ਟੀਵੀ ਦੇ ਵਿੱਚ ਪ੍ਰੋਗਰਾਮ ਦੇਖਣੇ ਜਾਂ ਜਿੰਨੇ ਵੀ ਬੜੇ ਲੋਕ ਦੇਖਣੇ, ਉਹਨਾਂ ਸਾਰਿਆਂ ਦਾ 21ਵੀਂ ਸਦੀ ਦਾ ਬੜਾ ਅੱਛਾ ਰੈਜ਼ੋਲੂਸ਼ਨ ਹੋਣਾ। ਉਸ ਰੈਜ਼ੋਲੂਸ਼ਨ ਦੇ ਵਿੱਚ ਇਹ ਸੀਗਾ ਕਿ ਅਸੀਂ ਇਸ ਵਾਰ ਚਾਂਦ ਤੇ ਜਾਵਾਂਗੇ, ਤਾਰੇ ਲਿਆਵਾਂਗੇ, ਫਲਾਣੇ ਕਰਾਂਗੇ। ਜਿਸ ਦਾ ਵੀ ਜੋ ਫੀਲਡ ਸੀਗਾ, ਉਸ ਫੀਲਡ ਦੇ ਬਹੁਤ ਸੁਨਹਿਰੀ ਰੈਜ਼ੋਲੂਸ਼ਨ ਸੀ।
ਔਰ ਕਿਸ ਤਰੀਕੇ ਨਾਲ ਹਰ ਇੱਕ ਦੇਸ਼ ਦੇ ਵਿੱਚ ਆਸਟ੍ਰੇਲੀਆ ਇਸ ਤਰੀਕੇ ਨਾਲ ਨਵਾਂ ਸੈਲੀਬ੍ਰੇਟ ਕਰੇਗਾ, ਇਹ ਇਸ ਤਰ੍ਹਾਂ ਸੈਲੀਬ੍ਰੇਟ ਕਰੇਗਾ। ਅਸੀਂ ਕਿਹਾ ਵੀ ਅਸੀਂ ਰੰਗ ਹੀ ਸੈਲੀਬ੍ਰੇਟ ਕਰਾਂਗੇ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿਹੜੀ ਅਸੀਂ ਜੌਬ ਕਰ ਰਹੇ ਹਾਂ, ਕਿਸ ਦਿਨ ਛੱਡੀਏ ਔਰ ਕਿਸ ਦਿਨ ਅਸੀਂ ਰੰਗਮੰਚ ਦੇ ਵਿੱਚੋਂ ਔਰ ਥੀਏਟਰ ਦੇ ਰਾਹੀਂ ਆਪਣੀ ਜੀਵਿਕਾ ਕਮਾ ਸਕੀਏ, ਇਹਦੇ 'ਚ ਸਰਵਾਈਵਲ ਸਾਨੂੰ ਲੱਭ ਸਕੇ। ਅਸੀਂ ਜਿਸ ਦਿਨ ਉਹ ਲੱਭ ਗਿਆ ਸਾਡੇ ਲਈ ਤਾਂ ਉਹੀ ਬਹੁਤ ਵੱਡੀ ਗੱਲ ਹੈ। ਔਰ ਇਹ ਸਭ ਤੋਂ ਵੱਡਾ ਕੰਮ ਸੀਗਾ। ਅਸੀਂ ਕਿਹਾ ਵੀ ਕਿਉਂ ਨਾ ਅਸੀਂ ਵੀ ਇਹੀ ਸੋਚਦੇ ਹੋਏ ਇਸ ਨੂੰ ਸ਼ੁਰੂ ਕੀਤਾ। ਜਿਹੜਾ ਹੈ ਸਾਨੂੰ ਇੰਸਪਾਇਰ ਕੀਤਾ, ਜਿਹੜਾ ਮਾਊਸ ਟ੍ਰੈਪ ਦਾ ਜਦੋਂ ਸਾਨੂੰ ਪਤਾ ਲੱਗਿਆ ਕਿ 1956 ਤੋਂ ਇਹ ਲਗਾਤਾਰ 52 ਤੋਂ ਲਗਾਤਾਰ ਇਹ ਨਾਟਕ ਚੱਲ ਰਿਹਾ। ਉਸ ਤੋਂ ਅਸੀਂ ਇੱਕ ਨਾਟਕ ਲਿੱਤਾ। ਨਾਟਕ ਦੀ ਜਿਹੜੀ ਹੈ ਸਾਨੂੰ ਪਰਮਿਸ਼ਨ ਕਲਾ ਪਰਿਸ਼ਦ ਨੇ ਦੇ ਦਿੱਤੀ, ਡਾਕਟਰ ਚਰਨ ਸਿੰਘ ਜੀ ਨੇ ਦੇ ਦਿੱਤੀ, ਐਚ.ਐਸ. ਭੱਟੀ ਜੀ ਨੇ ਦੇ ਦਿੱਤੀ। ਦੇਣ ਤੋਂ ਬਾਅਦ ਸਾਡਾ ਮਨ ਉਦੋਂ ਹੋਰ ਜ਼ਿਆਦਾ ਸਾਡਾ ਹੌਸਲਾ ਵੱਧ ਜਾਣਾ ਜਦੋਂ ਐਚ.ਐਸ. ਭੱਟੀ ਨਾਟਕ ਖਤਮ ਹੋਣ ਤੋਂ ਬਾਅਦ ਰਾਮਚੰਦਰ ਦੀ ਟੋਪੀ ਲੈ ਕੇ ਆਡੀਅנס ਦੇ ਅੱਗੇ ਐਂ ਖੜੇ ਹੋ ਜਾਂਦੇ ਸੀ ਵੀ ਤੁਸੀਂ ਇਹਦੇ ਵਿੱਚ ਜ਼ਰੂਰ ਕੁਛ ਨਾ ਕੁਛ ਸਹਿਯੋਗ ਦੇ ਕੇ ਜਾਓ, ਜਿਹੜਾ ਕਿ ਕਲਾਕਾਰਾਂ ਨੂੰ। ਫਿਰ ਉਹਨਾਂ ਨੇ ਕਿਹਾ ਵੀ ਦੇਖੋ ਇਹ ਮੈਂ ਜੇ ਕਰ ਰਿਹਾ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਬਹੁਤ ਵੱਡੀ ਗੱਲ ਕਰ ਰਿਹਾ। ਮੈਂ ਵੀ ਇਹ ਸਿੱਖਿਆ ਹੈ। ਪ੍ਰਿਥਵੀ ਰਾਜ ਕਪੂਰ ਖੁਦ ਪ੍ਰਿਥਵੀ ਥੀਏਟਰ ਦੇ ਵਿੱਚ ਨਾਟਕ ਤੋਂ ਬਾਅਦ ਥੱਲੇ ਸਟੇਜ ਤੇ ਬੈਠ ਜਾਂਦਾ ਸੀ ਤੇ ਆਪਣੀ ਕਮੀਜ਼ ਚੱਕ ਕੇ, ਚੱਗਾ ਚੱਕ ਕੇ, ਝੋਲੀ ਬਣਾ ਕੇ ਉਹਨੂੰ ਕਹਿੰਦਾ ਸੀ ਭਾਈ ਆਪਣਾ ਸਹਿਯੋਗ ਦਿਓ। ਇਹ ਰੰਗਮੰਚ ਦੀ ਰਵਾਇਤ ਹੈਗੀ ਹੈ, ਇਹ ਤੁਹਾਡੇ ਸਹਿਯੋਗ ਨਾਲ ਹੀ ਇਹ ਚੱਲ ਸਕਦਾ ਹੈਗਾ। ਇਹ ਜਦੋਂ ਭੱਟੀ ਸਾਹਿਬ ਗੱਲ ਕਰਦੇ ਸਾਨੂੰ ਇੱਕ ਗੱਲ ਸਮਝ ਆਈ ਕਿ ਜਿਹੜਾ ਰੰਗਮੰਚ ਹੈ, ਜਿਹੜਾ ਥੀਏਟਰ ਹੈ, ਉਹ ਜ਼ਿੰਦਾ ਤਾਂ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਸਰਕਾਰਾਂ ਦੇ ਸਹਿਯੋਗ ਦੇ ਨਾਲ ਇਹ ਜ਼ਿਆਦਾ ਦੇਰ ਨਹੀਂ ਚੱਲ ਸਕਦਾ, ਜਾਂ ਇੱਕ ਟਾਈਮ ਦੋ ਟਾਈਮ ਤੁਹਾਨੂੰ ਉਹਦੀ ਮਦਦ ਤਾਂ ਮਿਲ ਸਕਦੀ ਹੈ। ਅਗਰ ਲਗਾਤਾਰ ਇਸ ਦੇ ਬਾਰੇ ਚੱਲਣਾ ਹੈ ਤੇ ਇਹ ਲੋਕਾਂ ਦਾ ਸਹਿਯੋਗ, ਉਹ ਸਾਡਾ ਜਿਹੜਾ ਐਕਸਪੀਰੀਅੰਸ ਸੀ ਮੈਨੂੰ ਲੱਗਦਾ ਹੈ ਕਿ ਉਹ ਗੋਲਡਨ ਪੀਰੀਅਡ ਸੀ ਸਾਡੇ ਲਈ ਸਿੱਖਣ ਲਈ, ਇਹ ਸਾਰੀ ਚੀਜ਼ ਨੂੰ ਜਾਣਨ ਲਈ ਉਸ ਯਾਤਰਾ ਦੇ ਦੌਰਾਨ। ਇਹ ਕੇਵਲ ਜੀ 5 ਬੰਦੇ ਆਉਂਦੇ ਸੀਗੇ। 5 ਬੰਦਿਆਂ ਦੇ ਵਿੱਚ ਅਸੀਂ ਨਾਟਕ ਸ਼ੁਰੂ ਮੰਚ ਦੇ ਉੱਤੇ 15 ਬੰਦੇ ਅਸੀਂ ਐਕਟ ਕਰਨ ਨੂੰ ਤਿਆਰ ਹੋ ਜਾਏ। ਔਰ ਉਸ ਦੌਰਾਨ ਮਤਲਬ ਇਸ ਤਰ੍ਹਾਂ ਦੇ ਕਈ ਅਨੁਭਵ ਬਹੁਤ ਅੱਛੇ ਜਿਹੜੇ ਹੈ ਐਕਸਪੀਰੀਅੰਸ ਸਾਨੂੰ ਮਿਲੇ। ਇੱਕ ਵਾਰੀ 에ਅਰ ਫੋਰਸ ਦਾ ਜਿਹੜਾ ਏਰੀਆ ਹੈਗਾ, ਐਨ ਏਰੀਆ ਹੈ, ਉੱਥੇ ਕੀ ਏਰੀਆ ਹੈ ਆਰਮੀ, ਇਹ ਏਰੀਏ ਤੋਂ ਮਿਲਟਰੀ ਵਾਲੇ ਆ ਕੇ ਮਿਲਟਰੀ ਵਾਲੇ ਆ ਗਏ, ਆਰਮੀ ਵਾਲੇ ਆ ਕੇ ਤੇ ਸਾਨੂੰ ਵੀ ਪਹਿਲਾਂ ਲੱਗਿਆ ਵੀ ਪਤਾ ਨਹੀਂ ਭਾਈ ਅਸੀਂ ਰੋਜ਼ ਕਰ ਰਹੇ ਹਾਂ ਕਿਤੇ ਗਲਤ ਨਾ ਹੋਵੇ ਇਹ। ਤੇ ਉਹਦੇ ਵਿੱਚ ਕੁਛ ਨਾ ਕੁਛ ਐਸੀਆਂ ਗੱਲਾਂ ਤਾਂ ਹੈ ਕਿ ਜਿਹੜਾ ਸਾਨੂੰ ਐਂ ਲੱਗਦਾ ਹੈ ਕਿ ਆਫਿਸਰਸ ਦੇ ਅਗੇਂਸਟ ਨਾ ਕੁਛ ਜਾਂਦਾ ਹੋਏ, ਜਾਂ ਇੰਡੀਅਨ ਆਰਮੀ ਦੇ ਕੁਛ ਅਸੀਂ ਅਗੇਂਸਟ ਤਾਂ ਨਹੀਂ ਕੋਈ ਕਿਸੇ ਨੂੰ ਇਸ ਤਰ੍ਹਾਂ ਫੀਲ ਹੋਇਆ। ਕਰਨਲ ਸਾਹਿਬ ਸੀਗੇ ਆਏ, ਉਹਨਾਂ ਨੇ ਦੇਖਿਆ, ਦੇਖਣ ਤੋਂ ਬਾਅਦ ਉਸਦੇ ਚਾਂਸ ਲਈ ਬਹੁਤ ਤੇਜ਼ ਹਨੇਰੀ ਤੂਫਾਨ ਆਇਆ ਸ਼ਾਮ ਨੂੰ ਬਿਲਕੁਲ ਅੱਧੇ ਘੰਟੇ ਪਹਿਲਾਂ, ਔਰ ਲਾਈਟ ਗੁੱਲ ਹੋ ਗਈ, ਔਰ ਲਾਈਟ ਆਉਣ ਦੀ ਸੰਭਾਵਨਾ ਨਹੀਂ ਰਹੀ, ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਗਿਆ। ਤੇ ਸਾਨੂੰ ਲੱਗਿਆ ਵੀ ਅੱਜ ਅੱਛਾ ਹੋ ਗਿਆ ਵੀ ਇਹ ਆਰਮੀ ਵਾਲੇ ਤਾਂ ਜਾਣ ਹੈ, ਵੀ ਸ਼ਾਇਦ ਰੱਬ ਨੇ ਸਾਨੂੰ ਬਚਾਉਣ ਲਈ ਇਹ ਕਰਤਾ। ਪਰ ਉਹ ਬੈਠੇ ਕਹਿੰਦੇ ਕੋਈ ਨਹੀਂ ਅਸੀਂ ਤਾਂ ਅੱਜ ਆਏ ਹਾਂ ਨਾਟਕ ਦੇਖਾਂਗੇ, ਲਾਈਟ ਦਾ ਵੇਟ ਕਰਦੇ ਹਾਂ। ਯੂਨੀਫਾਰਮ ਅਸੀਂ ਸਾਰੇ ਪਾ ਕੇ ਤਿਆਰ ਹੋ ਚੁੱਕੇ। ਫਿਰ ਸਾਡੇ ਮਨ ਚ ਆਇਆ ਵੀ ਚਲੋ ਅਸੀਂ ਕਰਦੇ ਹਾਂ। ਤੇ ਅਸੀਂ ਕਿਹਾ ਜੀ ਸਰ ਜੀ ਤੁਸੀਂ ਤਿਆਰ ਹੋ, ਦੇਖਣ ਲਈ ਤਿਆਰ ਹੋ, ਇਸ ਮੂਡ ਨਾਲ ਹੀ ਆਏ ਹੋ, ਤੇ ਲਾਈਟ ਦੀ ਤਾਂ ਅਸੀਂ ਪਤਾ ਕਰ ਲਿਆ ਵੀ ਹਜੇ ਕੋਈ ਸਾਨੂੰ ਨਹੀਂ ਲੱਗਦਾ ਵੀ ਕਿੰਨੀ ਦੇਰ ਚ ਆਏਗੀ। ਅਸੀਂ ਮੋਮਬੱਤੀਆਂ 4 ਜਲਾ ਕੇ ਸ਼ੁਰੂ ਕਰਤੀ। ਕਹਿੰਦੇ ਦੇਖ ਲਓ ਇਹ ਤਾਂ ਤੁਸੀਂ ਦੇਖਣਾ, ਸਾਨੂੰ ਨਹੀਂ ਇਸ ਬਾਰੇ ਪਤਾ। ਖੈਰ ਅਸੀਂ ਜਗਮੇਲ ਉੱਥੇ ਹੁੰਦਾ ਸੀ, ਜਗਮੇਲ ਦੇ ਘਰੋਂ 4 ਮੋਮਬੱਤੀਆਂ ਲਿੱਤੀਆਂ, ਉਹਨੇ ਮੋਮਬੱਤੀਆਂ ਦੇ ਦਿੱਤੀਆਂ, ਅਸੀਂ ਚਲਾਈਆਂ ਤੇ ਉਹ ਅੰਦਰਲੇ ਪਾਸੇ ਜਿਹੜੀ ਲੋਬੀ ਹੈ ਪੰਜਾਬ ਆਰਟ, ਉੱਥੇ ਅਸੀਂ ਨਾਟਕ ਸ਼ੁਰੂ ਕਰ। ਸੱਚ ਮੰਨਣਾ ਕਿ ਐਂਡ ਤੱਕ ਲਾਈਟ ਆਈ, ਉਸ ਮੋਮਬੱਤੀਆਂ ਦੇ ਵਿੱਚ, ਉਸਦੀ ਰੋਸ਼ਨੀ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਕੈਂਡਲ ਲਾਈਟ ਡਿਨਰ ਤਾਂ ਦੇਖਿਆ ਸੀ, ਕੀਤਾ ਸੀ, ਸੁਣਿਆ ਸੀ। ਕੈਂਡਲ ਲਾਈਟ ਥੀਏਟਰ ਪਹਿਲੀ ਵਾਰੀ ਕੀਤਾ, ਔਰ ਉਹ ਸ਼ੋਅ ਐਡਾ ਅੱਛਾ ਗਿਆ।
ਮਤਲਬ ਅਗਰ ਅਸੀਂ ਇੰਟੀਮੇਟ ਥੀਏਟਰ ਦੀ ਵੀ ਗੱਲ ਕਰਦੇ ਹਾਂ, ਜਿੱਥੇ ਦੋ ਸਾਹਾਂ ਦਾ ਆਣਾ ਔਰ ਉਸਨੂੰ ਸੁਣਨਾ, ਉਹਨੂੰ ਮਹਿਸੂਸ ਕਰਨਾ, ਜਦੋਂ ਅਸੀਂ ਸਮਝਦੇ ਹਾਂ, ਉਸਨੂੰ ਫੀਲ ਕਰਦੇ ਹਾਂ, ਉਸ ਰਾਤ ਨੂੰ ਜੋ ਅਸੀਂ ਮਹਿਸੂਸ ਕੀਤਾ, ਇੰਨੀ ਜ਼ੋਰ ਕੇ ਵੀ ਬਰੀਥਿੰਗ ਨਹੀਂ ਸੀ ਲੈਂਦੇ ਜਾਂ ਸਾਹ ਨਹੀਂ ਸੀ ਛੱਡਦੇ ਕਿ ਮੋਮਬੱਤੀ ਨਾ ਬੁੱਝੇ ਉਸ ਦੀ ਹਵਾ ਨਾਲ ਜਾਂ ਉਸ ਦੇ ਹਾਂ, ਸਾਹ ਦੀ ਸਾਊਂਡ ਦੇ ਨਾਲ ਹੀ। ਮਤਲਬ ਉਹ ਅਜੀਬ, ਔਰ ਉਹ ਐਡਾ ਖੁਸ਼ ਹੋ ਕੇ ਗਏ ਸਾਰੇ ਆਰਮੀ, ਔਰ ਉਹਨਾਂ ਨੇ ਫਿਰ ਕੇ ਏਰੀਏ ਦੇ ਵਿੱਚ ਸਾਡੇ 3 ਸ਼ੋਅ ਕਰਵਾਏ। ਅੱਛਾ, 3 ਸ਼ੋਅ, ਮਤਲਬ ਚੰਡੀਗੜ੍ਹ ਹੀ ਜਿਹੜਾ 에ਅਰ ਫੋਰਸ ਦਾ ਏਰੀਆ ਹੈ, ਉੱਥੇ ਕੇ ਏਰੀਆ ਹੈਗਾ ਆਰਮੀ ਦਾ, ਡੇਲੀ ਸਪਲਾਈ ਲਦਾਖ ਨੂੰ ਜਾਂਦੀ ਹੈ, ਔਰ ਜਿਹੜੇ ਸੈਨਿਕ ਪੋਸਟਿੰਗ ਉਹ ਉੱਥੋਂ ਦੀ ਅਦਲ ਬਦਲ ਉੱਥੇ 3 ਦਿਨ ਲਗਾਤਾਰ ਨਾਟਕ ਕਰਾਏ। ਫਿਰ ਉਹਦੇ ਵਿੱਚ ਐਕਸ ਸਰਵਿਸਮੈਨ ਬੁਲਾਏ ਗਏ। ਫਿਰ ਉਸ ਜਗ੍ਹਾ ਤੋਂ ਬਾਅਦ ਜਦੋਂ ਉਹ ਕਰਨਲ ਸਾਹਿਬ ਹਿਸਾਰ ਚਲੇ ਗਏ, ਹਿਸਾਰ ਉਹਨਾਂ ਨੇ ਗੱਲਬਾਤ ਕੀਤੀ, ਫਿਰ ਉਹਨਾਂ ਨੇ ਹਿਸਾਰ 3 ਦਿਨ ਇਹ ਨਾਟਕ ਕਰਾਇਆ, 2 ਦਿਨ ਜਵਾਨਾਂ ਲਈ, 1 ਦਿਨ ਜਿਹੜਾ ਹੈ ਅਫਸਰਸ ਦੇ ਲਈ। ਉਹ ਉੱਥੇ ਉਹਨਾਂ ਨੇ ਕਰਾਇਆ। ਉਦੋਂ ਸਾਡੇ ਉੱਥੇ ਰਵੀ ਚੌਹਾਨ ਹੈਗੇ, ਬੜੇ ਅੱਛੇ ਕਲਾਕਾਰ ਚੰਡੀਗੜ੍ਹ ਦੇ ਅੱਜ ਕੱਲ੍ਹ ਦੇ ਵਿੱਚ ਵੀ ਫਿਲਮਸ ਵਗੈਰਾ ਲਿਖੀਆਂ ਹੈ, ਰਾਈਟਰ ਕੰਮ ਕਰ, ਤੇ ਉਹ ਫਿਰ ਰਵੀ ਚੌਹਾਨ ਨੇ ਬਹੁਤ ਅੱਛਾ ਆਰਗੇਨਾਈਜ਼ ਕੀਤਾ। ਕੁੱਲ ਮਿਲਾ ਕੇ ਕਿ ਇਹ ਪ੍ਰੋਸੈਸ ਲਗਾਤਾਰ ਚੱਲਦਾ ਰਿਹਾ, ਔਰ ਇਹਦੇ ਵਿੱਚ ਉਸ ਸਾਲ 2000 ਦੇ ਵਿੱਚ ਅਸੀਂ 225 ਦਿਨ ਲਗਾਤਾਰ ਪੰਜਾਬ ਕਲਾ ਭਵਨ ਦੇ ਉਸ ਓਪਨ ਏਅਰ ਵਿਹੜੇ ਦੇ ਵਿੱਚ ਨਾਟਕ ਕੋਰਟ ਮਾਰਸ਼ਲ ਕੀਤਾ। ਹੁਣ ਜਿਹੜੇ ਅਸੀਂ 365 ਦਿਨ ਜਿਹੜੇ ਨਹੀਂ ਕਰ ਪਾਏ, ਉਹਨਾਂ ਵਿੱਚ ਜ਼ਾਹਿਰ ਤੌਰ ਤੇ ਬਹੁਤ ਜ਼ਿਆਦਾ ਧੁੰਦ ਦੇ ਜਦੋਂ ਦਿਨ ਹੈ, ਜਿਹੜੇ 100 ਦਿਨ ਲਗਭਗ ਜਿਹੜੇ ਹੈ ਦਸੰਬਰ ਜਨਵਰੀ ਜਾਂ ਫਰਵਰੀ ਦਾ ਇਹ ਹਫ਼ਤੇ ਬਹੁਤ ਠੰਡ ਭੋਗ ਹੁੰਦੀ ਹੈ, ਉਸ ਦੌਰਾਨ ਦੇ ਵਿੱਚ ਆਪਾਂ ਨਹੀਂ ਕਰ ਪਾਏ। ਜਾਂ ਜਿਹੜੇ ਜੂਨ ਜੁਲਾਈ ਦੇ ਵਿੱਚ ਬਰਸਾਤਾਂ ਦੇ ਦਿਨ ਹੈ, ਬਹੁਤ ਗਰਮੀ ਦੇ ਦਿਨ ਹੈ, ਉਹਨਾਂ ਦਿਨਾਂ ਦੇ ਵਿੱਚ ਏਦਾਂ ਨਿਸ਼ਚਿਤ ਦਿਨਾਂ ਦੇ ਵਿੱਚ ਆਪਾਂ ਨਹੀਂ ਕਰ ਪਾਏ। ਇਹ ਕੁੱਲ ਮਿਲਾ ਕੇ ਇਸ ਕਰਕੇ ਉਹ ਲਗਾਤਾਰ ਸਾਨੂੰ ਚੱਲਦਾ ਰਿਹਾ। ਉਹਦੇ ਨਾਲ ਬਹੁਤ ਸਾਰੀ ਜਗ੍ਹਾ ਦੇ ਉੱਤੇ ਸਾਨੂੰ ਹੋਰ ਪਰਫਾਰਮੈਂਸ ਲਈ ਬੁਲਾਉਣਾ ਵੀ ਸ਼ੁਰੂ ਕਰਤਾ। ਕਈ ਵਾਰੀ ਬਿਲਕੁਲ, ਉਸ ਦੌਰਾਨ ਇਸ ਤਰ੍ਹਾਂ ਹੋਇਆ ਕਿ ਦਿਨ ਦੇ ਵਿੱਚ ਅਸੀਂ 2-2 3-3 ਸ਼ੋਅ ਵੀ ਕੀਤੇ। ਵੀ ਅੱਛਾ, ਹਾਂ, ਵੀ ਸ਼ਾਮ ਨੂੰ ਆਰਟ ਕੌਂਸਲ 'ਚ ਤਾਂ ਹੈ ਹੀ ਹੈ, ਔਰ ਅੱਜ ਡੇਰਾਬੱਸੀ ਕਾਲਜ ਨੇ ਬੁਲਾ ਲਿਆ, ਕਿਉਂਕਿ ਜਿਹੜਾ ਕੋਈ ਆਉਂਦਾ ਸੀ ਦੇਖਣ ਵੀ ਤੁਸੀਂ ਕਰੋਗੇ ਸਾਡੇ ਉੱਥੇ ਕਾ ਅਸੀਂ ਜ਼ਰੂਰ ਕਰਾਂਗੇ, ਹੈ ਨਾ। ਕੀ ਫੀਸ ਲਓਗੇ, ਵੀ ਤੁਸੀਂ ਜੋ ਦੇ ਦੋਗੇ ਅਸੀਂ ਤਾਂ ਮਤਲਬ ਇਸ ਨੂੰ ਪ੍ਰਮੋਸ਼ਨ ਦੇ ਲਈ ਲੱਗੇ ਹੋਏ ਹਾਂ, ਇਹ ਸਾਡਾ ਜਿਹੜਾ ਪਹਿਲਾ ਸਟੈਪ ਹੈ ਉਸ ਲਈ ਹੈਗਾ। ਤੇ ਇਸ ਤਰੀਕੇ ਨਾਲ ਵੀ ਅਸੀਂ ਦਿਨੇ 2-2 3-3 ਟੀਮਾਂ ਸੀ, ਜਿਹੜੇ ਆਫਿਸ ਵਾਲੇ ਹੈ ਉਹ ਸ਼ਾਮ ਨੂੰ, ਜਿਹੜੇ ਸਟੂਡੈਂਟ ਸੀ ਜਾਂ ਕੁਝ ਹੋਰ ਇਸ ਤਰ੍ਹਾਂ ਸੀ ਜਿਹੜੇ ਦੋਨੋਂ ਟਾਈਮ ਅਵੇਲੇਬਲ ਕਰ ਸਕਦੇ ਸੀਗੇ, ਤੇ ਉਹ ਦਿਨ ਵਾਲੀ ਟੀਮ ਦੇ ਵਿੱਚ ਵੀ ਇਸ ਤਰ੍ਹਾਂ ਜਾਂਦੀ ਸੀ। ਤੋ ਇਸ ਸਾਰੀ ਯਾਤਰਾ ਤੋਂ ਬਾਅਦ ਸਾਨੂੰ ਲੱਗਿਆ ਕਿ ਸਾਨੂੰ ਫੈਸਟੀਵਲ ਵੀ ਜ਼ਰੂਰ ਇੱਥੇ ਕਰਨਾ ਚਾਹੀਦਾ। 2003 ਤੋਂ ਅਸੀਂ ਲਗਾਤਾਰ ਜਿਹੜਾ ਹੈ ਫੈਸਟੀਵਲ ਦਾ ਦੌਰ ਸ਼ੁਰੂ ਕੀਤਾ। ਫੈਸਟੀਵਲ ਦੇ ਵਿੱਚ ਵੀ ਉਹਦੇ ਜਿਹੜੀ ਫੈਸਟੀਵਲ ਦੀ ਜਿਹੜੀ ਪ੍ਰੇਰਨਾ ਹੈ ਜਾਂ ਜਿੱਥੋਂ ਮੈਂ ਇੰਸਪਾਇਰ ਹੋਇਆ ਸੀਗਾ, ਉਹ ਭਾਰਤ ਰੰਗ ਮਹੋਤਸਵ ਹੀ ਡੈਫੀਨੇਟ, ਕਿ ਉਹ ਕਿਸ ਤਰੀਕੇ ਨਾਲ ਉਹ ਕਰਦੇ ਹੈ, ਕਿੰਨੇ ਅੱਛੇ ਉਹ ਪਲੇ ਆਉਂਦੇ ਹੈ, ਉਹ ਪਲੇ ਅਸੀਂ ਤਾਂ ਹੁਣ ਉੱਥੇ ਨਹੀਂ ਜਾ ਸਕਦੇ ਵੀ ਅੱਜ ਊਸ਼ਾ ਗੋਂਗਲੀ ਦਾ ਪਲੇ ਹੈ, ਅੱਜ ਅੰਕੁਰ ਦਾ ਪਲੇ ਹੈ, ਜਿੰਨੇ ਵੀ ਅੱਛੇ ਬੰਸੀ ਕੌਲ ਜੀ ਦਾ ਪਲੇ ਹੈ, ਵੀ ਇਹ ਸਾਰੇ ਪਲੇ ਹੁਣ ਅਸੀਂ ਨਹੀਂ ਜਾਣਾ, ਚੰਡੀਗੜ੍ਹ ਹੋਇਆ ਕਰਨ। ਅਸੀਂ ਫੈਸਟੀਵਲ ਇੱਥੇ ਜਦੋਂ ਸ਼ੁਰੂ ਕਰਾਂਗੇ, ਆਪਣੇ ਆਪ ਇਹ ਸਭ ਲੋਕ ਇੱਥੇ ਆ ਕੇ ਕਰਨਗੇ। ਸਾਡੇ ਨਾਲ ਕਿੰਨੇ ਲੋਕ ਹੋਰ ਚੰਡੀਗੜ੍ਹ ਦੇ, ਉਹ ਸਭ ਲੋਕ ਇਸ ਰੰਗਮੰਚ ਦੇ ਰਾਹੀਂ ਉਹਨਾਂ ਦਾ ਰੰਗਮੰਚ ਦੇਖਣਗੇ। ਉਹਦੇ ਨਾਲ ਆਪਣੇ ਆਪ ਜਿਹੜਾ ਹੈ ਕਲਚਰ ਐਕਸਚੇਂਜ ਦੇ ਥਰੂ ਇੱਕ ਡਾਇਰੈਕਟਰ ਦੇ ਨਾਲ ਦੂਸਰੇ ਡਾਇਰੈਕਟਰ ਦੇ ਨਾਲ ਗੱਲਬਾਤ ਦੇ ਨਾਲ ਅਸੀਂ ਖੁਦ ਆਪਣੇ ਆਪ ਨੂੰ ਹੋਰ ਜ਼ਿਆਦਾ ਜਿਹੜਾ ਹੈ ਸਾਨੂੰ ਸਿੱਖਣ ਨੂੰ ਹੋਰ ਜ਼ਿਆਦਾ ਮਿਲੇਗਾ। ਕੁਛ ਇਸ ਤਰੀਕੇ ਦੀ ਸੋਚ ਜਾਂ ਉਸ ਦੌਰਾਨ ਇਸ ਤਰ੍ਹਾਂ ਦਾ ਮਨ 'ਚ ਆਇਆ ਕਿ ਲੋਕਾਂ ਦਾ ਜਿੰਨਾ ਅਸੀਂ ਕੰਮ ਦੇਖਾਂਗੇ, ਕਿਉਂਕਿ ਇੱਕ ਪਹਿਲੀ ਗੱਲ ਤਾਂ ਇਹ ਕਲੀਅਰ ਹੈ ਕਿ ਅਸੀਂ ਇਹਦੀ ਅਕੈਡਮਿਕ ਤੌਰ ਦੇ ਉੱਤੇ ਕੋਈ ਸਟੱਡੀ ਨਹੀਂ ਕਰ ਪਾਏ, ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਹੀ ਪੜ੍ਹ ਕੇ ਜਾਂ ਲੋਕਾਂ ਦੇ ਕੰਮ ਨੂੰ ਦੇਖ ਕੇ
ਪੜ੍ਹ ਕੇ ਸਮਝ ਕੇ ਆਪਣਾ ਜਿਹੜਾ ਹੈ ਰਸਤਾ ਜਿਹੜਾ ਹੈ ਬਣਾਉਣ ਦੀ ਕੋਸ਼ਿਸ਼। 2003 ਤੋਂ ਅੱਜ ਤੱਕ ਅਸੀਂ ਲਗਾਤਾਰ ਉਹ 3 ਦਿਨ ਤੋਂ ਸ਼ੁਰੂ ਕੀਤਾ ਸੀਗਾ। ਉਸਦੇ ਵਿੱਚ ਸਿਰਫ 2007 ਇੱਕ ਐਸਾ ਸੀਗਾ ਜਦੋਂ ਆਪਾਂ ਫੈਸਟੀਵਲ ਨਹੀਂ ਕਰ ਪਾਏ। ਉਹਦਾ ਕਾਰਨ ਇਹ ਸੀ ਕਿ ਉਦੋਂ ਪੰਜਾਬ ਕਲਾ ਭਵਨ ਦਾ ਐਡੀਟੋਰੀਅਮ ਬਣਿਆ ਨਹੀਂ ਸੀਗਾ। ਟੈਗੋਰ ਥੀਏਟਰ ਜਿਹੜਾ ਹੈ ਉਹ ਰੈਨੋਵੇਸ਼ਨ ਲਈ ਜਿਹੜਾ ਹੈ ਤੋੜਤਾ ਗਿਆ ਸੀ, ਉਹ ਦੁਬਾਰਾ ਜਿਹੜਾ ਹੈ ਬਣਨਾ ਸੀਗਾ। ਇਸ ਕਰਕੇ ਉਹ 1 ਸਾਲ ਦਾ ਗੈਪ ਹੈ। ਫਿਰ ਸਾਨੂੰ ਇਹ ਹੁੰਦਾ ਸੀਗਾ ਕਿ ਜਦੋਂ ਵੀ ਪਲੇ ਅਸੀਂ ਕੋਈ ਕਰਦੇ ਸੀ ਜਾਂ ਸੋਚਦੇ ਸੀ ਵੀ ਕਿਨ ਦਿਨਾਂ 'ਚ ਕਰੀਏ, ਇਹ ਦਿਨ ਅੱਛੇ ਨਹੀਂ, ਇਹ ਫਲਾਣਾ ਇਨ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆ ਹੁੰਦੀ ਸੀ। ਇਨ ਦਿਨਾਂ 'ਚ ਐਗਜ਼ਾਮ ਹੈ, ਇਨ ਦਿਨਾਂ 'ਚ ਇਹ ਹੈ, ਇਨ ਦਿਨਾਂ 'ਚ ਗਰਮੀ ਜ਼ਿਆਦਾ ਹੈ, ਇਨ ਦਿਨਾਂ 'ਚ ਸਰਦੀ ਜ਼ਿਆਦਾ ਹੈ। ਮੈਂ ਕਿਹਾ ਜ਼ਿੰਦਗੀ ਸਾਰਾ ਸਾਲ ਚੱਲਦੀ ਹੈ। ਅਸੀਂ ਸੋਚਦੇ ਹਾਂ ਕਿ 365 ਦਿਨ ਅਸੀਂ ਥੀਏਟਰ ਲਈ ਕੰਮ ਕਰੀਏ। ਥੀਏਟਰ 'ਚ ਅਸੀਂ ਸਰਵਾਈਵਲ ਲੱਭਦੇ ਹਾਂ ਜਿਹੜਾ ਸਾਨੂੰ ਨਹੀਂ ਲੱਭ ਰਿਹਾ। ਔਰ ਉਹਦੇ ਵੀ ਮੈਂ ਤੁਹਾਨੂੰ ਗੱਲ ਸ਼ੇਅਰ ਕਰਾਂਗੀ, ਬਹੁਤ ਸਾਰੇ ਆਪਣੇ ਮਿੱਤਰ ਵੀ ਸੀ ਜਿਨ੍ਹਾਂ ਨੇ ਜੋਬ ਦੇ ਨਾਲ ਜਦੋਂ ਛੱਡ ਕੇ ਕੀਤਾ ਕੀ ਹਸ਼ਰ ਹੋਇਆ ਉਹਨਾਂ ਨੇ, ਜਿਹੜੇ ਨਾਲ ਕਰਕੇ ਚੱਲਦੇ ਰਹੇ, ਮੀਡੀਅਮ ਰਸਤੇ ਤੇ ਚੱਲਦੇ ਰਹੇ, ਉਹਨਾਂ ਦਾ ਕੀ ਹੈ ਐਕਸਪੀਰੀਅੰਸ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਗੱਲ। ਜਿਹੜੇ ਮੇਰੇ ਜਿਨ੍ਹਾਂ ਨੂੰ ਮੈਂ ਜਾਣਦਾ ਆਪਣੇ ਸ਼ਹਿਰ ਦੇ ਵਿੱਚ ਹੀ, ਉਹ ਸਾਰੇ ਲੋਕ ਉਸ ਥੀਏਟਰ ਦੇ ਵਿੱਚ ਫਿਰ ਅਸੀਂ ਸੋਚਿਆ ਕਿ ਅਸੀਂ ਹਰ ਸੀਜ਼ਨ ਦੇ ਥੀਏਟਰ ਕਰਾਂਗੇ। ਵਿੰਟਰ ਫੈਸਟੀਵਲ ਕੀਤਾ ਹੈ, ਫਰਵਰੀ ਦੇ ਵਿੱਚ ਅਸੀਂ ਬਸੰਤ ਫੈਸਟੀਵਲ ਕਰਾਂਗੇ, ਅਪ੍ਰੈਲ ਦੇ ਵਿੱਚ ਵਿਸਾਖੀ ਥੀਏਟਰ ਫੈਸਟੀਵਲ ਕਰਾਂਗੇ, ਮਈ ਜੂਨ ਦੇ ਵਿੱਚ ਸਮਰ ਥੀਏਟਰ ਫੈਸਟੀਵਲ ਕਰਾਂਗੇ, ਸੈਪਟੈਂਬਰ ਅਕਤੂਬਰ 'ਚ ਸਪਰਿੰਗ ਫੈਸਟੀਵਲ ਕਰਾਂਗੇ। ਇਸ ਤਰੀਕੇ ਨਾਲ ਅਸੀਂ ਹਰ ਸੀਜ਼ਨ ਦੇ ਰੁੱਤਾਂ ਦੇ ਹੀ ਫੈਸਟੀਵਲ ਬਣਾਤੇ, ਜਿਹੜੇ ਕਿ ਫੈਸਟੀਵਲ ਹੈ ਹੀ ਹੈ, ਜਿਨ੍ਹਾਂ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਇਹ ਉਤਸਵ ਹੈ। ਤੇ ਉਹ ਉਤਸਵ ਰੰਗਮੰਚ ਦਾ ਵੀ ਉਤਸਵ ਹੋਵੇ। ਅਗਰ ਜਦੋਂ ਮੈਂ ਅਕੈਡਮੀਆਂ ਦੇ ਵਿੱਚ ਵੀ ਰਿਹਾ ਤੇ ਮੇਰੀ ਉਦੋਂ ਵੀ ਇਹੀ ਸਰਕਾਰ ਨਾਲ ਸੀ ਵੀ ਮੈਂਗੋ ਉਤਸਵ ਹੈਗਾ, ਪੰਜੋਰ 'ਚ ਲੱਗਦਾ ਮੈਂਗੋ ਉਤਸਵ ਹੈ। ਮੈਂਗੋ ਉਤਸਵ ਦਾ ਕੀ ਮਤਲਬ ਇਹ ਵੀ ਇਸ 'ਚ ਰੰਗਮੰਚ ਦਾ ਵੀ ਉਤਸਵ ਹੋਣਾ ਚਾਹੀਦਾ ਨਾ। ਉੱਥੇ ਫਿਰ ਅਸੀਂ ਥੀਏਟਰ ਦਾ ਫੈਸਟੀਵਲ ਵੀ ਰਖਾਇਆ। ਤੇ ਜਿੱਥੇ-ਜਿੱਥੇ ਸਾਨੂੰ ਲੱਗਿਆ ਵੀ ਜਿੱਥੇ ਕੋਈ ਫੈਸਟੀਵਲ ਹੈ, ਉੱਥੇ ਅਗਰ ਥੀਏਟਰ ਫੈਸਟੀਵਲ ਨਹੀਂ ਤਾਂ ਉਸ ਫੈਸਟੀਵਲ ਦੀ ਤਾਂ ਕੋਈ ਬਿਲਕੁਲ। ਵੈਲਿਊ ਹੀ ਨਹੀਂ ਹੈ। ਬਿਲਕੁਲ, ਬਿਲਕੁਲ। ਉਸ 'ਚ ਰੰਗ ਜਦੋਂ ਤੱਕ ਤਾਂ ਹੀ ਆਉਣਗੇ ਜਦੋਂ ਥੀਏਟਰ ਦਾ ਰੰਗ ਸ਼ੁਮਾਰ ਹੋਵੇਗਾ। ਤੇ ਉਹ ਕੋਸ਼ਿਸ਼ ਵੀ ਅਸੀਂ ਲਗਾਤਾਰ ਏਦਾਂ ਕਰਦੇ। ਫਿਰ 3 ਦਿਨਾਂ ਤੋਂ ਅਸੀਂ 30 ਦਿਨ ਤੱਕ ਦਾ ਇਹ ਸਫ਼ਰ ਜਿਹੜਾ ਹੈ, 30 ਦਿਨ ਲਗਾਤਾਰ ਥੀਏਟਰ ਫੈਸਟੀਵਲ ਪਿਛਲੇ 3 ਸਾਲ ਤੋਂ ਕਰ ਰਹੇ ਹਾਂ। ਇਸ ਸਾਲ ਪਤਾ ਨਹੀਂ ਰੱਬ ਦੀ ਕੀ ਇੱਛਾ ਹੋਏਗੀ ਜਾਂ ਕੋਰੋਨਾ ਕਿਸ ਤਰ੍ਹਾਂ ਦੀ ਦਇਆ ਕਰੇਗਾ ਜਾਂ ਸਾਨੂੰ ਨਿਜ਼ਾਤ ਕਦੋਂ ਮਿਲੇਗੀ। ਬਿਲਕੁਲ ਹੈ ਨਹੀਂ, ਸੁਦੇਸ਼ ਜੀ ਬੜੀ ਅੱਛੀ ਖੂਬਸੂਰਤ ਜਰਨੀ ਹੈ। ਪਰ ਮੈਨੂੰ ਲੱਗਦਾ ਕਿ ਇਹ ਜਿਹੜਾ 30 ਦਿਨ ਵਾਲਾ ਫੈਸਟੀਵਲ ਹੈ ਤੁਹਾਡਾ, ਇਹ ਰੁਕੇਗਾ ਨਹੀਂ। ਮੈਂ ਬਹੁਤ ਉਮੀਦ ਵਿੱਚ ਹੈ ਕਿ ਹੋਰ 2-4 ਮਹੀਨਿਆਂ ਦੇ ਵਿੱਚ ਔਰ ਕਿਉਂਕਿ ਤੁਸੀਂ ਇਹ ਫਰਵਰੀ ਮਾਰਚ ਵਿੱਚ ਕਰਦੇ ਹੋ ਫੈਸਟੀਵਲ ਆਪਣਾ ਸਾਰਾ, ਤੇ ਉਦੋਂ ਤੱਕ ਸਾਰਾ ਕੁਝ ਠੀਕ ਹੋ ਜਾਏਗਾ ਤੇ ਫੈਸਟੀਵਲ ਤੁਹਾਡਾ ਜ਼ਰੂਰ ਹੋਏਗਾ। ਔਰ ਕਿਉਂਕਿ ਇਹ ਸਾਰੇ ਫੈਸਟੀਵਲਾਂ ਦੇ ਬੜੇ ਕੁਝ ਜਿਹੜੇ ਸੁਪਨੇ ਆ, ਮੈਂ ਜਦੋਂ ਨੈਸ਼ਨਲ ਸਕੂਲ ਆਫ ਡਰਾਮਾ ਪੜ੍ਹਦਾ ਸੀ ਤੇ ਮੈਨੂੰ ਵੀ ਲੱਗਦਾ ਸੀ ਸਾਡੇ ਪੰਜਾਬ 'ਚ ਏਦਾਂ ਦੇ ਫੈਸਟੀਵਲ ਹੋਣੇ ਚਾਹੀਦੇ ਆ, ਅਸੀਂ ਵੀ ਏਦਾਂ ਦੇ ਫੈਸਟੀਵਲ ਕਰੀਏ ਤੇ ਅਸੀਂ ਵੀ 2 ਦਿਨ ਦਾ, 3 ਦਿਨ ਦਾ ਕਰਦੇ ਕਰਾਉਂਦੇ, 5 ਦਿਨ ਦਾ, 7 ਦਿਨ ਦਾ, 10 ਦਿਨ ਦਾ, ਏਦਾਂ ਦੇ ਕਰਦੇ ਕਰਾਉਂਦੇ ਕਿੰਨੇ ਫੈਸਟੀਵਲ। ਔਰ ਪੰਜਾਬ ਵਾਕਿਆ ਹੀ ਤੁਹਾਡੇ ਇਹ ਜਿਹੜੇ ਫੈਸਟੀਵਲ ਦੇ ਲਿਹਾਜ਼ ਨਾਲ ਦੇਖੀਏ ਕਿ ਪੰਜਾਬ ਦੇ ਵਿੱਚ ਹੁਣ ਬਹੁਤ ਜਗ੍ਹਾ ਤੇ, ਚਾਹੇ ਉਹ ਬਠਿੰਡੇ ਵਿੱਚ ਹੈ, ਪਟਿਆਲੇ ਵਿੱਚ ਹੈ, ਬਰਨਾਲੇ ਵਿੱਚ ਹੈ, ਮੋਗੇ ਵਿੱਚ ਹੈ, ਅੰਮ੍ਰਿਤਸਰ ਵਿੱਚ ਹੈ, ਮੋਹਾਲੀ ਵਿੱਚ ਹੈ, ਹਰ ਜਗ੍ਹਾ ਤੇ ਰੰਗਮੰਚ ਦੇ ਫੈਸਟੀਵਲ ਹੁੰਦੇ ਆ। ਪਹਿਲਾਂ ਸਿਰਫ ਸੱਭਿਆਚਾਰਕ ਫੈਸਟੀਵਲ ਹੁੰਦੇ ਸੀ, ਵਿਸਾਖੀ ਦਾ ਮੇਲਾ, ਇਹਦਾ ਮੇਲਾ, ਉਹਦਾ ਮੇਲਾ। ਹੁਣ ਜਿਹੜੇ ਰੰਗਮੰਚ ਦੇ ਮੇਲੇ ਹੁੰਦੇ ਆ, ਇਹ ਆਪਣੇ ਆਪ 'ਚ ਇੱਕ ਜਿਹੜੀ ਪੰਜਾਬੀ ਰੰਗਮੰਚ ਦੀ, ਪੰਜਾਬ ਦੀ ਜਿਹੜੀ ਹੈ ਬਹੁਤ ਵੱਡੀ ਇੱਕ ਪ੍ਰਾਪਤੀ ਬਣੀ ਹੈ। ਮੈਂ ਇੱਕ ਹੋਰ ਕੁਝ ਥੋੜਾ ਜਿਹਾ ਸੁਦੇਸ਼ ਜੀ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ। ਤੁਹਾਡਾ ਜਿਹੜਾ TFT ਦਾ ਜਿਹੜਾ ਸਾਰਾ ਜਿਹੜਾ ਕਾਰ ਵਿਹਾਰ ਹੈ, ਇਹਦਾ ਜਿਹੜਾ ਕਿ ਇਹਦੇ ਵਿੱਚ ਕੋਈ ਕਲਾਕਾਰਾਂ ਦੇ ਨਾਲ ਤੁਹਾਡਾ ਕੋਈ ਟ੍ਰੇਨਿੰਗ ਪ੍ਰੋਸੈਸ ਵੀ ਜੁੜਿਆ ਹੋਇਆ ਵਾ? ਤੁਹਾਡੇ ਨਾਲ ਕਿੱਦਾਂ ਕਲਾਕਾਰ ਆਉਂਦੇ ਆ, ਕਿੱਦਾਂ ਜੁੜਦੇ ਆ ਤੇ ਉਹਨਾਂ ਨੂੰ ਕਿੱਦਾਂ ਤੁਸੀਂ ਟ੍ਰੇਨ ਕਰਦੇ ਹੋ ਇਸ ਸਾਰੇ ਪ੍ਰੋਸੈਸ ਦੇ ਵਿੱਚ? ਜਿਹੜਾ ਸਾਡਾ ਕੋਈ ਵੀ ਕਲਾਕਾਰ ਸਾਡੇ ਨਾਲ ਜੁਆਇਨ ਕਰ ਸਕਦਾ ਹੈ, ਉਸਦਾ ਇੱਕ ਕਾਰਨ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਸਾਡੀ ਫੀਸ ਨਹੀਂ ਹੁੰਦੀ। ਸ਼ਾਮ ਦਾ ਸਾਡਾ ਰਿਹਰਸਲ ਦਾ ਟਾਈਮ ਹੁੰਦਾ ਹੈ। ਫੁੱਲ ਟਾਈਮ ਅਸੀਂ ਨਹੀਂ ਐਕਟਿਵ ਹੈਗੇ।
ਜੇ ਅਸੀਂ ਕਹੀਏ ਕਿ ਅਸੀਂ ਸਵੇਰ ਤੋਂ ਲੈ ਕੇ ਸਾਰਾ ਦਿਨ ਕੰਮ ਕਰਦੇ ਹਾਂ। ਸਾਡਾ ਸ਼ਾਮ ਦਾ ਸਮੇਂ ਹੈ 5 ਵਜੇ ਤੋਂ ਰਾਤ 9 ਵਜੇ ਤੱਕ, ਜਿੰਨੀ ਦੇਰ ਤੱਕ ਸਾਨੂੰ ਪਰਮਿਸ਼ਨ ਹੈ ਉਸ ਰਿਹਰਸਲ ਤੇ ਕੰਮ ਕਰੋ। ਜੇ 8 ਵਜੇ ਤੱਕ ਦੀ ਹੈ ਤੇ 8 ਵਜੇ ਤੱਕ ਅਸੀਂ ਉਹ ਸਮਾਪਤ ਕਰ ਦਿੰਦੇ, ਫਿਰ ਬਾਹਰ ਨਿਕਲਦੇ ਹੋਏ ਜਿੰਨਾ ਵੀ ਅਦਾ ਕੀਤਾ। ਜਿੱਥੇ ਤੱਕ ਐਕਟਰਾਂ ਦੀ ਜਿਹੜੀ ਹੈ ਟ੍ਰੇਨਿੰਗ ਦੀ ਗੱਲ ਹੈ, ਸਾਡੇ ਕੋਲ ਕੁਝ ਐਕਟਰ ਤਾਂ ਪਰਮਾਨੈਂਟ ਹੈਗੇ ਹੈ, ਕੁਝ ਮੇਰੇ ਵੀ ਸੀਨੀਅਰ ਸੀਗੇ, ਜਿੱਦਾਂ ਮਤਲਬ ਪ੍ਰਵੇਸ਼ ਸੇਠੀ ਸਾਹਿਬ ਸੀ, ਕੇ ਡੋਡਾ ਸੀ, ਜੀ ਸਾਹਿਬ ਸੀ, ਰਜਿੰਦਰ ਪਾਪਾ ਜੀ ਸੀ, ਔਰ ਬਾਕੀ ਜਿਹੜੇ ਆਪਣੇ ਹਮ ਉਮਰ ਦੇ ਵੀ ਹੈ ਨਾਲ ਚੱਲਦੇ ਆ ਰਹੇ ਹੈ। ਔਰ ਉਹ ਸਾਡਾ ਪ੍ਰੋਸੈਸ ਲਗਾਤਾਰ ਜੇ ਸ਼ੋ ਨਹੀਂ ਹੈ ਨਿਰੰਤਰ, ਚਾਹੇ ਉਹ ਰੀਡਿੰਗ ਦਾ ਅਸੀਂ ਹੁਣ ਮਤਲਬ ਇਹ ਸੋਚ ਲਿਆ ਕਿ ਇਹ ਸਾਡੇ ਕੋਲ ਮਹੀਨਾ ਕੋਈ ਕੰਮ ਨਹੀਂ ਹੈ, ਇਸ ਮਹੀਨੇ ਦੇ ਵਿੱਚ ਇੰਨੇ ਦਿਨ, ਇਸ ਦਿਨ ਜਿਹੜਾ ਹੈ ਸਕ੍ਰਿਪਟ ਰੀਡਿੰਗ ਦਾ ਕੰਮ, ਉਨ ਦਿਨਾਂ ਦੇ ਵਿੱਚ ਨਵੀਂ ਸਕ੍ਰਿਪਟ ਦੇ ਉੱਤੇ ਜਿਹੜਾ ਹੈ ਪਾਠਨ ਹੋਏਗਾ, ਪੜ੍ਹਨ ਦਾ ਕੰਮ ਹੋਏਗਾ, ਉਹਦੇ ਤੇ ਡਿਸਕਸ਼ਨ ਹੋਏਗੀ, ਚਾਹੇ ਕੋਈ ਕਹਾਣੀ ਹੈ ਉਹਦੇ ਤੇ ਹੋਏਗੀ। ਇਸੇ ਦੌਰਾਨ ਹੀ ਅਸੀਂ ਉਸ ਚੀਜ਼ ਨੂੰ ਮਾਰਕ ਕਰਨਾ ਸ਼ੁਰੂ ਕਰ ਦਿੰਦੇ, ਠੀਕ ਹੈ ਇਹ ਸਾਡੀ ਸ਼ਾਰਟ ਲਿਸਟ ਜਿਹੜੀ ਹੈ ਹੁੰਦੀ ਜਾਏਗੀ ਅਗਲੇ ਆਉਣ ਵਾਲੇ ਸਾਲਾਂ। ਜੀ ਫਿਰ ਉਹ ਉਸ ਦੌਰਾਨ ਜਿਹੜਾ ਹੈ ਵੀ ਹੁਣ ਸੰਗੀਤ ਦੇ ਉੱਤੇ ਹੈ ਜਾਂ ਸੰਗੀਤ ਦੇ ਉੱਤੇ ਫਿਰ ਅਸੀਂ ਆਪਣਾ ਐਕਸਪਰਟ ਉਸਦੀ ਵਰਕਸ਼ਾਪ ਜਿਹੜੀ 1 ਘੰਟੇ ਦੀ, 1.5 ਘੰਟੇ ਦੀ, 2 ਘੰਟੇ ਦੀ ਰੈਗੂਲਰ ਹੈ। ਬਾਕੀ ਜਿਸ ਦਾ ਵੀ ਐਕਟਰ ਦਾ ਆਪਣਾ ਇੰਟਰਸਟ ਹੈ ਉਹ ਕਰਦਾ ਰਹੇ। ਇਸੇ ਤਰ੍ਹਾਂ ਅਲੱਗ-ਅਲੱਗ ਇੰਪਰੋਵਾਈਜ਼ੇਸ਼ਨ ਦੀ, ਲਾਈਟਿੰਗ ਦੀ, ਔਰ ਜਿੰਨੇ ਆਪਣੇ ਥੀਏਟਰ ਦੇ ਅਲਾਈਡ ਐਕਟੀਵਿਟੀਜ਼ ਹੈਗੀਆਂ, ਉਨ ਸਭ ਦੀ ਜਿਹੜੀ ਹੈ ਵਰਕਸ਼ਾਪ ਟਾਈਮ ਟੂ ਟਾਈਮ ਅਸੀਂ ਚੱਲਦੇ ਰਹਿੰਦੇ ਆ ਉਹਨਾਂ ਦੇ ਐਕਸਪਰਟ। ਉਹ ਰੈਗੂਲਰ ਪ੍ਰੋਸੈਸ ਹੈ, ਉਹ 365 ਦਿਨ ਦਾ ਪ੍ਰੋਸੈਸ ਹੈ। ਉਸ ਦੇ ਵਿੱਚ ਸ਼ਾਇਦ ਹੀ ਮੈਨੂੰ ਲੱਗਦਾ ਹੈ ਕਿ ਕੋਈ ਹੋਲੀ ਦੀਵਾਲੀ ਦੀ ਵੀ ਛੁੱਟੀ ਹੁੰਦੀ ਹੋਏਗੀ। ਦੀਵਾਲੀ ਦੀ ਛੁੱਟੀ ਹੁੰਦੀ ਹੈ, ਜੇ ਹੋਲੀ ਹੈ ਤਾਂ ਵੀ ਇਕੱਠੇ ਹੁੰਦੇ ਆ, ਜੇ ਦੁਸ਼ਹਿਰਾ ਹੈ ਤਾਂ ਵੀ ਇਕੱਠੇ ਹੁੰਦੇ ਆ। ਉੱਥੇ ਥੋੜ੍ਹੀ ਦੇਰ ਇਕੱਠੇ ਹੋ ਕੇ ਆਪਣਾ ਮਠਾਈ ਖਾ ਕੇ, ਵੰਡ ਕੇ, ਇੱਕ ਦੂਜੇ ਨੂੰ ਵਧਾਈ ਦੇ ਕੇ ਤਾਂ ਜਾਂਦੇ ਆ। ਯਾਨੀ ਥੀਏਟਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਜਿੰਨੀ ਹੁਣ ਕਰੋਨਾ ਦੇ ਦੌਰਾਨ ਸਾਨੂੰ ਛੁੱਟੀ ਮਿਲੀ ਹੈ, ਇਹ ਤੋਂ ਜ਼ਿਆਦਾ ਕਦੀ ਨਹੀਂ ਮਿਲੀ। ਅਜੇ ਵੀ ਸਾਡੇ ਲੋਕ ਆਰਟਿਸਟ ਵਿਚਾਰੇ ਪਰੇਸ਼ਾਨ ਹੋ ਜਾਂਦੇ ਨੇ, ਫਿਰ ਵੀ ਅਸੀਂ ਹੁਣ ਉਹਨਾਂ ਦੇ ਨਾਲ ਇੱਕ ਜਿਹੜੀ ਹੈ ਸੰਡੇ ਦੀ ਸੰਡੇ ਮੀਟਿੰਗ ਜਿਹੜੀ ਹੈ ਰੱਖਣੀ ਸ਼ੁਰੂ ਕਰ। ਉਹਦਾ ਕਾਰਨ ਇਹ ਹੈ ਕਿ ਹੁਣ ਸੋਸ਼ਲ ਡਿਸਟੈਂਸ ਵੀ ਰੱਖਣਾ ਹੈ, ਨਾ ਤਾਂ ਉਹ ਘਰ ਆ ਸਕਦੇ ਨੇ, ਤੇ ਉਹਨਾਂ ਨੂੰ ਅਸੀਂ ਓਪਨ ਜਿਹੜੀ 42 ਸੈਕਟਰ ਦੀ ਲੇਕ ਹੈ, ਲੇਕ ਤੇ ਐਵਰੀ ਸੰਡੇ ਅਸੀਂ ਮਿਲਦੇ ਹਾਂ। ਔਰ ਉਸ ਦੌਰਾਨ ਜਿਹੜਾ ਹੈ ਹੁਣ ਕੋਈ ਸਕ੍ਰਿਪਟ ਰਾਈਟਿੰਗ ਦਾ ਹੁਣ ਸਾਡਾ ਚੱਲ ਰਿਹਾ ਹੈਗਾ ਕਿ ਅਸੀਂ ਇੰਗਲਿਸ਼ ਸਾਹਿਤ ਦੇ ਵਿੱਚ ਸ਼ੇਕਸਪੀਅਰ ਨੂੰ ਪੜ੍ਹਨ ਦਾ ਕੰਮ ਸ਼ੁਰੂ ਕੀਤਾ। ਉਹ ਅਸੀਂ ਹੁਣ ਆਨਲਾਈਨ ਜਿਹੜਾ ਹੈ ਇਹ ਸਾਰੇ ਬੰਦੇ ਇਸ ਟਾਈਮ ਨੂੰ ਜੁਆਇਨ ਕਰ ਲੈਣ, ਜਿਹੜਾ ਹੈ ਉਹ ਸ਼ਨੀਵਾਰ। ਬਿਲਕੁਲ, ਬਹੁਤ ਵਧੀਆ। ਸੁਦੇਸ਼ ਜੀ, ਮੈਂ ਇੱਕ ਤੁਹਾਡੇ ਬਾਰੇ ਮੇਰਾ ਇੱਕ ਸਵਾਲ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਬਤੌਰ ਅਦਾਕਾਰ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਹੋ ਜਾਂ ਬਤੌਰ ਡਾਇਰੈਕਟਰ? ਇਧਰਲੇ ਪਾਸੇ ਇੱਕ ਕਿਸਮ ਦੀ ਸੈਟੀਸਫੈਕਸ਼ਨ, ਕਿਉਂਕਿ ਤੁਸੀਂ ਅਦਾਕਾਰ ਬੜੇ ਕਮਾਲ ਦੇ ਹੋ। ਮੈਂ ਉਹ ਤੁਹਾਡੇ ਅੰਦਰਲਾ ਜਿਹੜਾ ਅਦਾਕਾਰ ਹੈ, ਜਦੋਂ ਤੁਸੀਂ ਡਾਇਰੈਕਟਰ ਹੁੰਦੇ ਹੋ, ਤੁਸੀਂ ਆਪਣੀ ਡਾਇਰੈਕਸ਼ਨ ਵਿੱਚ ਆਪਣਾ ਰੋਲ ਵੀ ਕਰ ਰਹੇ ਹੁੰਦੇ ਹੋ ਕਈ ਵਾਰ। ਸੋ ਉਹ ਕਿਵੇਂ ਸਾਰਾ ਕੁਝ, ਮੈਂ ਉਸ ਪ੍ਰੋਸੈਸ ਬਾਰੇ ਜਾਣਨਾ ਚਾਹੁੰਦਾ। ਜਿਹੜਾ ਮੇਰਾ ਐਜ਼ ਐਨ ਐਕਟਰ ਹੈ, ਅਗਰ ਤਾਂ ਕੋਈ ਹੋਰ ਦੂਸਰਾ ਡਾਇਰੈਕਟਰ ਅਗਰ ਉਸ ਪਲੇ ਨੂੰ ਕਰ ਰਿਹਾ ਹੈ ਤੇ ਮੈਂ ਅਗਰ ਉਸ 'ਚ ਐਕਟਰ ਹਾਂ, ਤੇ ਮੈਂ ਬਹੁਤ ਕਨਵੀਨੀਐਂਟ ਹੁੰਦਾ, ਬਹੁਤ ਈਜ਼ੀ ਹੁੰਦਾ, ਬਹੁਤ ਰਿਲੈਕਸ ਹੋ ਕੇ ਐਕਟ ਕਰਦਾ ਹਾਂ। ਕਿਉਂਕਿ ਮੈਨੂੰ ਕੋਈ ਬਲੌਕਿੰਗ ਦਾ ਜਾਂ ਕਿਸੇ ਹੋਰ ਜਿਹੜੀ ਹੈ ਉਹਦੇ ਵੱਲ ਨਹੀਂ ਧਿਆਨ ਦੇਣਾ ਹੁੰਦਾ। ਸਿਰਫ ਆਪਣੇ ਕਰੈਕਟਰ ਨੂੰ ਹੀ ਪੜ੍ਹਨਾ ਹੁੰਦਾ ਹੈ, ਉਸੇ ਨੂੰ ਸੰਭਲਣਾ ਹੁੰਦਾ ਹੈ, ਉਸਦੀ ਡੈਪਥ ਤੱਕ ਜਿੰਨੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਹੈ, ਨਾਪਣ ਦੀ ਮੈਂ ਕੋਸ਼ਿਸ਼ ਕਰਦਾ। ਜਦੋਂ ਮੈਂ ਆਪ ਹੀ ਡਾਇਰੈਕਟਰ ਹੋਵਾਂ, ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਉਸ ਟਾਈਮ ਓਨਾ ਮੈਂ ਐਜ਼ ਐਨ ਐਕਟਰ ਕਨਵੀਨੀਐਂਟ ਨਹੀਂ ਰਹਿੰਦਾ, ਕਿਉਂਕਿ ਬਹੁਤ ਸਾਰੀਆਂ ਐਜ਼ ਐਨ ਡਾਇਰੈਕਟਰ, ਐਜ਼ ਐਨ ਪ੍ਰੋਡਿਊਸਰ ਜਾਂ ਐਜ਼ ਐਨ ਆਰਗੇਨਾਈਜ਼ਰ ਕਈ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਵਿਚਾਰ ਚੱਲ ਰਹੇ ਹੁੰਦੇ ਆ, ਜਾਂ ਕਈ ਚੀਜ਼ਾਂ ਨੂੰ ਤੁਸੀਂ ਆਰਗੇਨਾਈਜ਼ ਕਰਨਾ ਹੁੰਦਾ ਹੈ ਤੇ ਉਧਰਲੇ ਪਾਸੇ ਜ਼ਿਆਦਾ ਧਿਆਨ ਹੁੰਦਾ ਹੈ। ਔਰ ਉਹ ਸਾਰੇ ਜਿੰਨੀ ਤੁਹਾਡੇ ਸਰੀਰ ਦੀ એનર્ਜੀ ਹੈ, ਉਸ એનર્ਜੀ ਦਾ ਕੇਵਲ ਫਿਰ ਐਜ਼ ਐਨ ਐਕਟਰ ਮੈਨੂੰ ਲੱਗਦਾ ਹੈ ਕਿ ਮੈਂ 20% ਹੀ ਦੇ ਪਾਉਂਦਾ ਹੋਵਾਂਗਾ। ਇਸ ਤਰ੍ਹਾਂ ਮੈਨੂੰ ਆਪਣੇ ਆਪ ਨੂੰ ਮਹਿਸੂਸ, ਉਹਦੇ ਵਿੱਚ ਫਿਰ ਇੱਕ ਹੋਰ ਮੈਂ ਈਜ਼ੀ ਹੋਰ ਉਸਨੂੰ ਕਰ ਲੈਂਦਾ ਹਾਂ ਕਿ ਮੈਂ ਆਪਣਾ ਇੱਕ ਕੋਈ ਐਕਟਰ ਹੈ, ਉਹਨੂੰ ਮੈਂ ਕਹਿੰਦਾ ਯਾਰ ਤੂੰ ਰਿਹਰਸਲ ਕਰ,
ਇਸ ਰੋਲ ਦੀ ਕਰਨਾ ਤਾਂ ਮੈਂ ਹੀ ਹੈ। ਜਾਂ ਜੇ ਮੈਂ ਕਰਨਾ ਹੈ ਤੇ ਉਹ ਕਲੀਅਰ ਹੁੰਦਾ ਕਿ ਮੈਂ ਕਰਨਾ ਹੈ ਤੇ ਮੈਂ ਆਪਣਾ ਇੱਕ ਰਿਹਰਸਲ ਲਈ ਇੱਕ ਐਕਟਰ ਜਿਹੜਾ ਹੈ ਉਹ ਵੀ ਕਰਦਾ। 3 ਦਿਨ ਉਹ ਕਰਦਾ ਤੇ 1 ਦਿਨ ਮੈਂ ਵੀ ਕਰਕੇ ਦੇਖਦਾ ਕਿ ਮੈਂ ਸਕਰੀਨ 'ਚ ਆ ਰਿਹਾ ਕਿ ਨਹੀਂ ਆ ਰਿਹਾ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਸਾਹਮਣੇ ਉਹਦੀ ਬਲੌਕਿੰਗ ਜਾਂ ਕੁਛ ਹੋਰ ਸਾਰੀ ਚੀਜ਼ ਡਿਜ਼ਾਇਨ ਕਰ ਰਹੇ ਹੋ ਪ੍ਰੋਡਕਸ਼ਨ, ਤੁਹਾਨੂੰ ਆਪਣੇ ਆਪ 'ਚ ਫਿੱਟ ਕਰਨ ਦਾ ਇੱਕ ਠੀਕ ਜਿਹੀ ਰਿਹਰਸਲ ਹੋ ਜਾਂਦੀ ਹੈ ਉਸ ਚੀਜ਼। ਤੇ ਜਿੱਥੇ ਤੱਕ ਜਿਹੜਾ ਤੁਹਾਡਾ ਸਵਾਲ ਸੀ ਉਹ ਐਜ਼ ਐਨ ਐਕਟਰ ਤਾਂ ਮੈਂ ਉਦੋਂ ਹੀ ਜ਼ਿਆਦਾ ਕਨਵੀਨੀਐਂਟ ਹੁੰਦਾ ਜਦੋਂ ਕੋਈ ਦੂਸਰਾ ਬੰਦਾ, ਬਿਲਕੁਲ, ਬਿਲकुल, ਬਿਲकुल। ਠੀਕ ਹੈ? ਚਾਹੇ ਉਹ ਰਾਣੀ ਬਲਬੀਰ ਜੀ ਨਾਲ ਜੇ ਇਹਦੇ ਮੈਂ ਨਾਲ ਹੀ ਹੈ ਕੀਤਾ। ਸੁਦੇਸ਼ ਜੀ, ਇੱਕ ਜੁੜੀ ਹੋਈ ਹੋਰ ਗੱਲ ਹੈ, ਕਿਉਂਕਿ ਤੁਸੀਂ ਜਦੋਂ ਬਤੌਰ ਐਕਟਰ ਕੰਮ ਕਰਦੇ ਹੋ ਸਾਰਾ, ਤੇ ਤੁਸੀਂ ਆਪਣੀ ਤਿਆਰੀ ਵਾਸਤੇ ਐਜ਼ ਐਨ ਐਕਟਰ ਕੁਝ ਉਸ ਕਰੈਕਟਰ ਨੂੰ ਲੈ ਕੇ ਕੁਝ ਖਾਸ ਤਰ੍ਹਾਂ ਦੀ ਕੁਝ ਐਕਸਰਸਾਈਜ਼ ਜਾਂ ਕਿਸ ਤਰ੍ਹਾਂ ਦਾ ਕੁਝ ਤੁਸੀਂ ਉਹਦੇ ਵਿੱਚ ਕੰਮ ਕਰਦੇ ਹੋ ਬੈਕਗ੍ਰਾਉਂਡ ਦੇ ਵਿੱਚ ਰਹਿ ਕੇ, ਵੀ ਮੈਂ ਇਹ ਕਰੈਕਟਰ ਤਿਆਰ ਕਰਨਾ ਹੈ ਤੇ ਹੁਣ ਮੈਂ ਇਦਾਂ ਦੀ ਮਿਹਨਤ ਕਰਾਂ ਇਹਦੇ ਵਿੱਚ, ਫਿਰ ਇਹਨੂੰ ਮੈਂ 100% ਦੇ ਸਕਦਾ ਇਹ ਕਰੈਕਟਰ। ਹਾਂ, ਜਦੋਂ ਜਦੋਂ ਵੀ ਆਪਾਂ ਐਕਟਰ ਦੇ ਬਾਰੇ ਗੱਲ ਕਰਨੀ ਹੈ, ਉਹੀ ਸਟੈਨਸਿਲੋਸਕੀ ਦੇ 5W ਦੇ ਬਾਰੇ ਜ਼ਰੂਰ ਕੰਮ ਕਰਦਾ। ਠੀਕ ਹੈ? ਮੈਂ ਕੌਣ ਹਾਂ? ਕੀ ਹੈ? ਇਹਦੀ ਏਜ ਕੀ ਹੈ? ਇਹਦਾ ਕਰੈਕਟਰ ਕੀ ਹੈ? ਜਿਹੜੇ ਉਸ ਟੈਕਸਟ ਦੇ ਵਿੱਚੋਂ ਨਿਕਲਦੀ ਹੈ, ਉਹਦੀ ਬਾਇਓਗ੍ਰਾਫੀ ਨਿਕਲਦੀ ਹੈ, ਜਿਹੜੀ ਹੁੰਦੀ ਨਹੀਂ, ਉਸਨੂੰ ਪਕੜਨ ਦੀ ਕੋਸ਼ਿਸ਼ ਕਰਦਾ। ਮਸਲਨ ਮੰਨ ਲਓ ਕਿ ਮੈਂ ਅਗਰ ਬਲਦੇ ਟਿੱਬੇ ਦੇ ਵਿੱਚ ਰਤਨਾ ਦਾ ਕਰੈਕਟਰ ਕੀਤਾ, ਤੇ ਉਹ ਰਤਨਾ ਕਿਹੋ ਜਿਹਾ ਹੋਏਗਾ? ਹਾਂ ਪਹਿਲੀ ਗੱਲ ਤਾਂ ਕਿ ਹਰ ਐਕਟਰ ਨੇ ਆਪਣੀ ਆਬਜ਼ਰਵੇਸ਼ਨ ਦੇ ਵਿੱਚੋਂ ਹੀ ਉਹਨੂੰ ਕੱਢਣਾ ਹੈ ਨਾ ਉਹ, ਤੇ ਉਸ ਆਬਜ਼ਰਵੇਸ਼ਨ ਦੇ ਵਿੱਚੋਂ ਮੈਨੂੰ ਨਜ਼ਰ ਆ ਗਿਆ ਕਿ ਇਹ ਈਸ਼ਵਰ ਦਾ ਕਰੈਕਟਰ ਹੈ। ਇੱਕ ਮੈਂ ਜਿਸ ਕਰੈਕਟਰ ਨੂੰ ਜਾਣਦਾ ਕਿ ਉਹਦਾ ਈਸ਼ਵਰ ਨਾਮ ਸੀਗਾ, ਔਰ ਉਹ ਲਗਭਗ ਉਸ ਟਾਈਮ ਦੇ ਵਿੱਚ ਉਹਦੀ ਉਮਰ 60 ਤੋਂ ਜ਼ਿਆਦਾ ਹੀ ਹੋਏਗੀ, ਔਰ ਉਹਦੀ ਸੈਕੰਡ ਮੈਰਿਜ ਸੀ, ਠੀਕ ਹੈ? ਸੈਕੰਡ ਮੈਰਿਜ ਸੀ, 2 ਉਹਦੇ ਪਹਿਲੇ ਬੱਚੇ ਸੀਗੇ ਤੇ 2 ਬਾਅਦ 'ਚੋਂ ਹੋਏ। ਲੇਕਿਨ ਉਹ ਜਿਹੜੀ ਹੈ ਸਰੀਰਿਕ ਜਿਹੜੀ ਜਿਸ ਤਰੀਕੇ ਦੀ ਆਪਣਾ ਬਲਦੇ ਟਿੱਬੇ ਦਾ ਦਵੰਦ ਹੈ, ਇਸੇ ਤਰੀਕੇ ਨਾਲ ਉਹਦੇ 'ਚ ਕੋਈ ਥਰਡ ਬੰਦਾ ਸੀ। ਮੈਨੂੰ ਇੱਕਦਮ ਲੱਗਿਆ ਕਿ ਯਾਰ ਇਹ ਸਟੋਰੀ ਤਾਂ ਰਚਨੇ ਦੀ, ਇਹਦੇ ਇਰਦ-ਗਿਰਦ ਬਹੁਤ ਘੁੰਮਦੀ, ਉਹ ਕਿਸ ਤਰੀਕੇ ਨਾਲ ਕੰਮ ਕਰਦਾ ਹੈ। ਬਹੁਤ ਸਾਰੀ ਗੱਲ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਉਹ ਵਿਅਕਤੀ ਵੀ, ਉਹ ਬੰਦਾ ਵੀ ਆਪਣੇ ਬੱਚਿਆਂ ਨੂੰ ਕਹਿੰਦਾ ਯਾਰ ਇਹ ਕੰਮ ਹੀ ਨਹੀਂ ਕਰਦੇ, ਜਿਹੜੇ ਕਿ ਉਹਦੀ ਫਸਟ ਵਾਈਫ ਦੇ ਸੀ। ਇਹ ਕੰਮ ਨਹੀਂ ਕਰਦੇ, ਇਹ ਕੰਮ ਚੋਰ। ਜਦੋਂ ਉਹੀ ਡਾਇਲੌਗ ਸੇਮ ਉਦਾਂ ਦੇ ਮਿਲਦੇ ਡਾਇਲੌਗ ਜਦੋਂ ਬਲਵੰਤ ਗਾਰਗੀ ਤੇ ਇਸ ਪਲੇ ਦੇ ਵਿੱਚ ਮੈਂ ਪੜ੍ਹੇ, ਮਹਿਸੂਸ ਕੀਤੇ, ਮੈਨੂੰ ਤਾਂ ਐਂ ਲੱਗਿਆ ਵੀ ਇਹ ਕਰੈਕਟਰ ਐਗਜ਼ੈਕਟ ਜਿੱਦਾਂ ਇਹਨੂੰ ਦੇਖ ਕੇ ਲਿਖਿਆ ਹੋਵੇ। ਤੇ ਇਸ ਤਰੀਕੇ ਨਾਲ ਆਪਣੀ ਆਬਜ਼ਰਵੇਸ਼ਨ ਦੇ ਨਾਲ ਕੋਈ ਵੀ ਕਰੈਕਟਰ ਹੈ, ਚਾਹੇ ਉਹ ਲੋਹਾ ਕੁੱਟਦਾ ਲੁਹਾਰ ਹੈਗਾ, ਹਾਂ ਲੁਹਾਰ ਹੈ ਨਾ? ਹੁਣ ਲੁਹਾਰ ਹੈ ਕਿ ਉਹ ਅਗਰ ਉਹ ਬਲੈਕਸਮਿਥ ਹੈਗਾ, ਮੇਰੇ 1-2 ਬਲੈਕਸਮਿਥ ਹੈਗੇ, ਝੰਜੇੜੀ ਪਿੰਡ ਹੈ, ਉਹਨਾਂ ਦੇ ਨਾਲ ਸਾਡੇ ਫਾਦਰ ਸਾਹਿਬ ਦੀ ਸਾਂਝ ਸੀ, ਆਣਾ-ਜਾਣਾ ਵੀ ਸੀ, ਤੇ ਮੈਂ ਉਹਨਾਂ ਦੇ ਉੱਥੇ ਉਹਦੇ ਨਾਲ ਉੱਥੇ ਭੱਠੀ ਤੇ ਵੀ ਗਿਆ ਹੋਇਆ ਹੈ। ਬਹੁਤ ਪਹਿਲਵਾਨ ਟਾਈਪ ਦੇ, ਤੇ ਜਦੋਂ ਗਰਮੀਆਂ ਦੇ ਵਿੱਚ ਜਾਣਾ ਤੇ ਉਹ ਪਾਣੀ ਦੇ ਵਿੱਚ ਕਈ ਵਾਰੀ ਹੁੰਦਾ ਨਾ ਵੀ ਛੈਣੀ ਹੈ ਤੇ ਉਹਨੂੰ ਸੰਦ ਨੂੰ ਥੋੜ੍ਹਾ ਜਿਹਾ ਕਰਨਾ ਤੇ ਕੋਲ ਘੜਾ ਰੱਖਿਆ ਪਾਣੀ ਦਾ, ਹਾਂ ਥੋੜ੍ਹੀ ਹਾਂ ਜਿਹੀ ਆਇਆ, ਫਿਰ ਉਹਨਾਂ ਨੇ ਆਉਣਾ, ਅੱਛਾ ਆਓ ਜੀ ਆਓ ਪਾਣੀ, ਉਹਨਾਂ ਨੇ ਪਾਣੀ ਦਾ ਹੀ ਆਪਣੇ ਸਿਰ ਤੇ ਹੀ ਉਲਟਾ ਲੈਣਾ, ਪਾਣੀ ਨਾ ਠੰਡਾ ਜਿਹਾ ਹੋਇਆ ਉਹਨੂੰ ਕਰਕੇ ਸਾਈਡ ਤੇ, ਆਓ ਜੀ ਬੈਠ ਜਾਓ, ਹੈ ਨਾ? ਮੰਜਾ ਡਾਹ ਕੇ ਫਿਰ ਉਹਨੇ ਬੈਠ, ਹਾਂ ਹਾਂ ਉਹ ਅਗਰ ਲੋਹਾ ਕੁੜ 'ਚ ਵੀ ਹੁਣ ਉਹੀ ਇਸ ਤਰੀਕੇ ਦਾ ਬੈਠਣ ਦਾ ਹੈ, ਤੇ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਮੇਰੀਆਂ ਉਸੇ ਜਗ੍ਹਾ ਦੇ ਉੱਤੇ ਆਬਜ਼ਰਵੇਸ਼ਨ ਦੇ ਵਿੱਚੋਂ ਜਦੋਂ ਆਪਾਂ ਕੱਢਦੇ ਹਾਂ, ਹਾਂ ਉਹ ਹਾਂ ਉਹ ਕੋਈ ਵੀ ਅਗਰ ਅਸੀਂ ਕਰੈਕਟਰ ਕਰਨਾ ਹੈ, ਖਾਸ ਤੌਰ ਤੇ ਆਰਟਿਸਟ ਐਕਟਰ ਨੇ, ਤੇ ਉਸਨੂੰ ਆਪਣੀ ਆਬਜ਼ਰਵੇਸ਼ਨ ਦੇ ਵਿੱਚੋਂ ਉਹ ਕਰੈਕਟਰ ਲੱਭ ਕੇ ਲਿਆਉਣਾ ਪਏਗਾ ਜਿਹੜਾ ਉਸਦੀ ਪਕੜ ਦੇ ਵਿੱਚ ਆ। ਫਿਰ ਉਸਨੂੰ ਆਪਣੇ ਉਸ ਨਾਲ ਢਾਲਣਾ ਵੀ ਉਹਦੀ ਕੀ ਜ਼ਰੂਰਤ ਹੈ ਸਕ੍ਰਿਪਟ ਦੇ ਹਿਸਾਬ ਨਾਲ। ਜੇ ਕੋਈ ਦੂਸਰਾ ਡਾਇਰੈਕਟਰ ਹੈ ਤੇ ਉਹ ਡਾਇਰੈਕਟਰ ਨੂੰ ਨੈਚੁਰਲੀ ਗੱਲ ਹੈ ਉਹ ਆਪਣੀ ਪਹੁੰਚ ਦੱਸੇਗਾ, ਚੱਲਣਾ ਤਾਂ ਉਸੇ ਦੇ ਹਿਸਾਬ ਦੇ ਨਾਲ ਹੈ ਕਿਉਂਕਿ ਉਸਨੇ ਟੋਟੈਲਿਟੀ ਦੇ ਵਿੱਚ ਸਾਰਾ ਦੇਖਣਾ ਹੈ। ਤੇ ਇਸ ਕਰਕੇ ਮੈਂ ਜਿੱਥੇ ਤੱਕ ਜਦੋਂ ਬਲਦੇ ਟਿੱਬੇ ਪਹਿਲੀ ਵਾਰੀ ਕੀਤਾ ਸੀ, ਉਦੋਂ ਉਦੋਂ ਉਮਰ ਮੇਰੀ 27 ਸਾਲ ਦੀ ਸੀ ਮੇਰੇ ਕਰੈਕਟਰ ਲਈ। ਔਰ ਮੈਂ ਮਤਲਬ ਜਿੱਦਾਂ ਹੁਣ ਇਹ ਤਾਂ ਨੈਚੁਰਲ ਹੋ ਗਈ, ਉਸ ਟਾਈਮ ਮੈਂ ਸੱਚਮੁੱਚ ਏਦਾਂ ਦੇ ਬਾਲ ਕਟਾਤੇ ਸੀ, ਸਾਈਡ ਤੇ ਥੋੜ੍ਹੇ-ਥੋੜ੍ਹੇ ਰੱਖ ਲਏ ਸੀਗੇ, ਕਿ ਇਹਨਾਂ ਨੂੰ ਉਦੋਂ ਏਦਾਂ ਚਿੱਟਾ ਜਿਹਾ ਕਰ ਲਿਆ ਸੀਗਾ ਵਾਈਟਨਰ ਲਗਾ ਕੇ। ਤੇ ਉਹ ਉਦੋਂ ਮਤਲਬ ਦਲਵੀਰ ਜੀ ਹੁੰਦੇ ਸੀਗੇ ਆਪਣਾ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸੀਗੇ ਦਲਵੀਰ, ਤੇ ਉਹ ਬੜੇ ਆਪਣੇ ਵੀਰ। ਮਿੱਤਰ ਸੀ। ਹਾਂ, ਦਲਵੀਰ ਸਿੰਘ ਹਾਂਜੀ। ਤੇ
ਸ਼ਾਇਦ ਅਸਿਸਟੈਂਟ ਐਡੀਟਰ ਸੀਗੇ ਉਹ। ਹਾਂ। ਤੇ ਉਹਨਾਂ ਨੇ ਕਿਹਾ ਵੀ ਸੁਰੇਸ਼ ਮਤਲਬ ਤੂੰ ਬਹੁਤ ਡੈਪਥ ਦੇ ਵਿੱਚ ਇਹ ਕੀਤਾ। ਮੈਨੂੰ ਉਹਨਾਂ ਦਾ ਕੰਪਲੀਮੈਂਟ ਜਿਹੜਾ ਦਿੱਤਾ ਉਹ ਅੱਜ ਵੀ ਬੜਾ ਅੱਛਾ ਲੱਗਦਾ ਯਾਰ, ਲੱਗਦਾ ਹੈ ਸੱਚਮੁੱਚ ਇਸ ਉਮਰ ਦਾ ਲੱਗਦਾ ਹੀ ਨਹੀਂ ਹੈਗਾ। ਔਰ ਤੇਰਾ ਉਸ ਤਰੀਕੇ ਦੇ ਵਿੱਚ ਬੋਡੀ ਦੇ ਵਿੱਚ ਜੋ ਮੂਵਮੈਂਟ ਸੀਗਾ ਉਹ ਸੱਚਮੁੱਚ ਇਸ ਤਰ੍ਹਾਂ ਲੱਗਦਾ ਸੀ ਕਿ ਤੂੰ ਚੰਗੀ ਉਮਰ ਦਾ ਬੰਦਾ ਹੈਗਾ। ਤੇ ਇਹ ਇੱਕ ਨੈਚੁਰਲੀ ਗੱਲ ਹੈ ਕਰੈਕਟਰ ਦੇ ਉੱਤੇ, ਜਿੰਨਾ ਅਸੀਂ ਡੈਪਥ ਦੇ ਵਿੱਚ ਜਾਂਦੇ ਹਾਂ, ਜਿੰਨਾ ਉਸ ਨੂੰ ਪਕੜਦੇ ਹਾਂ, ਰਿਹਰਸਲ ਕਰਦੇ ਹਾਂ, ਤੇ ਉਹ ਉਨਾ ਹੀ ਅੱਛਾ ਕਿਰਦਾਰ ਨਿਕਲਦਾ ਹੈ। ਇਸ ਔਰ 'ਚ ਮਿਹਨਤ ਅਥਾਹ ਹੈ। ਜੀ, ਜੀ, ਬਿਲਕੁਲ, ਪਤਾ ਬਿਲਕੁਲ। ਨਹੀਂ ਅਸੀਂ ਓਨੀ ਕਰ ਪਾਉਂਦੇ ਹਾਂ ਕਿ ਨਹੀਂ ਕਰ ਪਾਉਂਦੇ। ਹਾਂ, ਨਹੀਂ, ਨਹੀਂ। ਇਹ ਹੈ। ਔਰ ਇਹਦੇ ਨਾਲ ਹੀ ਇੱਕ ਮੇਰੇ ਜੁੜਿਆ ਹੋਇਆ ਹੋਰ ਸਵਾਲ ਹੈ ਜਿਹੜਾ ਉਹ ਇਸ ਦੇ ਉਲਟ ਹੈ ਤੁਹਾਡੀ ਨਿਰਦੇਸ਼ਨਾ ਦੇ ਬਾਰੇ 'ਚ, ਕਿ ਜਦੋਂ ਤੁਸੀਂ ਬਤੌਰ ਨਿਰਦੇਸ਼ਕ ਕੋਈ ਸਕ੍ਰਿਪਟ ਚੁਣਦੇ ਹੋ ਤਾਂ ਉਸ ਵੇਲੇ ਤੁਹਾਡੇ ਸਾਹਮਣੇ ਕਿਹੜੀਆਂ ਚੀਜ਼ਾਂ ਹੁੰਦੀਆਂ ਵੀ ਇਹ ਨਾਟਕ ਮੈਂ ਚੁਣਾ ਤੇ ਤਾਂ ਇਹ ਗੱਲ ਬਣੇਗੀ, ਜਾਂ ਇਹ ਹੈਗਾ ਵਾ ਤੇ ਅੱਛਾ ਚਲੋ ਇਹਨੂੰ ਕਰ ਲੈਂਦੇ ਆ, ਇਸ ਤਰ੍ਹਾਂ ਦਾ ਕੀ ਪ੍ਰੋਸੈਸ ਰਹਿੰਦਾ ਬਤੌਰ ਨਿਰਦੇਸ਼ਕ ਜਦੋਂ ਤੁਸੀਂ ਕੰਮ ਕਰਦੇ ਹੋ ਵੀ ਇਹ ਸਕ੍ਰਿਪਟ ਇਸ ਲਈ ਮੈਂ ਕਰ ਲਵਾਂ? ਕੇਵਲ ਜੀ, ਮੈਂ ਜਿਹੜੀ ਵੀ ਸਕ੍ਰਿਪਟ ਚੱਕਦਾ ਹਾਂ ਜਾਂ ਜਿਹੜੀ ਵੀ ਸਕ੍ਰਿਪਟ ਸਿਲੈਕਟ ਕਰਦਾ ਹਾਂ, ਹਾਂਜੀ। ਉਹਦਾ ਮੇਰਾ ਸਿੱਧਾ ਇਹ ਹੈ ਕਿ ਮੇਰੇ ਦਰਸ਼ਕਾਂ ਨੂੰ ਉਹ ਅੱਛੀ ਲੱਗੇ। ਹਾਂ। ਉਹਦਾ ਯਾਨੀ ਕਿ ਮਸਲਨ ਦੇ ਤੌਰ ਤੇ ਅਸੀਂ ਗੱਲ ਕਰੀਏ ਕਿ ਸੰਧਿਆ ਛਾਇਆ ਨਾਟਕ, ਜੀ। ਠੀਕ ਹੈ। ਹੁਣ ਸੰਧਿਆ ਛਾਇਆ ਨਾਟਕ ਬੜਾ ਅੱਛਾ, ਲੇਕਿਨ ਮੈਨੂੰ ਕਿਤੇ ਮੈਂ ਆਪਣੇ ਇੱਕ ਮਿੱਤਰ ਨਾਲ ਗੱਲ ਕੀਤੀ। ਮੈਂ ਕਿਹਾ ਸੰਧਿਆ ਯਾਰ, ਕਹਿੰਦਾ ਸੰਧਿਆ ਛਾਇਆ ਯਾਰ ਉਹਦਾ ਐਂਡ ਬੜਾ ਖਤਰਨਾਕ, ਦੋਵੇਂ ਮਰ ਜਾਂਦੇ ਨੇ, ਹਾਂ। ਬਜ਼ੁਰਗ ਸੁਸਾਈਡ ਕਰ ਲੈਂਦੇ। ਮੈਂ ਕਿਹਾ ਯਾਰ ਮੈਨੂੰ ਵੀ ਨਾ ਇਹ ਬੜਾ ਤਕਲੀਫ ਦਿੰਦਾ ਕਿ ਇਹ ਸੋਲਿਊਸ਼ਨ ਠੀਕ ਨਹੀਂ ਹੈ। ਔਰ ਜੇ ਅਸੀਂ ਅੱਜ ਉਸ ਨਾਟਕ ਨੂੰ ਕਰਨ ਬਾਰੇ ਸੋਚਦੇ ਹਾਂ, ਇਹ ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਲਿਖਿਆ ਗਿਆ ਜੈਵੰਤ ਦਲ, ਉਦੋਂ ਤਾਂ ਹਰ ਘਰ ਦੇ ਵਿੱਚ ਬੱਚੇ ਦੋ ਵਾਲੀ ਪ੍ਰਥਾ ਵੀ ਨਹੀਂ ਹੋਣੀ। ਹਮ। ਹਾਂ, ਵੀ ਅੱਜ ਕੱਲ੍ਹ ਤਾਂ ਸਭ ਦੇ ਬੱਚੇ ਇੱਕ ਦੋ ਹੈ, ਉਦੋਂ ਤਾਂ ਇਹ ਪ੍ਰਥਾ ਵੀ ਨਹੀਂ ਸੀਗੀ। ਤੇ ਇਹ ਉਸਨੇ ਉਸ ਦੌਰਾਨ ਦੇ ਵਿੱਚ ਸੋਚਿਆ, ਔਰ ਅੱਜ ਹਰ ਇੱਕ ਪਰਿਵਾਰ ਦਾ ਇੱਕ ਬੱਚਾ ਵਿਦੇਸ਼ 'ਚ ਹੈਗਾ ਹੈ, ਔਰ ਇੱਕ ਦਾ ਕਿਤੇ ਨਾ ਕਿਤੇ ਜੌਬ ਦੇ ਵਿੱਚ, ਕਿਤੇ ਬੰਗਲੌਰ 'ਚ ਬੈਠਾ ਹੋਵੇ, ਕਿਤੇ ਉਹ 'ਚ ਬੈਠਾ ਹੋਵੇ, ਕਿਤੇ ਕੁਛ ਬੈਠਾ ਹੋਵੇ, ਤੇ ਦੂਜਾ ਅਗਰ ਲੋਕਲ ਵੀ ਅਗਰ ਕਿਤੇ ਉਹਨੇ ਅੱਛਾ ਪੜ੍ਹਾ ਲਿਆ ਤੇ ਉਹਦੇ ਲਈ ਨੌਕਰੀ ਤਾਂ ਉਸ ਸ਼ਹਿਰ 'ਚ ਤਾਂ ਹੈ ਹੀ। ਤੇ ਅੱਜ ਮੋਸਟਲੀ ਜਿਹੜੇ ਹੈ ਬਜ਼ੁਰਗ ਜਿਹੜੇ ਹੈ ਉਹ ਇਕਾਂਤਵਾਸ ਦਾ ਹਿੱਸਾ ਹੈ। ਜਿਨ੍ਹਾਂ ਕੋਲ ਇਕਾਂਤਵਾਸ ਦਾ ਹਿੱਸਾ ਵੀ ਨਹੀਂ ਹੈ, ਉਹ ਅਨਾਥਾਲਿਆ ਦਾ ਹਿੱਸਾ ਬਣ। ਔਰ ਇਹ ਅਗਰ ਨਾਟਕ ਦਾ ਇਹ ਐਂਡ ਦਿੱਤਾ ਸੀ, ਇਹਦਾ ਸੁਸਾਇਟੀ ਦੇ ਵਿੱਚ ਬੜਾ ਗਲਤ ਅਸਰ ਹੈ। ਇਸ ਲਈ ਫਿਰ ਜਦੋਂ ਉਹ ਨਾਟਕ ਨੂੰ ਜਦੋਂ ਡਾਇਰੈਕਟ ਕਰਨਾ ਤੇ ਇਹ ਡਿਜ਼ਾਈਨਿੰਗ ਦਾ ਮੇਰਾ ਹਿੱਸਾ ਬਣ ਗਿਆ ਕਿ ਇਸ ਨਾਟਕ ਦੇ ਵਿੱਚ ਐਂਡ ਵੀ ਇਹ ਨਹੀਂ ਚਾਹੀਦਾ, ਔਰ ਇਸ ਐਂਡ ਦੇ ਵਿੱਚ ਮੈਂ ਕੋਈ ਡਾਇਲੋਗ ਨਹੀਂ ਐਡ ਕਰਨਾ, ਇੱਕ ਅਕਸ਼ਰ ਵੀ ਐਡ ਨਹੀਂ ਕਰਨਾ, ਔਰ ਇਹਦਾ ਐਂਡ ਵੀ ਇਹ ਸੇਮ ਨਾ ਹੋਵੇ, ਔਰ ਐਂਡ ਵੀ ਉਹ ਲੱਗੇ ਕਿ ਨਹੀਂ ਇਹ ਐਂਡ ਬੰਦਾ ਜਿੱਥੇ ਸੀਗਾ ਉੱਥੋਂ ਜਿੱਥੋਂ ਖਤਮ ਸ਼ੁਰੂ ਹੋਇਆ ਉੱਥੋਂ ਇੱਕ ਹੋਰ ਨਵੀਂ ਕਹਾਣੀ ਸ਼ੁਰੂ ਹੋ ਜਾਏ। ਔਰ ਉਹ ਜਿਹੜੀ ਕਹਾਣੀ ਸ਼ੁਰੂ ਹੋਈ ਹੈ, ਜਿੱਥੇ ਉਹ ਨਾਟਕ ਖਤਮ ਹੋਇਆ, ਉਹ ਸਾਰੇ ਆਡੀਅנס ਦੇ ਲੋਕ ਉਸ ਸਟੋਰੀ ਨੂੰ ਕੈਰੀ ਕਰਦੇ ਹੋਏ ਘਰ ਤੱਕ ਜਾਣ, ਔਰ ਕਈ ਦਿਨਾਂ ਤੱਕ ਉਸ ਨੂੰ ਸੋਚਣ, ਯਾਰ ਇਹ ਏਦਾਂ ਹੋ ਸਕਦਾ ਹੈ, ਜਾਂ ਅਗਰ ਅਸੀਂ ਵੀ ਅਗਰ ਏਦਾਂ ਕਰੀਏ ਤੇ ਇਹ ਹੈ। ਹੁਣ ਉਸ ਸੰਧਿਆ ਛਾਇਆ ਦਾ ਐਂਡ ਕੀ ਸੀਗਾ? ਐਂਡ ਦੇ ਵਿੱਚ ਜਿੱਥੇ ਉਹ ਮਰਦੇ ਹੈ, ਹਾਂ। ਜਿੱਥੇ ਮਰਨ ਲਈ ਉਹ ਆਪਣਾ ਗੋਲੀਆਂ ਨੀਂਦ ਦੀਆਂ ਖਾਣ ਦੀ ਤਿਆਰੀ ਕਰ ਰਹੇ ਹੈ, ਉਹ ਐਜ਼ ਇਟ ਇਜ਼ ਉੱਥੇ ਤੱਕ ਹੈ। ਉਸ ਤੋਂ ਬਾਅਦ ਕੋਈ ਡਾਇਲੋਗ ਨਹੀਂ ਹੈ, ਸੰਵਾਦ ਨਹੀਂ ਹੈ। ਉਸ ਤੋਂ ਬਾਅਦ ਸੰਵਾਦ ਹੈ ਤੇ ਮਹਾਦੂ ਹੈ, ਉਹ ਆਂਦਾ ਹੈ, ਉਹ ਆ ਕੇ ਦੇਖਦਾ ਮਰ ਗਏ, ਤੇ ਬਸ ਇੱਥੇ ਹੀ ਨਾਟਕ ਦਾ ਐਂਡ ਹੈ। ਤੇ ਮੈਂ ਕੀ ਕੀਤਾ ਕਿ ਉਹ ਮਹਾਦੂ ਗੱਲ ਕਰਦਾ ਹੈਗਾ ਵੀ ਤੇਰੇ ਵਿੱਚ ਵੀ ਮਹਾਦੂ ਦੀ ਐਂਟਰੀ ਨੂੰ ਮੈਂ ਹੋਰ ਜਿਹੜਾ ਹੈ ਉਹਦਾ ਵਿਸਤਾਰ ਕੀਤਾ, ਵਿਸਤਾਰ ਬਿਨਾਂ ਕਿਸੇ ਡਾਇਲੌਗ ਤੇ। ਇਹ ਵਿੱਚ ਆਉਂਦੀ ਹੈ ਵੀ ਗੱਲ, ਮਹਾਦੂ ਇੰਟਰਵਲ ਤੋਂ ਬਾਅਦ ਆਂਦਾ ਨਹੀਂ, ਜਦੋਂ ਗਿਆ ਉਹ ਲਾਸਟ ਟਾਈਮ
ਲਾਸਟ ਟਾਈਮ ਜਾਂਦੇ ਟਾਈਮ ਵੀ ਤੇਰੇ ਬੀਵੀ ਦੇ ਬੱਚਾ ਹੋਣ ਵਾਲਾ ਹੈ, ਹਾਂ ਫਲਾਣਾ ਹੈ, ਟਮਕਾਣਾ ਹੈ, ਗੱਲ ਕਰਦੇ ਆ ਕਦੋਂ ਹੋਣਾ ਹੈ। ਤੇ ਉਸ ਉਸ ਪੋਰਸ਼ਨ ਨੂੰ ਮੈਂ ਥੋੜਾ ਜ਼ਿਆਦਾ ਉਹਨੂੰ ਉਸ ਪੋਰਸ਼ਨ ਨੂੰ ਜ਼ਿਆਦਾ ਮੈਂ ਹੋਰ ਵਿਸਤਾਰ ਦੇਣ ਦੀ ਕੋਸ਼ਿਸ਼ ਕੀਤੀ ਉਸੇ ਗਿਣਤੀ ਦੇ ਡਾਇਲੌਗਸ ਦੇ ਵਿੱਚ ਹੀ, ਕਿ ਬੱਚਾ ਜਿਹੜਾ ਹੈ ਉਹਦੇ ਬੱਚਾ ਹੋਣਾ ਹੈ, ਉਹ ਬੱਚੇ ਹੋਣ ਦੇ ਬਾਰੇ ਵੀ ਕਦੋਂ ਹੋਣਾ ਹੈ, 2 ਦਿਨ ਚ ਹੋਣਾ, ਫਲਾਣਾ ਹੋਣਾ, ਵਿੱਚ ਹੋਣਾ, ਵੀ ਇਹ ਇਸ ਤਰ੍ਹਾਂ ਗੱਲ ਕਰਦਾ ਹੈ, ਉਹਨੂੰ ਥੋੜਾ ਜਿਹਾ ਹਿਊਮਰਸ ਸਟੇਟਮੈਂਟ ਦੀ, ਤਾਂ ਕਿ ਉਹ ਲੋਕਾਂ ਨੂੰ ਯਾਦ ਰਹੇ। ਇਸ ਕਰਕੇ ਯਾਦ ਰਹੇ ਕਿਉਂਕਿ ਹੁਣ ਇਹਦੀ ਕੰਟੀਨਿਊਟੀ ਐਂਡ ਚ ਬਚੀ, ਹਮ, ਇਹਦੀ ਕੰਟੀਨਿਊਟੀ ਮੈਂ ਐਂਡ ਚ ਬਣਾਣੀ ਹੈ, ਇਸ ਲਈ ਉਸਨੂੰ ਬਹੁਤ ਜ਼ਿਆਦਾ ਇਨਲਾਈਟਨ ਕੀਤਾ ਉਸ ਵੀ ਇਹ ਲੱਗਾ ਇਉਂ ਕਰ ਰਿਹਾ ਹੈਗਾ, ਕਿ ਇਹ ਇਸ ਤਰ੍ਹਾਂ ਗੱਲ ਕਰੇ ਵੀ ਜਿੱਦਾਂ ਹੁਣੇ 2 ਮਿੰਟ ਦੇ ਵਿੱਚ ਹੀ ਇਹ ਨੂਡਲ ਬਣਾ ਕੇ ਤਿਆਰ ਕਰ ਦੇਗਾ ਜਾਂ ਇਸ ਤਰੀਕੇ ਨਾਲ, ਠੀਕ ਹੈ, ਏਦਾਂ ਦਾ ਬਹੁਤ ਇਨਲਾਈਟਨ, ਤਾਂ ਕਿ ਖੂਬ ਲਾਫਟਰ ਉਸ ਚ ਹੈਗਾ, ਲੋਕ ਇੰਜੋਏ ਕਰਦੇ ਆ। ਉਹ ਅਜੇ ਕਿ ਉਸ ਚ ਐਡਾ ਜ਼ਰੂਰਤ ਨਹੀਂ ਸੀ, ਲੇਕਿਨ ਮੇਰੀ ਜ਼ਰੂਰਤ ਇਸ ਕਰਕੇ ਸੀ ਕਿ ਮੈਂ ਉਸਨੂੰ ਐਂਡ ਦੇ ਨਾਲ ਕੈਰੀ ਕਰਨਾ ਸੀ, ਇਸ ਸੀਕੁਐਂਸ ਨੂੰ, ਜਿਹੜਾ ਬੱਚਾ ਉੱਥੇ ਐਂਟਰੀ ਨਹੀਂ ਹੈ ਉਸ ਬੱਚੇ ਦੀ ਐਂਟਰੀ ਲੈ ਕੇ ਆਣੀ ਸੀ ਐਂਡ ਦੇ ਵਿੱਚ। ਹੁਣ ਐਂਡ ਚ ਜਦੋਂ ਉਹ ਮਰਨਾ ਹੈ, ਉਹਨਾਂ ਨੇ ਮਰਨ ਤੋਂ ਪਹਿਲਾਂ ਦਰਵਾਜ਼ਾ ਨੂੰ ਹੁੰਦਾ ਹੈ, ਦੋਨੋਂ ਇੱਕ ਦੂਜੇ ਨੂੰ ਦੇਖਦੇ ਹੈ, ਦੇਖਣ ਤੋਂ ਬਾਅਦ ਇਸ਼ਾਰਾ ਕਰਦਾ ਜਾ, ਉਹ ਜਾਂਦਾ ਹੈ, ਤੇ ਉਹ ਮਹਾਦੂ ਆਪਣੀ ਔਰਤ ਨੂੰ ਨਾਲ ਲੈ ਕੇ ਆਇਆ ਹੈ, ਔਰਤ ਨੂੰ ਨਾਲ ਲੈ ਕੇ ਆਇਆ ਹੈ, ਹੱਥ ਚ ਉਹਨਾਂ ਦੀ ਬੱਚਾ ਹੈ, ਕਿਉਂਕਿ ਜਿਹੜੀ ਲਾਸਟ ਉਸ ਟਾਈਮ ਮੂਵਮੈਂਟ ਤੇ ਗੱਲ ਹੋ ਰਹੀ ਸੀ ਵੀ ਤੇਰੇ ਕੀ ਹੈ, ਕੋਈ ਖਬਰ ਹਾਂ ਆਈ ਬੱਚਾ ਹੋਣ ਵਾਲਾ ਹੈ, ਉਹਦੇ ਨਾਲ ਜਿਹੜਾ ਹੈ ਉਹ ਜੋੜਦਾ ਹੈ ਕਿ ਇਹ ਬੱਚਾ ਲੈ ਕੇ ਆ ਗਿਆ, ਬੱਚਾ ਲੈ ਕੇ ਆ ਗਿਆ। ਤੇ ਜਦੋਂ ਉਹ ਬੱਚਾ ਲੈ ਕੇ ਆਇਆ, ਸਾਇਲੈਂਟ ਐਂਟਰੀ ਹੈ, ਨਾਨੀ ਕਹਿੰਦੀ ਹੈ ਵੀ ਕੀ ਹੈ, ਦੇਖਦੀ ਹੈ ਉਸਨੂੰ, ਦੇਖਦੇ ਹੋਏ ਮੇਰੇ ਵੱਲ ਲੈ ਕੇ ਆਂਦੀ ਹੈ, ਤੇ ਮੈਂ ਜਦੋਂ ਉਸਨੂੰ ਗੋਦੀ ਚ ਚੱਕਦਾ, ਤੇ ਮੈਂ ਕਹਿੰਦਾ ਵੀ ਇਹ ਤਾਂ ਆਪਣੀ ਮਾਲੂ ਹੈ, ਆਪਣੀ ਬੇਟੀ ਹੈ ਜਿਹਦੀ ਡੈਥ ਹੋ, ਮਾਲੂ ਹੈ, ਐ ਕਰਦਾ ਇੱਕ ਦੋ ਉਹਨੂੰ ਮਤਲਬ ਲੋਰੀ ਦਿੱਤੀ, ਕੁਛ ਨਹੀਂ ਬੋਲਿਆ, ਬਸ ਐ ਮਾਲੂ ਕਰਦੇ ਹੋਏ ਇੱਥੇ ਫੇਡ ਆਊਟ ਦੇ ਦੌਰਾਨ ਹੀ ਉਹ ਕੰਪੋਜੀਸ਼ਨ ਦੇ ਵਿੱਚ ਜਿਹੜੀ ਹੈ ਲੜਕੀ ਮਾਂ ਨੂੰ ਸੰਭਾਲਦੀ ਹੈ, ਮਹਾਦੂ ਜੋ ਉਹਨੂੰ ਸੰਭਾਲਦਾ ਹੈ। ਮਹਾਦੂ ਦਾ ਪੂਰੇ ਨਾਟਕ ਦੇ ਵਿੱਚ ਡਾਇਲੌਗ ਤਾਂ ਕੋਈ ਹੁੰਦਾ ਨਹੀਂ, ਔਰ ਉੱਥੇ ਨਾਟਕ ਖਤਮ ਹੋ ਜਾਂਦਾ ਹੈ। ਬੜਾ ਲੋਕਾਂ ਨੂੰ ਪਸੰਦ ਆਉਂਦਾ ਹੈਗਾ, ਕਿ ਇਹ ਬਿਨਾਂ ਕੀ ਗੱਲ ਸਮਝ ਆ ਜਾਂਦੀ ਹੈ ਕਿ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸਰਵੈਂਟ ਹੈਗਾ, ਮਹਾਦੂ ਹੈਗਾ, ਜਿਹੜਾ ਕਿ ਕੋਈ ਡਾਇਲੌਗ ਨਹੀਂ ਬੋਲਦਾ, ਲੇਕਿਨ ਤੁਹਾਡੇ ਸਾਰੇ ਐਕਸਪ੍ਰੈਸ਼ਨ ਨੂੰ ਸਮਝਦਾ, ਤੁਹਾਡੇ ਸਾਰੇ ਕੰਮ ਕਰਦਾ ਹੈ, ਤੁਹਾਡੀ ਜ਼ਿੰਦਗੀ ਨੂੰ ਚਲਾਉਣ ਵਾਲਾ ਉਹੀ ਇੱਕ ਕਰਨਧਾਰ ਹੈਗਾ, ਲੇਕਿਨ ਅਸੀਂ ਉਸ ਤੋਂ ਬੇਮੁਖ ਹੋਏ ਗਏ, ਇਹੀ ਸਾਡਾ ਪਾਰਟ ਐਂਡ ਪਾਰਸਲ ਦਾ ਹਿੱਸਾ ਬਣ ਜਾਂਦਾ ਹੈਗਾ। ਇਹ ਕਿੰਨਾ ਵਧੀਆ ਤੁਹਾਡੀ ਸੁਖਾਵੀਂ ਜ਼ਿੰਦਗੀ ਹੋ ਜਾਂਦੀ ਹੈ। ਬੱਚੇ ਤੁਹਾਡੀ ਗੱਲ ਸੁਣਦੇ ਨਹੀਂ, ਇਹਨੂੰ ਤੁਸੀਂ ਜਿੰਨੀ ਮਰਜ਼ੀ ਡਾਂਟ ਮਾਰ ਦਿਓ, ਇਹ ਵਿਚਾਰਾ ਫੇਰ ਤੁਹਾਡੇ ਕੋਲ ਉਹੀ ਕੰਮ ਕਰੇਗਾ। ਏਦਾਂ ਦੇ ਅਨੇਕ ਸਵਾਲ ਉਸ ਸਾਇਲੈਂਟ ਦੇ ਵਿੱਚ ਛੱਡ ਦਿੰਦਾ। ਇਹ ਮੇਰਾ ਡਾਇਰੈਕਸ਼ਨ ਦਾ ਜਿਹੜਾ ਹੈ ਹਮੇਸ਼ਾ ਇਹ ਰਹਿੰਦਾ ਹੈ ਕਿ ਜਿਹੜਾ ਸਾਇਲੈਂਟ ਕਰੈਕਟਰ ਹੈ ਜਾਂ ਜਿਹੜਾ ਘੱਟ ਬੋਲਣ ਵਾਲਾ ਹੈ, ਉਹਦਾ ਕਿੰਨਾ ਜ਼ਿਆਦਾ ਇੰਪੈਕਟ ਜਿਹੜਾ ਹੈ ਹੋਣਾ ਹੈਗਾ, ਜਾਂ ਉਹਦਾ ਕਿੰਨਾ ਜ਼ਿਆਦਾ ਇੰਪੈਕਟ ਹੈਗਾ। ਜਾਂ ਮੰਨ ਲਓ ਸ਼ੰਕਰ ਸ਼ੇਸ਼ ਦਾ ਨਾਟਕ ਚਿਹਰੇ ਹੈਗਾ, ਚਿਹਰੇ ਦੇ ਵਿੱਚ ਅਧਿਆਪਕਾ ਹੈ, ਪੂਰੇ ਨਾਟਕ ਦੇ ਵਿੱਚ ਕੁਛ ਨਹੀਂ ਬੋਲਦਾ, ਔਰ ਲਾਸਟ ਮੂਮੈਂਟ ਦੇ ਵਿੱਚ ਉਸਨੇ ਜਿਹੜਾ ਹੈ 5 ਮਿੰਟ ਜਦੋਂ ਬੋਲਣਾ ਹੈ, ਉਸ 5 ਮਿੰਟ ਦੇ ਦੌਰਾਨ ਚ ਉਸਨੇ ਸਭ ਦੇ ਚਿਹਰੇ ਦੇ ਉੱਤੇ ਜਿਹੜੇ ਨਕਾਬ ਹੈ ਉਹ ਉਤਾਰਨੇ ਸ਼ੁਰੂ ਕਰ ਸੁਸਾਇਟੀ ਚ ਬੈਠਾ ਹਰ ਬੰਦਾ ਇਹਨੂੰ ਐਂ ਲੱਗਦਾ ਹੈ ਤਾਂ ਮੇਰੇ ਬਾਰੇ ਗੱਲ ਕਰ ਰਹੀ ਸੀ, ਬਿਲਕੁਲ ਜਾਂ ਜਿਸ ਤਰੀਕੇ ਨਾਲ ਕੋਰਟ ਮਾਰਸ਼ਲ ਦੇ ਵਿੱਚ ਬਹੁਤ ਲੋਕਾਂ ਦਾ ਜਿਹੜਾ ਹੈ ਸੈਂਟਰਲ ਕਰੈਕਟਰ ਕਰਨਲ ਸੂਰਜ ਸਿੰਘ ਹੁੰਦਾ ਹੈ, ਬਹੁਤ ਸਾਰੇ ਲੋਕਾਂ ਦਾ ਸੈਂਟਰਲ ਕਰੈਕਟਰ ਜਿਹੜਾ ਹੈ ਵਿਕਾਸ ਰਾਏ ਹੁੰਦਾ ਹੈ, ਲੇਕਿਨ ਮੇਰਾ ਜਿਹੜਾ ਸੈਂਟਰਲ ਕਰੈਕਟਰ ਹੈ ਉਹ ਉਹ ਰਾਮਚੰਦਰ ਉਹ ਰਾਮਚੰਦਰ ਤੋਂ ਵੀ ਥੱਲੇ ਜਿਹੜਾ ਗਾਰਡ ਹੈ, ਜਿਹੜਾ ਗਾਡ ਕਹਿੰਦਾ ਵੀ ਮੈਨੂੰ ਰਾਮਚੰਦਰ ਨਾ ਸਮਝੀ, ਮੇਰਾ ਹਾਂ ਨਿਸ਼ਾਨਾ ਕਦੀ ਨਹੀਂ, ਮੇਰਾ ਉਹ ਹੈ ਵੀ ਜਦੋਂ ਉਸ ਨੂੰ ਲੋਕ ਫੜਦੇ ਨੇ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਕਰੈਕਟਰ ਹੈ, ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਸਟੇਜ ਦੇ ਵਿੱਚ ਆਖਿਰਲਾ ਜਿਹੜਾ ਕਰੈਕਟਰ ਹੈ ਜਿਹਦੀ ਇੱਕ ਐਂਟਰੀ ਵੀ ਹੈ, ਉਹ ਟੋਟੈਲਿਟੀ ਦੇ ਵਿੱਚ ਉਹ ਮੇਨ ਜੋੜ ਹੈਗਾ ਉਸ ਪਲੇ ਦੇ ਵਿੱਚ, ਉਸ ਨੂੰ ਚਲਾਉਣ ਵਾਲਾ। ਬੜੇ ਐਕਟਰ ਕੋਲ ਬਹੁਤ ਬੜੇ ਡਾਇਲੌਗ ਹੁੰਦੀ ਹੈ, ਜਿਸ ਤਰੀਕੇ ਨਾਲ ਮਰਜ਼ੀ ਵੀ ਅੱਛੇ ਤੋਂ ਅੱਛੇ ਢੰਗ ਨਾਲ ਵੀ ਉਹ ਬੋਲਦਾ ਹੈ, ਕੋਸ਼ਿਸ਼ ਕਰਦਾ ਹੈ, ਲੇਕਿਨ ਅੱਛੇ ਤੋਂ ਅੱਛੇ ਢੰਗ ਨਾਲ ਇੱਕ ਜਿਹੜਾ ਛੋਟੇ ਕਰੈਕਟਰ ਨੂੰ ਫੜ ਕੇ ਜਿਹੜਾ ਚਲਾ ਪਾਏ, ਜਿਹੜੀ ਆਪਣੀ ਐਂਟਰੀ ਨੂੰ
ਜਿਹੜਾ ਹੈ ਐਗਜ਼ਿਸਟੈਂਸ ਫੁੱਲ ਦਿਲਾ ਪਾਏ, ਉਹੀ ਪਲੇ ਨੂੰ ਜਿਹੜਾ ਹੈ ਸਟਰੈਂਥ ਕਰਦੇ ਹੈ। ਇਹ ਜਿਹੜਾ ਸਾਡੇ ਨਾਲ ਜਿਹੜੇ ਇਧਰੋਂ ਸਰੀਦ ਸਾਹਿਬ ਜੁੜੇ ਹੋਏ। ਸਰੀਦ ਸਾਹਿਬ ਜੀ, ਸਰੀਦ ਸਾਹਿਬ ਤੁਸੀਂ ਸੁਦੇਸ਼ ਹੋਰਾਂ ਦੇ ਕੰਮ ਬਾਰੇ ਕੋਈ ਗੱਲ ਕਹਿਣੀ ਚਾਹੁੰਦੇ ਹੋ? ਆਪਣਾ ਮਾਈਕ ਆਨ ਕਰ ਲਓ, ਤੁਹਾਡਾ ਮਾਈਕ ਆਨ ਨਹੀਂ ਹੈ ਜੀ। ਸੁਦੇਸ਼ ਸ਼ਰਮਾ ਜੀ ਤਾਂ ਇੱਕ ਇੰਸਪੀਰੇਸ਼ਨ ਹੈ ਥੀਏਟਰ ਦੇ ਲੋਕਾਂ ਲਈ। ਸੁਦੇਸ਼ ਜੀ ਨੇ ਜਿਵੇਂ ਦੱਸਿਆ ਕਿ 1981 ਕਰਨ ਆਉਂਦੇ ਸੀ, ਤੇ ਅੱਜ ਜਿਹੜੀ ਗੱਲ ਕਰ ਰਹੇ ਨੇ ਸੰਧਿਆ ਛਾਇਆ ਬਾਰੇ, 1981 ਦੇ ਵਿੱਚ 1982 ਦੇ ਵਿੱਚ ਟੈਗੋਰ ਥੀਏਟਰ 'ਚ ਮੈਂ ਨਾਟਕ ਕੀਤਾ। ਪਤਾ ਨਹੀਂ ਇਹਨਾਂ ਨੇ ਵੇਖਿਆ ਕਿ ਨਹੀਂ, ਉਸ ਵੇਲੇ ਬੱਚੇ ਸੀ। ਲੇਕਿਨ ਇਹਨਾਂ ਨੇ, ਮੈਂ ਜਦੋਂ ਇਹਨਾਂ ਦਾ ਨਾਟਕ ਸੰਧਿਆ ਛਾਇਆ ਦੇਖਿਆ, ਇਹਨਾਂ ਦਾ ਡਾਇਰੈਕਸ਼ਨ ਵੀ ਦੇਖੀ, ਇਹਨਾਂ ਦੀ ਐਕਟਿੰਗ ਵੀ ਦੇਖੀ, ਤੇ ਮੈਨੂੰ ਇਹ ਲੱਗਿਆ ਕਿ ਇੱਕ ਬਹੁਤ ਹੀ ਸਿਰੜੀ ਇੱਕ ਰੰਗਮੰਚ ਦਾ ਇੱਕ ਯੋਧਾ ਹੈ ਜਿਹੜਾ ਕਿ ਲਗਾਤਾਰ ਕੰਮ ਕਰ ਰਿਹਾ। TFT ਦੇ ਬਾਰੇ ਇਹਨਾਂ ਨੇ ਸਾਰਾ ਇਤਿਹਾਸ ਦੱਸਿਆ। ਇਹਨਾਂ ਨੇ ਕਿਹਾ ਕਿ ਅਸੀਂ 1988 ਦੇ ਵਿੱਚ ਕਿ ਕੋਈ ਟ੍ਰੇਨਿੰਗ ਲਈ ਹੈ, ਮੇਰੇ ਵਾਂਗੂ ਜਿਵੇਂ ਕੋਈ ਬਹੁਤ ਹੀ ਰੈਗੂਲਰ ਟ੍ਰੇਨਿੰਗ ਲਈ, ਪਰ ਫਿਰ ਵੀ ਮੈਂ ਹਰਪਾਲ ਟਿਵਾਣਾ ਜੀ ਦਾ ਸਟੂਡੈਂਟ ਰਿਹਾ। ਪਰ ਇਹਨਾਂ ਨੇ ਕਿਹਾ ਕਿ ਮੈਂ ਦੇਖ ਦੇਖ ਕੇ ਨਾਟਕ ਜਿਹੜੇ ਨੇ ਉਸ ਤੋਂ ਬਾਅਦ ਥੀਏਟਰ ਦੇ ਵੱਲ ਆਇਆ। ਇੱਕ ਬਹੁਤ ਵੱਡੀ ਗੱਲ ਹੈ ਕਿ ਆਬਜ਼ਰਵੇਸ਼ਨ, ਨਾਟਕ ਨੂੰ ਵੇਖਣਾ, ਉਹਨੂੰ ਸਮਝਣਾ, ਉਹਦੇ ਵਿੱਚੋਂ ਹੀ ਬਹੁਤ ਕੁਝ ਸਿੱਖਣਾ। ਔਰ ਮੈਂ ਸ਼ਾਇਦ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਇਹ ਬਹੁਤ ਜ਼ਰੂਰੀ ਹੈ, ਨਾਟਕ ਨੂੰ ਵੇਖਣਾ ਤੇ ਅਬਜ਼ਰਵ ਕਰਨਾ। ਇਹਨਾਂ ਨੇ ਕਿਹਾ ਕਿ ਜਿਵੇਂ ਥੀਏਟਰ ਫੈਸਟੀਵਲ ਤੋਂ ਮੈਂ ਇਹਨਾਂ ਦੇ ਬਹੁਤ ਪ੍ਰਭਾਵਿਤ ਸੀ। ਇਹਨਾਂ ਨੇ ਕਿਹਾ ਕਿ ਟੈਗੋਰ ਥੀਏਟਰ ਬੰਦ ਸੀ। ਮੈਨੂੰ ਯਾਦ ਹੈ ਕਿ ਜਦੋਂ TFT ਪਹਿਲਾਂ ਬਣਿਆ, ਜੋ ਰਿਵਾਈਵ ਹੋਇਆ ਟੈਗੋਰ ਥੀਏਟਰ, ਮੈਂ ਰਾਤ ਨੂੰ ਪਟਿਆਲੇ ਤੋਂ ਆਇਆ, ਸ਼ਾਮ ਨੂੰ ਆ ਕੇ ਇਹਨਾਂ ਦਾ ਨਾਟਕ ਦੇਖਿਆ। ਉਸ ਦਿਨ ਇਹਨਾਂ ਨੇ ਨਾਟਕ ਕੀਤਾ ਸੀਗਾ, ਸ਼ਾਇਦ ਸ਼ੰਕਰ ਸ਼ੇਸ਼ ਦਾ ਹੀ ਨਾਟਕ ਸੀਗਾ, ਜਿਹੜਾ ਜਿਹਦੇ ਵਿੱਚ ਡੋਡਾ ਸਾਹਿਬ ਸੀ, ਆधी रात के बाद। ਆਧੀ ਰਾਤ ਕੇ ਬਾਅਦ। ਉਹ ਨਾਟਕ ਮੈਂ ਵੇਖ ਕੇ ਗਿਆ, ਔਰ ਉਹ ਰਿਵਾਈਵਲ ਸੀ ਕਿ ਟੈਗੋਰ ਥੀਏਟਰ ਜਦੋਂ ਰਿਵਾਈਵ ਹੋਇਆ, ਉਹਦਾ ਪਹਿਲਾ ਨਾਟਕ ਸੀ। ਮੈਂ ਉਹਦਾ ਮੈਂਬਰ ਬਣਿਆ, ਫਾਰਮ ਲੈ ਕੇ ਮੈਂ ਇੱਥੋਂ ਗਿਆ। ਉਸ ਤੋਂ ਬਾਅਦ ਜੋ ਇਤਿਹਾਸ ਹੈ ਕਿ ਇਹਨਾਂ ਦਾ ਜਿਹੜਾ ਥੀਏਟਰ ਫੈਸਟੀਵਲ ਹੈ, ਇਹ ਅਗਾਂਹ ਵੱਧਦਾ 30 ਦਿਨ ਤੱਕ। ਔਰ ਹੁਣ ਪਿਛਲੇ 3 ਸਾਲਾਂ ਤੋਂ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ, 2 ਸਾਲ ਹੋ ਗਏ ਮੈਨੂੰ ਦੇਖਦਿਆਂ ਨੂੰ, ਕਿ ਇਹਨਾਂ ਦੇ ਮੈਂ ਮੈਕਸਿਮਮ ਪਲੇਸ ਵੇਖੇ, ਇਹਨਾਂ ਦੀ ਆਪਣੀ ਡਾਇਰੈਕਸ਼ਨ ਨਹੀਂ ਵੇਖੀ। ਲੇਕਿਨ ਪਿਛਲੇ ਫੈਸਟੀਵਲ ਦੇ ਵਿੱਚ ਇਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ, ਬਹੁਤ ਜ਼ਬਰਦਸਤ ਐਕਸਪੈਰੀਮੈਂਟ ਸੀ, ਕਿ ਜਦੋਂ ਗੁਰੂ ਸਾਹਿਬ ਦੇ ਉੱਤੇ ਨਾਟਕ, ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਦੇ ਉੱਤੇ ਨਾਟਕ ਕਰਨਾ ਸੀ, ਇਹਨਾਂ ਨੇ ਜਿਹੜਾ ਨਾਟਕ ਉਹ ਬਣਾਇਆ, ਕਿਉਂਕਿ ਜਿਹੜਾ ਇਹਨਾਂ ਦਾ ਨਾਟਕਕਾਰ ਉਹ ਪੋਪੂਲਰ ਨਹੀਂ ਹੈ। ਸਾਡੇ ਜਿਹੜੇ ਪੰਜਾਬੀ ਦੇ ਥੀਏਟਰ ਕਰਨ ਵਾਲੇ ਦੂਜੇ ਲੋਕਾਂ, ਨਾਟਕਕਾਰਾਂ ਤੋਂ ਨਾਟਕ ਚੁੱਕ ਕੇ ਕਰ ਰਹੇ ਨੇ। ਲੇਕਿਨ ਇਹਨਾਂ ਦਾ ਜਿਹੜਾ ਨਾਟਕਕਾਰ ਸੀ, ਉਸ ਨਾਟਕਕਾਰ ਦੇ ਵਿੱਚ ਸੁਦੇਸ਼ ਸ਼ਰਮਾ ਜੀ ਦਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੱਥ ਇਸ ਕਰਕੇ ਸੀ ਕਿ ਉਹੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਰੰਗਮੰਚ ਤੇ ਰੰਗ ਘੜਤ, ਇਹਨਾਂ ਨੇ ਜਿਹੜਾ ਰੰਗ ਘੜਿਆ, ਉਹਦੇ 'ਚ ਇੱਕ ਐਕਸਪੈਰੀਮੈਂਟ ਕੀਤਾ ਕਿ ਅੱਜ ਜਿਹੜੀ ਸਾਡੀ ਆਡੀਅנס ਹੈ, ਉਹਨੂੰ ਕੀ ਚਾਹੀਦਾ ਹੈ। ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਨਾਟਕ ਕਰ ਰਹੇ ਹਾਂ, ਤਾਂ ਅਸੀਂ ਟੈਲੀਵਿਜ਼ਨ ਦਾ ਮੁਕਾਬਲਾ ਕਰਨਾ, ਅਸੀਂ ਫਿਲਮ ਦਾ ਮੁਕਾਬਲਾ ਕਰਨਾ। ਇਹਨਾਂ ਨੇ ਆਪਣੇ ਉਸ ਪ੍ਰੋਡਕਸ਼ਨ ਦੇ ਵਿੱਚ ਜੋ ਜਾਦੂ ਕੀਤਾ ਹੈ, ਉਹ ਇਹ ਸੀ ਕਿ ਇਹਨਾਂ ਨੇ ਥੀਏਟਰ ਨੂੰ ਤਾਂ ਲਿਆ ਹੀ, ਉਸ ਦੇ ਨਾਲ ਇਹਨਾਂ ਨੇ ਵੀਡੀਓਜ਼ ਬਣਾ ਕੇ ਕੁਝ ਸੀਨ ਇਸ ਤਰ੍ਹਾਂ ਕ੍ਰੀਏਟ ਕੀਤੇ ਕਿ ਉਹ ਵੀਡੀਓ ਇੱਕਦਮ ਇਨਸਰਟ ਹੋ ਜਾਂਦੀ ਸੀ। ਉਹਦੇ ਵਿੱਚ ਇੱਕ ਫਿਲਮ ਵਾਲਾ ਕੰਮ ਇਹਨਾਂ ਨੇ ਜੋੜਿਆ। ਉਸ ਤੋਂ ਬਾਅਦ ਇੱਕਦਮ ਤੋੜ ਕੇ ਸਾਈਟ ਐਂਡ ਸਾਊਂਡ ਵਾਲਾ ਸਿਸਟਮ ਵੀ ਇਹਨਾਂ ਨੇ ਵਿੱਚ ਰੱਖਿਆ। ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ। ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਜਿਹੜੀ ਸਿੱਖਣ ਨੂੰ ਮਿਲੀ। ਔਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਲਈ ਇੱਕ ਵੰਗਾਰ ਹੈ ਕਿ ਅਸੀਂ ਘਰਾਂ ਚੋਂ ਕੱਢ ਕੇ ਬਾਹਰ ਤੇ ਥੀਏਟਰ ਵੱਲ ਕਿਵੇਂ ਲੈ ਕੇ ਆਉਣੇ ਆ, ਉਹਦੇ ਵਾਸਤੇ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਤੋਂ ਸਲੂਟ ਹੈ, ਹਮੇਸ਼ਾ ਮੈਂ ਤਾਂ ਇਹਨਾਂ ਨੂੰ ਯਾਦ ਕਰਦਾ। ਔਰ ਕਿਉਂਕਿ ਹੁਣ ਮੈਂ 2 ਸਾਲ ਹੋ ਗਏ ਮੈਨੂੰ, ਲੇਕਿਨ ਇੱਕ ਦਿਨ ਇਹਨਾਂ ਨਾਲ ਮੁਲਾਕਾਤ ਕਰਨ ਗਿਆ, ਇਸ ਤਰ੍ਹਾਂ ਰੂਬਰੂ ਕਰਨ ਗਿਆ ਸੀ, ਪਰ ਉਸ ਦਿਨ ਵੀ ਸਾਡੀ ਮੁਲਾਕਾਤ ਨਹੀਂ ਹੋ ਪਾਈ। ਜਿੱਥੋਂ ਤੱਕ ਸੰਧਿਆ ਛਾਇਆ ਦਾ ਸਵਾਲ ਹੈ, ਜਿਹੜੀ ਇਹਨਾਂ ਨੇ ਗੱਲ ਕਹੀ, ਜਦੋਂ ਹੀ ਨਾਟਕ ਖਤਮ ਹੋਇਆ ਤੇ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਸਵਾਲ ਕੀਤੀ ਕਿ ਸ਼ਰਮਾ ਜੀ, ਤੁਸੀਂ ਨਾਟਕ ਦਾ ਐਂਡ ਬਦਲ ਦਿੱਤਾ। ਕਹਿੰਦੇ ਤੁਸੀਂ ਵੇਖਿਆ? ਮੈਂ ਕਿਹਾ ਮੈਂ ਕਰਦਾ ਰਿਹਾ। ਤੇ ਬਹੁਤ ਵੱਡੇ ਪੈਮਾਨੇ ਤੇ ਅਸੀਂ ਇੱਥੇ ਕੀਤਾ। ਉਸ ਵੇਲੇ ਰਾਜ ਬੱਬਰ ਆਡੀਅנס 'ਚ ਆਇਆ ਸੀ 81 ਦੇ ਵਿੱਚ, ਮੈਨੂੰ ਯਾਦ ਹੈ।
ਤੇ ਪਰ ਉਹਨੇ ਵੀ ਕਿਹਾ ਜੀ ਯਾਰ ਤੂੰ ਇਹ ਕਮਾਲ ਕਰਤਾ, ਮੈਂ ਤਾਂ ਤੇਰੀ ਲਾਈਟ ਗੈਲਰੀ 'ਚ ਬੈਠਣਾ, ਕਿਉਂਕਿ ਐਜ਼ ਐਨ ਐਕਟਰ ਹੀਰੋ ਬਣ ਚੁੱਕਿਆ ਸੀਗਾ ਤੇ ਪ੍ਰੇਮ ਗੀਤ ਫਿਲਮ ਸੀ। ਤੇ ਪਰ ਮੈਨੂੰ ਜਦੋਂ ਲੱਗਿਆ ਨਾ, ਮੈਂ ਦੇਖਦਾ, ਕਿਉਂਕਿ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੇ ਨਾਲ ਜੁੜਿਆ ਹੋਇਆ, ਕਿਉਂਕਿ ਦੁਬਾਰਾ ਮੈਂ ਜਦੋਂ ਉਹਦੀ ਪ੍ਰੋਡਕਸ਼ਨ ਪਟਿਆਲਾ ਆ ਕੇ ਕੀਤੀ 2006 ਦੇ ਵਿੱਚ, 6 ਦੇ ਵਿੱਚ, ਮੈਂ ਉਹਦਾ ਕੁਝ ਨਹੀਂ ਬਦਲਿਆ। ਲੇਕਿਨ ਇਹਨਾਂ ਦੀ ਜਿਹੜੀ ਗੱਲ ਸੀ, ਮੈਨੂੰ ਸਵਾਲ ਉਹ ਕਾਫੀ ਵਾਰ ਸੀ ਕਿ ਕੀ ਇਹ ਬਦਲਣਾ ਚਾਹੀਦਾ ਹੈ, ਲੇਕਿਨ ਇਹਨਾਂ ਨੇ ਅੱਜ ਜਿਹੜਾ ਜਵਾਬ ਦਿੱਤਾ ਹੈ, ਇਹਨੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ। ਬਿਲਕੁਲ ਸਹੀ ਗੱਲ ਹੈ ਕਿ ਸਮੇਂ ਦੇ ਨਾਲ ਸਾਨੂੰ ਬਦਲਣਾ ਪਏਗਾ। ਅਸੀਂ ਅਗਰ ਨਾਟਕ ਦੇ ਵਿੱਚ ਬਹੁਤ ਵਾਰੀ ਸਵਾਲ ਖੜੇ ਹੁੰਦੇ ਆ ਕਿ ਯਾਰ ਜਿਹੜਾ ਨਾਟਕਕਾਰ ਨੇ ਨਾਟਕ ਲਿਖਿਆ ਹੈ, ਉਹਨੇ ਪਤਾ ਨਹੀਂ ਕੀ ਸੋਚ ਕੇ ਲਿਖਿਆ ਹੈ, ਤੇ ਜੇ ਮੈਂ ਉਹਨੂੰ ਬਦਲ ਦਿਆਂਗਾ ਤੇ ਮਾੜੀ ਗੱਲ ਹੈ। ਕਿਉਂਕਿ ਮੇਰੇ ਤੇ ਵੀ ਕਈ ਵਾਰੀ ਮੈਂ ਇਸ ਤਰ੍ਹਾਂ ਕੀਤੇ ਸੀ ਐਕਸਪੈਰੀਮੈਂਟ, ਤੇ ਮੇਰੇ ਤੇ ਸਵਾਲ ਕੀਤਾ, ਯਾਰ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਬੰਦਾ ਸਮਝਣ ਲੱਗ ਪਿਆ, ਨਾਟਕਕਾਰ ਨੇ ਪਤਾ ਨਹੀਂ ਕੀ ਸੋਚ ਕੇ ਲਿਖਿਆ ਸੀ, ਤੂੰ ਇਹਨੂੰ ਕਿਉਂ ਬਦਲ ਦਿੱਤਾ? ਜਿਵੇਂ ਚੰਨ ਚੜਿਆ, ਲੇਡੀ ਗ੍ਰੇਗਰੀ ਦਾ ਪਲੇ, ਛੋਟਾ ਜਿਹਾ ਪਲੇ ਸੀ, ਉਹ ਮੈਂ ਜਦੋਂ ਬਾਰ-ਬਾਰ ਕੀਤਾ ਤੇ ਉਹ ਇੱਕ ਵਾਰੀ ਲਾਸਟ ਜਦੋਂ ਮੈਂ ਕੀਤਾ ਤੇ ਮੈਂ ਉਹਦੇ 'ਚ ਬਦਲਤਾ ਐਂਡ। ਤਾਂ ਮੈਨੂੰ ਉਹਨਾਂ ਨੇ ਸਵਾਲ ਕੀਤਾ ਕਈ ਲੋਕਾਂ ਨੇ, ਜਿਨ੍ਹਾਂ ਨੇ ਪਹਿਲਾਂ ਵੇਖਿਆ ਸੀ, ਉਹ ਕਹਿੰਦੇ ਯਾਰ ਇਹ ਨਹੀਂ, ਏਦਾਂ ਨਾ ਕਰਿਆ ਕਰੋ। ਲੇਕਿਨ ਅੱਜ ਬੜੀ ਤਸੱਲੀ ਹੋਈ ਹੈ ਕਿ ਸੁਦੇਸ਼ ਸ਼ਰਮਾ ਜੀ ਜਿਨ੍ਹਾਂ ਦਾ ਐਡਾ ਵੱਡਾ ਇੱਕ ਰੰਗ ਮੰਚ ਨੂੰ ਇੱਕ ਵੱਡੀ ਦੇਣ ਹੈ, ਇਹਨਾਂ ਦਾ ਐਕਸਪੀਰੀਅੰਸ ਹੈ, ਉਹਨਾਂ ਤੋਂ ਮੈਨੂੰ ਅੱਜ ਬਹੁਤ ਸਿੱਖਣ ਨੂੰ ਮਿਲਿਆ। ਬਹੁਤ ਬਹੁਤ ਧੰਨਵਾਦ ਸੁਦੇਸ਼ ਜੀ। ਵਾਕਿਆ ਇਹੀ ਕ੍ਰੀਏਟਿਵ ਫੀਲਡ ਦਾ ਇਹੀ ਹੈ, ਇਹੀ ਕ੍ਰੀਏਟਿਵ ਐਕਸਪੀਰੀਅੰਸ ਹੈ ਕਿ ਤੁਸੀਂ ਉਸ ਰਚਨਾ ਤੋਂ ਅੱਗੇ ਤੁਰਦੇ ਹੋ ਜਿਹੜੀ ਰਚਨਾ ਲਿਖੀ ਗਈ, ਤੇ ਇਹੀ ਡਾਇਰੈਕਟਰ ਐਕਟਰ ਦਾ ਜਿਹੜਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਉਸ ਰਚਨਾ ਤੋਂ ਪਾਰ ਜਾਂਦੇ ਹੋ। ਐਕਚੁਅਲੀ ਸੰਧਿਆ ਸ਼ਾਇਦ ਨਾਲ ਅਸੀਂ ਤਿੰਨੇ ਜਣੇ ਜੁੜੇ ਹੋਏ ਹਾਂ। ਮੈਂ ਜਿਹੜਾ ਕਿ 92 ਚ ਪਹਿਲੀ ਵਾਰੀ ਚੰਡੀਗੜ੍ਹ ਗੁਲਜ਼ਾਰ ਪਵਾਰ ਦੇ ਥੀਏਟਰ ਗਰੁੱਪ ਨਾਲ ਕਰਵਾਇਆ ਸੀ, ਉਹਨਾਂ ਨਾਲ 92 ਚ ਅਸੀਂ ਟੈਗੋਰ ਚ ਕੀਤਾ ਸੀ, ਔਰ ਉਹਨੂੰ ਮੈਂ ਪੰਜਾਬੀ ਅਡਾਪਟੇਸ਼ਨ ਕੀਤੀ ਸੀ ਉਹਦੀ, ਤਰਕਾਲਾ ਦੇ ਨਾਮ ਹੇਠ। ਔਰ ਟਿਲ ਡੇਟ ਅਸੀਂ, ਮੈਂ ਆਪਣੇ ਗਰੁੱਪ ਨਾਲ ਕਰਦਾ, ਉਸ ਬੜੇ ਸ਼ੋਜ਼ ਉਹਦੇ ਕੀਤੇ, ਸੈਂਕੜੇ ਸ਼ੋਜ਼। ਔਰ ਕਈ ਚੀਜ਼ਾਂ ਸਾਡੀਆਂ ਬੜੀਆਂ ਮਿਲਦੀਆਂ ਹੁੰਦੀਆਂ ਕਿ ਕੋਰਟ ਮਾਰਸ਼ਲ, ਇਹ ਜਦੋਂ ਹੁਣ ਲਾਕਡਾਊਨ ਖਤਮ ਹੋਇਆ, ਸ਼ੁਰੂ ਹੋਇਆ ਸੀਗਾ 22 ਮਾਰਚ ਤੋਂ, ਤੇ ਉਦੋਂ ਵੀ ਅਸੀਂ 21 ਤੱਕ ਜਿਹੜੀਆਂ ਕੋਰਟ ਮਾਰਸ਼ਲ ਦੀਆਂ ਰਿਹਰਸਲਾਂ ਕਰ ਰਹੇ ਸੀ। ਸਾਡਾ 23 ਨੂੰ ਸ਼ੋਅ ਹੋਣਾ ਸੀਗਾ, ਔਰ ਇਹ ਕੋਰਟ ਮਾਰਸ਼ਲ ਅਸੀਂ 1991 ਤੋਂ ਕਰਦੇ ਆ ਰਹੇ ਹਾਂ, 91 ਤੋਂ। ਇਹ ਸਾਡਾ ਜਿਹੜੀ ਕਈ ਪ੍ਰੋਡਕਸ਼ਨ ਇੰਨੀਆਂ ਜ਼ਿਆਦਾ, ਉਹ ਸਕ੍ਰਿਪਟ ਔਰ ਨਾਟਕ, ਉਹ ਪ੍ਰੋਡਕਸ਼ਨਾਂ ਵਿੱਚ ਇੰਨਾ ਦਮ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਕੈਰੀ ਕਰਦੇ ਹੋ ਹਮੇਸ਼ਾ ਨਾਲ ਨਾਲ। ਸੋ ਇਹ ਬੜੀ ਖੂਬਸੂਰਤ ਯਾਤਰਾ ਜੀ। ਇਹਨਾਂ ਨੇ ਕੋਰਟ ਮਾਰਸ਼ਲ ਤਾਂ ਵਾਕਈ ਇੱਕ ਇਤਿਹਾਸ ਹੈ ਇਹਨਾਂ ਦਾ, ਜਿਹੜਾ ਕਿ ਬਹੁਤ ਪਹਿਲਾਂ ਵੀ ਵੇਖਿਆ। ਔਰ ਮੈਂ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ, ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਉਸ ਵੇਲੇ ਅਸੀਂ ਗਰੁੱਪ ਨਹੀਂ ਹੀ ਬਣਾਇਆ, ਲੇਕਿਨ ਵੱਖ-ਵੱਖ ਅਦਾਰਿਆਂ ਦੇ ਨਾਲ ਮਿਲ ਕੇ ਉਹ ਨਾਟਕ ਨੂੰ ਕਰਦੇ ਸੀ। ਤੇ ਇਹ ਪੰਜਾਬ ਨੈਸ਼ਨਲ ਬੈਂਕ ਵੱਲੋਂ ਕੋਰਟ ਮਾਰਸ਼ਲ ਅਸੀਂ ਜਦੋਂ ਭੋਪਾਲ ਖੇਡਣ ਗਏ, ਇਹਨਾਂ ਨੇ ਉਹ ਖੇਡਿਆ ਉੱਥੇ, ਤੇ ਮੈਂ ਬੱਕਰੀ ਪਲੇ ਲੈ ਕੇ ਗਿਆ ਸੀ ਆਪਣੇ ਬੈਂਕ ਵੱਲੋਂ ਟੀਮ। ਉੱਥੇ ਜਦੋਂ ਹੋਇਆ, ਤੇ ਜਦੋਂ ਅਸੀਂ ਇਹਨਾਂ ਦੀ ਪ੍ਰੋਡਕਸ਼ਨ ਵੇਖੀ, ਮੈਨੂੰ ਨਹੀਂ ਸੀ ਪਤਾ, ਮੈਂ ਸੁਦੇਸ਼ ਸ਼ਰਮਾ ਨੂੰ ਨਹੀਂ ਜਾਣਦਾ, ਪੰਜਾਬ ਨੈਸ਼ਨਲ ਬੈਂਕ ਦੇ ਆਰਟਿਸਟਾਂ ਨੂੰ ਵੀ ਨਹੀਂ ਜਾਣਦਾ, ਲੇਕਿਨ ਕਿਉਂਕਿ 29 ਬੈਂਕਾਂ ਦੀ ਟੀਮਾਂ ਦੇ ਕੰਪੀਟੀਸ਼ਨ ਹੁੰਦੇ ਸੀ, ਜਦੋਂ ਨਾਟਕ ਦੀ ਕੰਪੀਟੀਸ਼ਨ ਵੇਖਿਆ, ਅਸੀਂ ਸਾਰੇ ਨਾਟਕ ਵੇਖ ਰਹੇ ਸੀ, ਤੇ ਮੈਂ ਇੱਕਦਮ ਪਤਾ ਨਹੀਂ, ਅਸੀਂ ਸਾਰੇ ਆਰਟਿਸਟਾਂ ਨੂੰ ਕਿਹਾ, ਮੈਂ ਕਿਹਾ ਯਾਰ ਇਹ ਡਿਜ਼ਰਵ ਕਰਦਾ ਕਿ ਇਟ ਸਟੈਂਡਸ ਫਸਟ, ਆਊਟਸਟੈਂਡਿੰਗ। ਲੇਕਿਨ ਜਦੋਂ ਉਹਦਾ ਰਿਜ਼ਲਟ ਨਿਕਲਿਆ ਤੇ ਉਹ 3rd ਪੋਜੀਸ਼ਨ ਇਹਨਾਂ ਨੂੰ ਮਿਲੀ, ਪੰਜਾਬ ਨੈਸ਼ਨਲ ਬੈਂਕ ਦੀ ਉਸ ਟੀਮ ਨੂੰ। ਅਸੀਂ ਫਿਰ ਪੰਜਾਬ ਵਾਲੇ ਲੋਕ ਇਕੱਠੇ ਹੋਏ, ਥੋੜਾ ਜਿਹਾ ਪ੍ਰੋਟੈਸਟ ਵੀ ਕੀਤਾ, ਪਰ ਮਤਲਬ ਸਾਡੀ ਕਿਸੇ ਨੇ ਗੱਲ ਸੁਣੀ ਨਹੀਂ। ਅਸੀਂ ਕਿਹਾ ਕਿ ਠੀਕ ਹੈ, ਸਾਨੂੰ ਅਵਾਰਡ ਮਿਲਿਆ ਸੀ ਬੈਸਟ ਮਿਊਜ਼ਿਕ, ਲਾਈਵ ਮਿਊਜ਼ਿਕ ਦਾ, ਬੱਕਰੀ ਵਾਸਤੇ। ਤੇ ਇਹਨਾਂ ਨੇ ਜਦੋਂ ਮਿਲਿਆ ਤੇ ਸਾਨੂੰ ਦੁੱਖ ਬਹੁਤ ਹੋਇਆ। ਉਸ ਤੋਂ ਬਾਅਦ ਹੀ ਕਿ ਸਾਡੇ ਬੈਂਕ ਦੀ ਟੀਮ ਨੇ, ਜਿਹੜੇ ਮੇਰੇ ਆਰਟਿਸਟ ਸੀ ਉਹ ਚੰਡੀਗੜ੍ਹ ਜ਼ੋਨ ਦੇ ਵਿੱਚ ਵੀ ਹੁੰਦੇ ਸੀ, ਉਹ ਚੰਡੀਗੜ੍ਹ ਦੇ ਜ਼ੋਨ ਦੇ ਬੱਚਿਆਂ ਨੇ ਕੀ ਕੀਤਾ, ਉਹਨਾਂ ਨੇ ਸੁਦੇਸ਼ ਸ਼ਰਮਾ ਦੀ ਡਾਇਰੈਕਸ਼ਨ ਦੇ ਵਿੱਚ ਇਹ ਨਾਟਕ ਖਿਡਵਾਇਆ। ਔਰ ਜਦੋਂ ਕੰਪੀਟੀਸ਼ਨ ਟੈਗੋਰ ਥੀਏਟਰ 'ਚ ਫੇਰ ਹੋਇਆ, ਤਾਂ ਅਸੀਂ 7 ਜ਼ੋਨ ਜਿਹੜੇ ਸੀ ਉਹ ਵੱਖ-ਵੱਖ ਆਏ। ਉਸ ਵੇਲੇ ਮੈਂ ਪਟਿਆਲੇ ਤੋਂ ਟੀਮ ਲੈ ਕੇ ਆਇਆ ਸੀ, ਪਟਿਆਲੇ ਆ ਚੁੱਕਿਆ ਸੀ। ਔਰ ਜਦੋਂ ਹੋਇਆ ਤੇ ਆਊਟਸਟੈਂਡਿੰਗ ਸਾਰੇ ਅਵਾਰਡ, ਉਹਦੇ 'ਚ ਰਾਮਚੰਦਰ, ਜਿਹੜਾ ਮੇਰਾ ਐਕਟਰ, ਮੇਰਾ ਆਪਣੇ ਗਰੁੱਪ ਦਾ ਐਕਟਰ, ਉਹ ਰਾਮਚੰਦਰ ਦਾ ਰੋਲ ਕਰਦਾ ਸੀ। ਮੇਰਾ ਖਿਆਲ ਉਸ ਤੋਂ ਉੱਤੇ ਉਹਨੇ ਵਧੀਆ ਰੋਲ ਨਹੀਂ ਕੀਤਾ, ਕਿਉਂਕਿ ਉਸ ਬੰਦੇ ਨੂੰ ਮੈਂ ਕਹਿਣਾ ਹੁੰਦਾ ਕਿ ਬਿਲਕੁਲ ਉਹ ਤੇ ਰਵੀ ਭੂਸ਼ਣ is one of the best actors of ਪੰਜਾਬ। ਔਰ ਇਹਨਾਂ ਨੇ ਉਹ ਤੋਂ ਰਾਮਚੰਦਰ ਦਾ ਰੋਲ ਕਰਵਾਇਆ, ਔਰ ਬਹੁਤ ਹੀ ਕਾਮਯਾਬ ਰੋਲ ਸੀ। ਕਿਆ ਬਾਤ, ਬਹੁਤ ਹੀ ਮਜ਼ਾ ਆਇਆ ਜੀ, ਬਹੁਤ ਆਨੰਦ ਆਇਆ। ਬਹੁਤ ਖੂਬਸੂਰਤ ਯਾਦਾਂ ਨੇ ਸੁਦੇਸ਼ ਜੀ। ਸੋ ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਫ਼ਰ ਸਾਡੇ ਨਾਲ ਸਾਂਝਾ ਕੀਤਾ। ਸੋ ਇਹ ਹੁਣ ਜਦੋਂ
ਹੋਰ ਯੰਗ ਲੋਕ, ਹੋਰ ਲੋਕ ਸੁਣਨਗੇ, ਤੁਹਾਡੇ ਕੰਮ ਤੋਂ ਵੀ ਜਾਣੂ ਹੋਣਗੇ, ਤੁਹਾਡੇ ਨਾਲ ਜਿਹੜੀਆਂ ਤੁਸੀਂ ਆਪਣੇ ਐਕਸਪੀਰੀਅੰਸ ਸੰਘਰਸ਼ ਦੇ ਸਾਰੇ ਸਾਂਝੇ ਕੀਤੇ ਆ, ਮੇਰੇ ਖਿਆਲ ਯੰਗ ਲੋਕਾਂ ਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਔਰ ਇਹ ਅਸੀਂ ਕੁਝ ਦੇਰ ਹੋਰ 1 ਘੰਟੇ ਤੱਕ 2 ਘੰਟੇ ਤੱਕ ਇਹ YouTube ਤੇ ਔਰ Facebook ਤੇ ਵੀ ਸਾਰੇ ਲੋਕ ਜਿਹੜੇ ਆ ਇਸ ਨੂੰ ਨਾਲ ਜਿਹੜਾ ਦੇਖ ਸਕਣਗੇ। ਸੋ ਬਹੁਤ ਸ਼ੁਕਰੀਆ ਸੁਦੇਸ਼ ਜੀ, ਤੇ ਆਪਾਂ ਮਿਲਾਂਗੇ ਫਿਰ ਆਪਣੇ ਨਵੇਂ ਸੁਪਨੇ ਜਿਹੜੇ ਆਪਾਂ ਸਾਂਝੇ ਕਰਾਂਗੇ। ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਕੇਵਲ ਜੀ। ਜਗਜੀਤ you. ਸਰੀਨ ਜੀ, ਬਹੁਤ ਬਹੁਤ Thank ਤੁਹਾਡਾ you. ਸਭ ਦਾ ਧੰਨਵਾਦ। ਥੈਂਕ ਯੂ।